ਜਦੋਂ ਤੁਰੇ ਸੀ ਲੱਭਣ ਆਪਣੀਆਂ ਲੀਆਂ ਤਵਾਰੀਖਾਂ ਦੇ ਓਲੇ। ਇਹ ਕਿਤਾਬ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚੇ ਉਹਨਾਂ ਭਾਰਤੀ ਮਿਹਨਤੀ ਮੁਸਾਫਰਾਂ ਦੀ ਕਹਾਣੀ ਹੈ ਜਿਹੜੇ ਫਸਟ ਫਲੀਟ ਦੇ ਸਮੇਂ ਤੋਂ ਇਸ ਧਰਤੀ ਦਾ ਹਿੱਸਾ ਬਣੇ ਹਨ। ਹਰਕੀਰਤ ਸਿੰਘ ਸੰਦਰ ਦੀ ਕਿਤਾਬ ਦੇ 80 ਅਧਿਆਏ, ਜਿੱਥੇ 4000 ਸਾਲ ਪੁਰਾਣੇ ਵਾਸੀ ਅਬਰੀਜਨਲ ਨਾਲ ਸੰਬੰਧ ਨੂੰ ਪੇਸ਼ ਕਰਦੇ ਹਨ, ਉੱਥੇ 142 ਸਾਲ ਪਹਿਲਾਂ ਆਸਟ੍ਰੇਲੀਆ ਬਣੇ ਪੰਜਾਬ ਦੀ ਬਾਤ ਵੀ ਪਾਉਂਦੇ ਹਨ। ਸੰਨ 1900 ਦੇ ਨੇੜੇ ਜਿੱਥੇ ਪਹਿਲਵਾਨਾਂ ਦੇ ਸੋਨ ਤਗਮੇ ਸਾਡਾ ਸਿਰ ਉੱਚਾ ਚੁੱਕਦੇ ਹਨ, ਉੱਥੇ ਅਫਗਾਨੀ ਤੇ ਸਿੱਖਾਂ ਦੇ ਊਠਾਂ ਦੇ ਕਾਫਲੇ ਆਸਟ੍ਰੇਲੀਆ ਨੂੰ ਗਤੀਸ਼ੀਲ ਕਰਦੇ ਹਨ। ਰੋਟੀ ਹਿੱਲ ਇਲਾਕੇ ਦਾ ਨਾਂ ਵੀ ਸਾਡੀ ਰੋਟੀ ਤੋਂ ਰੱਖਣ ਦਾ ਇੱਕ ਰਹੱਸਮਈ ਕਿੱਸਾ ਹੈ। ਆਸਟ੍ਰੇਲੀਆ ਵਿੱਚ ਭਾਰਤੀ ਨਾਵਾਂ ਤੋਂ ਸਟਰੀਟਾਂ ਦੇ ਨਾਮ ਰੱਖਣ ਵਜੋਂ ਸਾਡਾ ਅਕਸ ਹੋਰ ਗੂੜਾ ਹੁੰਦਾ ਹੈ। ਗੁਣਾ ਚੌਰ ਦੇ ਅਦਾਲਤ ਖਾਂ ਦੀ 6ਵੀਂ ਪੀੜ੍ਹੀ ਸਾਡੇ ਇੱਥੇ ਹੋਣ ਦਾ ਪਰਿਮਾਣ ਦਿੰਦੀ ਹੈ। ਪਹਿਲੇ ਕੌਂਸਲਰ ਅਮਰੀਕ ਸਿੰਘ ਪਾਲਾ ਦੇ ਨਾਲ ਜ਼ਮੀਨ ਦੇ ਭਾਰਤੀ ਮਾਲਿਕ, ਸੰਸਾਰ ਜੰਗ ਵੇਲੇ ਦੇ ਭਾਰਤੀ ਤੇ ਹੋਰ ਕਈ ਕਿੱਸੇ ਇਸ ਕਿਤਾਬ ਰਾਹੀਂ ਇਸ ਧਰਤੀ ਤੇ ਸਾਡੇ ਬਜ਼ੁਰਗਾਂ ਦੇ ਅਕਸ ਨੂੰ ਹੋਰ ਪੱਧਰਾ ਕਰਦੇ ਹਨ। ਆਓ ਇਸ ਕਿਤਾਬ ਨੂੰ ਪੜ੍ਹੀਏ ਤੇ ਆਪਣੇ ਇੱਥੋਂ ਦੇ ਵਡਕਿਆਂ ਬਾਰੇ ਜਾਣੀਏ। ਆਪ ਜਾਣ ਕੇ ਹੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਆਸਟ੍ਰੇਲੀਆ ਦੇ ਵਸੇਬੇ ਬਾਰੇ ਦੱਸ ਸਕਦੇ ਹਾਂ। ਫਿਰ ਸਾਡੇ ਬੱਚੇ ਵੀ ਕਹਿਣਗੇ ਕਿ ਅਸੀਂ ਨਵੇਂ ਨਹੀਂ, ਸਗੋਂ ਸੈਂਕੜੇ ਸਾਲ ਪਹਿਲਾਂ ਸਾਡੇ ਬਜ਼ੁਰਗ ਇੱਥੇ ਆਏ ਹਨ। ਜਦੋਂ ਤੁਰੇ ਸੀ। ਸੋ ਇਸ ਪ੍ਰੋਗਰਾਮ ਦੀ ਅੱਜ ਪਹਿਲੀ ਕਿਸ਼ਤ ਅਸੀਂ ਪੇਸ਼ ਕਰਨ ਜਾ ਰਹੇ ਹਾਂ। ਹਰਕਿਰਤ ਸੰਦਰ ਹੋਰਾਂ ਦੀ ਕਲਮ ਤੋਂ ਨਿਕਲੀ ਹੋਈ ਇਹ ਕਿਤਾਬ ਦੇ ਇੱਕ ਕਿਸ਼ਤ ਨੂੰ ਕਿਸ਼ਤ ਦਰ ਕਿਸ਼ਤ, ਲੜੀ ਦਰ ਲੜੀ ਤੁਹਾਡੇ ਤੱਕ ਪੇਸ਼ ਕਰਾਂਗੇ ਜੀ। ਅਲੱਗ-ਅਲੱਗ ਕਿੱਸੇ ਇਸ ਕਿਤਾਬ 'ਚ ਦਰਜ, ਅਲੱਗ-ਅਲੱਗ ਕਹਾਣੀਆਂ, ਅਲੱਗ-ਅਲੱਗ ਕਿਰਦਾਰ, ਉਹ ਸਾਰੇ ਭਾਰਤੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਪਹਿਲੀ ਵੇਰਾਂ ਜਿਨ੍ਹਾਂ ਨੇ ਕਦਮ ਰੱਖਿਆ, ਪਹਿਲੀ ਵੇਰਾਂ ਕੋਈ ਮੁਕਾਮ ਹਾਸਲ ਕੀਤਾ, ਉਹਨਾਂ ਦੇ ਵਿੱਚ ਸਭ ਤੋਂ ਪਹਿਲੀ ਕਿਸ਼ਤ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਪੇਸ਼ ਕਰ ਰਹੇ ਹਾਂ। ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰੇ ਦੀ ਪਹਿਲੀ ਗ੍ਰੰਥੀ। ਔਰ ਜਦੋਂ ਮੈਂ ਇਹ ਗੱਲ ਪਹਿਲੀ ਲਫ਼ਜ਼ ਵਰਤ ਰਿਹਾ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰੇ ਦੀ ਗ੍ਰੰਥੀ ਮਹਿਲਾ ਗ੍ਰੰਥੀ ਸੀ, ਬੀਬੀ ਸੁਰਜੀਤ ਕੌਰ। ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ਤੋਂ ਬ੍ਰਿਸਬੇਨ ਵਾਲੇ ਪਾਸੇ ਸਿੱਖਾਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਨਿੱਕੇ ਜਿਹੇ ਟਾਊਨ ਵੂਲਗੁਲਗਾ ਵਿੱਚ ਉਸਰੇ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬੀਬੀ ਸੁਰਜੀਤ ਕੌਰ ਜੀ ਨੂੰ ਪ੍ਰਾਪਤ ਹੋਇਆ। ਬੀਬੀ ਸੁਰਜੀਤ ਕੌਰ ਜੀ ਪਿੰਡ ਗੜ੍ਹਸ਼ੰਕਰ ਤੋਂ ਨੇੜਲੇ ਕਦਿਆਲ ਤੋਂ ਨੇ। ਦੇਸ਼ ਦੀ ਵੰਡ ਸਮੇਂ ਦੀ ਗੱਲ ਹੈ, ਜਦੋਂ ਪੰਜਾਬ ਵਿੱਚ ਕੁੜੀਆਂ ਨੂੰ ਬਹੁਤਾ ਪੜ੍ਹਨ ਦੀ ਆਗਿਆ ਨਹੀਂ ਸੀ ਹੁੰਦੀ। ਐਸੇ ਦੌਰਾਨ ਸੁਰਜੀਤ ਕੌਰ ਨੇ ਆਪਣੀ ਮਾਸੀ ਦੇ ਘਰ ਕੋਟ ਗਰੇਵਾਲ ਵਿੱਚ 5ਵੀਂ ਤੱਕ ਦੀ ਪੜ੍ਹਾਈ ਕੀਤੀ। 1948 ਦੇ ਕਰੀਬ ਸੁਰਜੀਤ ਕੌਰ ਆਪਣੇ ਮਾਮੇ ਪਿੰਡ ਧੂਤ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਆ ਗਏ। ਉੱਥੇ ਰਹਿ ਕੇ ਗੜਦੀਵਾਲਾ ਤੋਂ 10ਵੀਂ ਪਾਸ ਕੀਤੀ। ਟਾਂਡੇ ਕਾਲਜ ਉਹਨਾਂ ਨੇ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਵੀ ਉੱਥੋਂ ਹੀ ਸਿੱਖਿਆ। ਵਿਆਹ ਤੋਂ ਬਾਅਦ 24 ਜੁਲਾਈ 1964 ਵਿੱਚ ਬੀਬੀ ਸੁਰਜੀਤ ਕੌਰ ਜੀ ਆਪਣੇ ਪਤੀ ਸਰਦਾਰ ਗੁਰਮੇਲ ਸਿੰਘ ਹੋਰਾਂ ਦੇ ਨਾਲ ਇੱਥੇ ਯਾਨੀ ਕਿ ਆਸਟ੍ਰੇਲੀਆ ਆ ਗਏ। ਸਰਦਾਰ ਗੁਰਮੇਲ ਸਿੰਘ ਦੇ ਪਿਤਾ ਜੀ ਦਾ ਨਾਂ ਸਰਦਾਰ ਗੁਰਦੇਵ ਸਿੰਘ ਜੀ ਸੀ, ਜਿਨ੍ਹਾਂ ਦਾ ਦੇਹਾਂਤ 2016 ਵਿੱਚ ਹੋਇਆ। ਇਹ ਭਗਵਾਨ ਸਿੰਘ ਜੀ ਦਾ ਪਰਿਵਾਰ ਜਿਹੜਾ ਲੰਮੇ ਸਮੇਂ ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਹੈ। ਸਰਦਾਰ ਗੁਰਮੇਲ ਸਿੰਘ 1955 ਤੋਂ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ। ਬੀਬੀ ਸੁਰਜੀਤ ਕੌਰ ਜੀ ਆਪਣੇ ਪਰਿਵਾਰ ਸਮੇਤ ਮੁਰਵਲੰਬੇ ਟਾਊਨ ਤੋਂ ਇਲਾਕੇ ਦੇ ਵਿੱਚ ਰਹਿ ਰਹੇ ਨੇ। ਇੱਥੇ ਇਹ ਇਸ ਵੇਲੇ ਕੇਲੇ ਦੇ ਫਾਰਮ ਦੇ ਵਿੱਚ ਕੰਮ ਕਰਦੇ ਸੀ। 1967 ਦੇ ਨੇੜੇ
ਇਹ ਉੱਥੋਂ ਵਾਲਾ ਆਪਣੇ ਕੇਲੇ ਦਾ ਫਾਰਮ ਵੇਚ ਕੇ ਵੂਲਗੁਲਗੇ ਸ਼ਹਿਰ ਆ ਗਏ। 1968 ਵਿੱਚ ਜਦੋਂ ਵੂਲਗੁਲਗੇ ਵਿੱਚ ਪਹਿਲਾ ਆਸਟ੍ਰੇਲੀਆ ਦਾ ਗੁਰਦੁਆਰਾ ਘਰ ਬਣਿਆ ਤਾਂ ਇਸ ਦੀ ਸੇਵਾ ਸੰਭਾਲ ਵਾਸਤੇ ਗ੍ਰੰਥੀ ਸਿੰਘ ਦੀ ਲੋੜ ਸੀ। ਬੀਬੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਣਦੇ ਸੀ। ਸਾਰੀ ਸੰਗਤ ਦੀ ਸਹਿਮਤੀ ਦੇ ਨਾਲ ਬੀਬੀ ਸੁਰਜੀਤ ਕੌਰ ਜੀ ਨੇ ਪਹਿਲੇ ਗ੍ਰੰਥੀ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਆਸਟ੍ਰੇਲੀਆ ਦੇ ਕਾਨੂੰਨ ਅਨੁਸਾਰ ਬੀਬੀ ਸੁਰਜੀਤ ਕੌਰ ਜੀ ਮੈਰਿਜ ਸੈਲੀਬ੍ਰੈਂਟ ਬਣ ਕੇ ਸੁਭਾਗੇ ਜੋੜਿਆਂ ਨੂੰ ਵਿਆਹ ਦਾ ਸਰਟੀਫਿਕੇਟ ਦੇਣ ਦੀ ਸੇਵਾ ਵੀ ਨਿਭਾਉਂਦੇ ਸੀ। ਇਸ ਲਈ ਉਹ ਗੁਰਦੁਆਰਾ ਸਾਹਿਬ ਦੀਆਂ ਹੋਰ ਧਾਰਮਿਕ ਰਸਮਾਂ ਨਿਭਾਉਣ ਦੇ ਨਾਲ-ਨਾਲ ਕਾਨੂੰਨੀ ਤੌਰ ਤੇ ਵੀ ਸਿੱਖ ਜੋੜਿਆਂ ਦਾ ਆਨੰਦ ਕਾਰਜ ਕਰਵਾ ਕੇ ਉਹਨਾਂ ਨੂੰ ਵਿਆਹ ਦਾ ਸਰਟੀਫਿਕੇਟ ਦੇਣ ਦੀ ਸੇਵਾ ਕਰਦੇ ਰਹੇ। ਇਸ ਪ੍ਰਕਾਰ ਦੀ ਧਾਰਮਿਕ ਸੇਵਾ ਦੇ ਨਾਲ-ਨਾਲ ਉਹ ਵੂਲਗੁਲਗਾ ਸਕੂਲ ਵਿੱਚ ਪੰਜਾਬੀ ਭਾਸ਼ਾ ਦੇ ਵਲੰਟੀਅਰ ਅਧਿਆਪਕਾਂ ਦੇ ਤੌਰ ਤੇ ਵੀ ਸੇਵਾ ਨਿਭਾਉਂਦੇ ਰਹੇ। ਉਹਨਾਂ ਨੇ ਇੱਥੇ 3 ਸਾਲ ਪੰਜਾਬੀ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਪੜ੍ਹਾਈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਅਨੁਸਾਰ ਗ੍ਰੰਥੀ ਦੀ ਸੇਵਾ ਨਿਭਾ ਕੇ ਇਸਤਰੀ ਪੁਰਸ਼ ਦੇ ਹੱਕਾਂ ਦੀ ਬਰਾਬਰਤਾ ਨੂੰ ਅਮਲੀ ਰੂਪ ਦਿੱਤਾ। 1981 ਵਿੱਚ ਉਹ ਵਾਪਸ ਵੂਲਗੁਲਗੇ ਆਏ, ਜਿੱਥੋਂ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਚਲੇ ਗਏ। ਹੁਣ ਬੱਚੇ ਚੰਗੀਆਂ ਪੜ੍ਹਾਈਆਂ ਕਰ ਰਹੇ ਸਨ। ਉਹਨਾਂ ਨੇ ਤਿੰਨੋਂ ਬੱਚੇ ਜਿਹੜੇ ਬੀਬੀ ਸੁਰਜੀਤ ਕੌਰ ਹੋਰਾਂ ਦੇ ਸੀ, IT ਦੇ ਵਿੱਚ ਚੰਗੇ ਅਹੁਦਿਆਂ ਦੇ ਉੱਪਰ ਨੌਕਰੀਆਂ ਕਰ ਰਹੇ ਨੇ, ਕੈਨਬਰਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਨੇ। ਬੀਬੀ ਸੁਰਜੀਤ ਕੌਰ ਜੀ ਦੱਸਦੇ ਨੇ, ਜਦੋਂ ਪਹਿਲੀ ਵਾਰ ਪੰਜਾਬ ਤੋਂ ਆਸਟ੍ਰੇਲੀਆ ਆਈ ਸੀ ਤਾਂ ਤੁਰਨ ਸਮੇਂ ਸਹੇਲੀਆਂ ਨੇ ਪੰਜਾਬੀ ਜੁੱਤੀਆਂ ਨਾਲ ਕਢਾਈ ਦੇ ਕੱਢੇ ਸੂਟ ਤੇ ਇੱਥੇ ਖੇਤਾਂ ਦੇ ਵਿੱਚ ਜਦੋਂ ਪਾਣ ਲਈ ਦਿੱਤੇ ਤਾਂ ਸਿਰਫ ਜੋਕਾਂ ਤੇ ਮਿੱਟੀ ਹੀ ਸੀ। ਉਹ ਕਹਿੰਦੇ ਨੇ ਕਿ ਮੈਂ ਉਸ ਵੇਲੇ ਪੰਜਾਬ ਵਿੱਚ ਅਧਿਆਪਕ ਸੀ ਤੇ ਇੱਥੇ ਖੇਤਾਂ 'ਚ ਆ ਗਈ। ਘਰ ਵਾਲਾ ਦੂਰ ਗੰਨਾ ਕੱਟਣ ਜਾਂਦਾ ਸੀ, ਹਫ਼ਤੇ ਬਾਅਦ ਮੁੜਦਾ ਸੀ। ਕਈ ਵਾਰ ਘਰੋਂ ਬਾਹਰ ਆ ਕੇ ਮੈਂ ਉੱਚੀ ਗਾ ਕੇ ਵੇਖਣਾ ਕਿ ਕਿਤੇ ਮੇਰਾ ਸੰਗ ਤਾਂ ਨਹੀਂ ਚਲਾ ਗਿਆ, ਗਲਾ ਬੈਠ ਤਾਂ ਨਹੀਂ ਗਿਆ। ਹਫ਼ਤਾ ਕਿਸੇ ਨਾਲ ਕੋਈ ਗੱਲ ਨਾ ਹੋਣੀ। ਐਦਾਂ ਹੀ ਦਿਨ ਤੇ ਦਿਨ ਲੰਘਦੇ ਰਹਿਣੇ। ਪਰ ਉਸ ਔਖੇ ਸਮੇਂ ਨੇ ਮੇਰੀ ਝੋਲੀ ਸੁੱਖਾਂ ਨਾਲ ਭਰ ਦਿੱਤੀ। ਇਹ ਬੀਬੀ ਸੁਰਜੀਤ ਕੌਰ ਜੀ ਦਾ ਇਤਿਹਾਸ, ਜਾਂ ਫਿਰ ਇਹ ਕਹਿ ਲਈਏ ਕਿ ਉਹਨਾਂ ਦੀ ਕਹਾਣੀ ਬੜੇ ਸੰਖੇਪ ਜਿਹੇ ਸ਼ਬਦਾਂ ਦੇ ਵਿੱਚ ਸਾਡੀ ਇਸ ਕਿਤਾਬ ਜਦੋਂ ਤੁਰੇ ਸੀ ਦੇ ਵਿੱਚ ਦਰਜ ਹੈ। ਪਰ ਇਸ ਕਹਾਣੀ ਦੇ ਪਿੱਛੇ ਕਈ ਹੋਰ ਅਜਿਹੇ ਕਿਰਦਾਰ ਨੇ ਜਿਨ੍ਹਾਂ ਨੂੰ ਇਸ ਕਿਤਾਬ ਦੇ ਹਰਫਾਂ ਦੇ ਵਿੱਚ ਨਹੀਂ ਸੀ ਸੰਜੋਇਆ ਜਾ ਸਕਦਾ। ਉਹ ਕਿਰਦਾਰ ਕਿਹੜੇ ਨੇ, ਉਹ ਕਹਾਣੀਆਂ ਕੀ ਨੇ, ਉਹ ਕਿੱਸੇ ਕੀ ਨੇ, ਉਹਨਾਂ ਦੇ ਲਈ ਖੁਦ ਹਰਕਿਰਤ ਸੰਧਰ ਸਾਡੇ ਨਾਲ ਅੱਜ ਸਾਂਝ ਪਾਣਗੇ ਤੇ ਦੱਸਣਗੇ ਕਿ ਜਦ ਬੀਬੀ ਸੁਰਜੀਤ ਕੌਰ ਹੋਰਾਂ ਨੂੰ ਇਹ ਮਿਲੇ ਸੀ ਪਹਿਲੀ ਵੇਰਾਂ ਤਾਂ ਫਿਰ ਐਸੀ ਕਿਹੜੀ ਗੱਲ ਜਿਹੜੀ ਇਹਨਾਂ ਨੇ ਨੋਟਿਸ ਕੀਤੀ ਸੀ। ਆਓ ਸਭ ਤੋਂ ਪਹਿਲਾਂ ਕਰਦੇ ਹਾਂ ਜੀ ਆਇਆਂ ਨੂੰ ਹਰਕਿਰਤ ਸੰਧਰ ਸਾਹਿਬ ਦਾ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਗੌਤਮ ਵੀਰ, ਤੇ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਰੇਡੀਓ ਹਾਂਜੀ ਸੁਣ ਰਹੇ ਆ। ਬਹੁਤ ਧੰਨਵਾਦ ਜੀ। ਸੋ ਇੱਕ ਤਾਂ ਹਰਕਿਰਤ ਭਾਜੀ ਅਸੀਂ ਇਹ ਕਿੱਸਾ ਇਸ ਕਰਕੇ ਚੱਕਿਆ ਕਿ ਇਸ ਕਿੱਸੇ ਦੇ ਵਿੱਚ 2-3 ਜਿਹੜੀਆਂ ਗੱਲਾਂ ਤੁਸੀਂ ਕਿਤਾਬ ਦੇ ਵਿੱਚ ਵੀ ਲਿਖੀਆਂ ਨੇ, ਪਰ ਉਹ ਤੋਂ ਇਲਾਵਾ ਵੀ ਐਸੀਆਂ ਕਈ ਗੱਲਾਂ ਸੀਗੀਆਂ ਜਿਹੜੀਆਂ ਆਪਣੀਆਂ ਆਫ ਦੀ ਏਅਰ ਹੋਈਆਂ ਸੀਗੀਆਂ। ਜਦੋਂ ਵੀ ਆਪਾਂ ਮਿਲੇ ਹਾਂ, ਚਾਹੇ ਕੈਨਬਰਾ ਵਾਲੇ ਪ੍ਰੋਗਰਾਮ 'ਤੇ ਮੈਂ ਖੁਦ ਬੀਬੀ ਜੀ ਨੂੰ ਮਿਲਿਆ ਅਤੇ ਤੁਹਾਡੀਆਂ ਜਿੰਨੀਆਂ ਵੀ ਮੁਲਾਕਾਤਾਂ ਹੋਈਆਂ ਉਹਨਾਂ ਬਾਰੇ ਤੁਸੀਂ ਮੈਨੂੰ ਜਿੰਨੀ ਵੀ ਵਾਰ ਦੱਸਿਆ ਕਿ ਬੀਬੀ ਸੁਰਜੀਤ ਕੌਰ ਹੋਰੀ ਲਾਰਜਰ ਦੈਨ ਲਾਈਫ ਇੱਕ ਕਰੈਕਟਰ ਹੈਗੇ ਨੇ। ਜਦੋਂ ਵੀ ਤੁਸੀਂ ਉਹਨਾਂ ਨੂੰ ਮਿਲਦੇ ਹੋ ਕੁਝ ਨਵੀਆਂ ਕਹਾਣੀਆਂ, ਕੁਝ ਕਿੱਸੇ ਐਸੇ ਸੁਣਨ ਨੂੰ ਮਿਲਦੇ ਨੇ, ਪਰ ਉਹ ਕਿੱਸੇ ਇਹੋ ਜਿਹੇ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਜਿਹੜੀਆਂ ਹਿਰਦੇ ਬਲੂੰਦ ਹੁੰਦੀਆਂ ਨੇ। ਕਿਵੇਂ ਇੱਕ ਕੁੜੀ ਪੰਜਾਬ ਤੋਂ ਆਉਂਦੀ ਹੈ ਨਵੇਂ ਸੁਪਨੇ ਸੰਜੋ ਕੇ ਇੱਕ ਬੇਗਾਨੀ ਧਰਤੀ ਦੇ ਉੱਤੇ। ਅਸੀਂ ਬੜੇ ਆਸਾਨੀ ਦੇ ਨਾਲ ਅੱਜ ਕਹਿ ਦਿੰਦੇ ਹਾਂ ਕਿ ਅਸੀਂ ਆਪਣਾ ਘਰ ਛੱਡ ਕੇ ਆਏ ਹਾਂ, ਪਰ ਜਿਸ ਤਰ੍ਹਾਂ ਤੁਸੀਂ ਕਿਤਾਬ ਦੇ ਵਿੱਚ ਬਿਰਤਾਂਤ ਉਹਨਾਂ ਦਾ ਦੱਸਿਆ ਕਿ ਉਹ ਇੱਕ ਵੂਲਗੁਲਗੇ ਦੇ ਵਿੱਚ ਉਦੋਂ ਜਦੋਂ ਇੰਨਾ ਫੈਲਿਆ ਹੋਇਆ ਨਹੀਂ ਸੀ, ਇੰਨਾ ਵਧਿਆ ਹੋਇਆ ਨਹੀਂ ਸੀ ਇਹ ਇਲਾਕਾ, ਦੂਰ ਤੱਕ ਹਜ਼ਾਰਾਂ ਸੈਂਕੜਿਆਂ ਕਿਲੋਮੀਟਰ ਤੱਕ ਬੰਦਾ ਨਾ ਬੰਦੇ ਦੀ ਜਾਤ। ਸੋ ਅਜਿਹੇ 'ਚ ਬੀਬੀ ਸੁਰਜੀਤ ਹੋਰਾਂ ਨੇ ਬੜੀ ਦ੍ਰਿੜਤਾ ਦੇ ਨਾਲ ਸਮਾਂ ਕੱਟਿਆ, ਬੱਚੇ ਪਾਲੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਔਰ ਇਹ ਸਾਰਾ ਮੁਕਾਮ ਹਾਸਲ ਕੀਤਾ। ਇਸ ਦੌਰਾਨ ਪਹਿਲੀ ਵਾਰ ਜਦੋਂ ਤੁਹਾਡੀ ਮੁਲਾਕਾਤ ਹੋਈ ਸੀਗੀ ਬੀਬੀ ਸੁਰਜੀਤ ਕੌਰ ਹੋਰਾਂ ਦੇ ਨਾਲ, ਤਾਂ ਕਿਹੜੀਆਂ ਉਹ ਗੱਲਾਂ ਸੀਗੀਆਂ ਜਿਹੜੀਆਂ ਤੁਸੀਂ ਨੋਟਿਸ ਕੀਤੀਆਂ ਤੇ ਤੁਸੀਂ ਸੋਚਿਆ ਕਿ ਇਹ ਕਿਰਦਾਰ ਬਾਰੇ ਇੱਕ ਕਹਾਣੀ ਲਿਖਣੀ ਜ਼ਰੂਰ ਬਣਦੀ ਹੈ? ਬਿਲਕੁਲ ਗੌਤਮ ਜੀ, ਕਈ ਇਹੋ ਜਿਹੇ ਪੁਰਸ਼ ਹੁੰਦੇ ਆ, ਕਈ ਇਹੋ ਜਿਹੀਆਂ ਰੂਹਾਂ ਹੁੰਦੀਆਂ, ਜਦੋਂ ਅਸੀਂ ਉਹਨਾਂ ਨੂੰ ਮਿਲਦੇ ਹਾਂ ਨਾ ਇੰਨੀ ਜ਼ਿਆਦਾ ਪੋਜ਼ੀਟਿਵ ਐਨਰਜੀ ਮਿਲਦੀ ਆ। ਉਹਨਾਂ 'ਚੋਂ ਬੀਬੀ ਸੁਰਜੀਤ ਕੌਰ ਜੀ ਆ। ਕਿਆ ਬਾਤ।
ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਜੇ ਆਪਾਂ ਜ਼ਿੰਦਗੀ ਦੀ, ਕਿਉਂਕਿ ਹੁਣ ਮੈਂ ਕਾਫੀ ਵਿਚਰਿਆ ਉਹਨਾਂ ਦੇ ਨਾਲ, ਈਵਨ ਕਿ ਮੈਂ ਹੁਣ ਵੀ ਕਈ ਵਾਰੀ ਕੋਈ ਗੱਲੋਂ ਉਦਾਸ ਹੁੰਨਾ ਜਾਂ ਕਈ ਵਾਰੀ ਕੋਈ ਕੰਮ ਨਹੀਂ ਹੁੰਦਾ ਅਤੇ ਮੈਂ ਉਸਲੇ ਫੋਨ ਲਾ ਲੈਣਾ, ਮੈਂ ਕਹਿਣਾ ਆਂਟੀ ਬਿਜੀ ਤਾਂ ਨਹੀਂ, ਉਹਨੇ ਇੱਕੋ ਗੱਲ ਕਹਿਣੀ, ਨਾ ਪੁੱਤ ਮੈਂ ਨਹੀਂ, ਮੈਂ ਤਾਂ ਵਿਹਲੀ। ਉਹ ਇੱਕ ਆਪਣੱਤ ਅਤੇ ਉਹਨਾਂ ਦੀਆਂ ਗੱਲਾਂ ਸੁਣ ਕੇ ਇੰਨੀ ਜ਼ਿਆਦਾ ਐਨਰਜੀ ਆਉਂਦੀ ਆ ਜੀ। ਉਹ ਆਉਂਦੀ ਕਿਉਂ ਆ? ਕਿਉਂਕਿ ਇੱਕ ਤਾਂ ਉਹ ਬਿਲਕੁਲ ਸ਼ੁਰੂ ਤੋਂ ਗੁਰੂ ਦੇ ਨਾਲ ਜੁੜੇ ਹੋਏ ਆ। ਇੱਕ ਉਹਨਾਂ ਕੋਲ ਐਜੂਕੇਸ਼ਨ ਉਸ ਟਾਈਮ ਤੋਂ ਲੈ ਕੇ ਹੁਣ ਤੱਕ, ਕਿਤਾਬੀ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਨੇ ਜ਼ਿੰਦਗੀ 'ਚ ਇੰਨਾ ਕੁਛ ਦੇਖਿਆ ਅਤੇ ਇੰਨਾ ਕੁਛ ਆਪਣੇ ਅੰਦਰ ਸਮੋ ਕੇ ਰੱਖਿਆ ਨਾ, ਹਰ ਇੱਕ ਤਰੀਕੇ ਦੇ ਨਾਲ। ਅੱਜ ਸਾਨੂੰ ਲੱਗਦਾ ਕਿ ਅਸੀਂ ਬਹੁਤ ਪੜ੍ਹ ਗਏ ਹਾਂ, ਅਸੀਂ ਹੁਣ PhD ਕਰ ਲਈ, ਅਸੀਂ ਆਹ ਪੜ੍ਹ ਲਿਆ, ਪਰ ਜਿਹੜੀ ਜੋ ਉਹਨਾਂ ਦੇ ਕੋਲ ਆ, ਜੋ ਉਹਨਾਂ ਦੇ ਕੋਲ ਐਨਰਜੀ ਦੇ ਨਾਲ ਨਾਲ ਜੋ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਹਾਸਲ ਕੀਤਾ, ਮੇਰੇ ਖਿਆਲ 'ਚ ਉਹ ਅਸੀਂ ਇੱਦਾਂ ਹੀ ਲੈ ਸਕਦੇ ਹਾਂ ਜਦੋਂ ਅਸੀਂ ਉਹਨਾਂ ਨਾਲ ਗੱਲ ਕਰੀਏ। ਅਤੇ ਉਹਨਾਂ ਜਿੰਨੀ ਪੋਜ਼ੀਟਿਵ ਐਨਰਜੀ ਨਹੀਂ ਮੈਂ ਹੁਣ ਤੱਕ ਦੇਖੀ ਕਿਸੇ ਵੀ ਦੇ ਵਿੱਚ। ਅਤੇ ਸਭ ਤੋਂ ਅਹਿਮ ਚੀਜ਼ ਜਿਹੜੀ ਆ ਜਾਂਦੀ ਆ ਜਦੋਂ ਆਪਾਂ ਉਹਨਾਂ ਦੇ, ਈਵਨ ਕਿ ਅਸੀਂ ਬੁੱਕ ਦੇ ਵਿੱਚ ਵੀ ਉਸ ਚੀਜ਼ ਦਾ ਜ਼ਿਕਰ ਨਹੀਂ ਕੀਤਾ, ਇੱਕ ਟਾਈਮ ਸੀ ਕਪਿਲ ਜੀ ਇੰਡੀਆ ਦੇ ਵਿੱਚ ਜਿਹੜਾ ਵੀ ਉਦੋਂ ਐਜੂਕੇਟਡ ਹੁੰਦਾ ਸੀਗਾ ਉਹ ਉਦੋਂ ਕਮਿਊਨਿਸਟ ਪਾਰਟੀ ਦੇ ਨਾਲ ਜੁੜਦਾ ਸੀਗਾ। ਆਪਾਂ ਅੱਜ ਦੀ ਡੇਟ 'ਚ ਕਈ ਤਰੀਕੇ ਨਾਲ ਕੋਈ ਅਕਾਲੀਆਂ ਨੂੰ ਮਾੜਾ ਕਹਿੰਦੇ, ਕੋਈ ਕਮਿਊਨਿਸਟ ਨੂੰ, ਉਸ ਟਾਈਮ ਦੇ ਉੱਤੇ ਜਿੰਨੇ ਐਜੂਕੇਟਡ ਲੋਕ ਸੀ ਸਾਰੇ ਉਸ ਪਾਰਟੀ ਨਾਲ ਜੁੜਦੇ ਸੀ। ਉਹਦਾ ਰੀਜ਼ਨ ਇਹ ਸੀਗਾ ਕਿ ਉਹਨਾਂ ਨੂੰ ਸੋਝੀ ਆ ਗਈ ਸੀ ਕਿ ਫਿਊਚਰ ਕਿੱਧਰ ਜਾ ਰਿਹਾ। ਤਰਕ ਦੇ ਨਾਲ ਗੱਲ ਹੁਣ ਕੀ ਹੋਇਆ ਕਿ ਹੁਣ ਸਮਾਂ ਇੱਦਾਂ ਦਾ, ਹੁਣ ਤੁਸੀਂ ਆਪ ਦੇਖੋ, ਆਪਾਂ ਜੇ ਪੋਲੀਟਿਕਸ ਦੀ ਗੱਲ ਕਰਦੇ ਹਾਂ, ਸਾਰਾ ਕੁਛ ਉਲਝਿਆ ਪਿਆ, ਪਤਾ ਨਹੀਂ ਲੱਗਣ ਡਿਆ ਸੱਚ ਕੀ ਹੈ ਝੂਠ ਕੀ ਆ। ਹਾਂ, ਜੇ ਉਸ ਟਾਈਮ ਦੇ ਉੱਤੇ ਉਹਨਾਂ ਦੀਆਂ ਗੱਲਾਂ 'ਤੇ ਆਪਾਂ ਯਕੀਨ ਕਰਕੇ ਸਿੱਧੇ ਰਸਤੇ ਤੁਰਦੇ, ਆਈ ਥਿੰਕ ਸਾਨੂੰ ਕੁਛ ਮਿਲ ਸਕਦਾ ਸੀਗਾ। ਹਾਂਜੀ, ਓਕੇ, ਚਲੋ ਆਪਾਂ ਉਹ ਪੋਲੀਟਿਕਸ ਵਾਲੇ ਪਾਸੇ ਨਹੀਂ ਜਾਂਦੇ, ਪਰ ਉਹਨਾਂ ਨੇ ਉਸ ਟਾਈਮ ਦੇ ਉੱਤੇ ਇੰਨੀ ਜਗ੍ਹਾ 'ਤੇ ਜਾ ਕੇ ਆਪਣੀਆਂ ਵਿਚਾਰ ਦਿੱਤੇ ਹੋ ਆ। ਹੁਣ ਵੀ ਅੱਜ ਵੀ ਗੱਲ ਕਰਦੇ ਸੀਗੇ ਕਿ ਉਦੋਂ ਪ੍ਰੀਤਨਗਰ ਬਸਿਆ, ਪ੍ਰੀਤਨਗਰ ਦੇ ਵਿੱਚ ਵੀ ਰਹਿੰਦੇ ਰਹੇ ਜਾ ਕੇ ਉਹ। ਅੱਛਾ, ਕਿੰਨੇ ਆਪਣੇ ਉਸ ਟਾਈਮ 'ਤੇ ਅਮਰਜੀਤ ਗੁਰਦਾਸਪੁਰੀ ਇੱਕ ਬੜੇ ਮਤਲਬ ਸੀਗੇ, ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਸੀ ਕਮਿਊਨਿਸਟ ਪਾਰਟੀ ਦਾ, ਉਹ ਹਮੇਸ਼ਾ ਉੱਥੇ ਜਾ ਕੇ ਗਾਉਂਦੇ ਹੁੰਦੇ ਸੀਗੇ, ਦਲੀਲਾਂ ਕਰਦੇ ਹੁੰਦੇ। ਇਹ ਕਹਿੰਦੇ ਕਿ ਮੈਂ ਉਹਦੇ ਨਾਲ 10 ਸਾਲ ਲਗਾਤਾਰ ਅਸੀਂ ਇਕੱਠਿਆਂ ਨੇ ਕੰਮ ਕੀਤਾ। ਮੈਂ ਅੱਜ ਬੀਬੀ ਨੂੰ ਉਹਨਾਂ ਦਾ ਨੰਬਰ ਲਿਆ ਕੱਢ ਕੇ ਤੇ ਦੇ ਕੇ ਹਟਿਆ, ਮੈਂ ਕਿਹਾ ਤੁਸੀਂ ਆਹ ਲਓ ਗੱਲ ਕਰਿਓ। ਕਹਿਣ ਦਾ ਮਤਲਬ ਉਹਨਾਂ ਦੇ ਕੋਲ ਇੰਨੀ ਜ਼ਿਆਦਾ ਐਨਰਜੀ ਆ ਕਿ ਉਹਨੂੰ, ਮੈਨੂੰ ਲੱਗਦਾ ਕਿ ਉਹ ਇੱਕ ਸਾਡੇ ਸਭ ਤੋਂ ਵੱਡਾ ਖਜ਼ਾਨਾ ਹੈ। ਅਤੇ ਪਲੱਸ ਆਹ ਚੀਜ਼ ਜੁੜ ਜਾਂਦੀ ਹੈ ਜਦੋਂ ਉਸ ਐਨਰਜੀ ਦੇ ਨਾਲ ਨਾਲ ਗੁਰੂ ਦੀ ਬਖਸ਼ਿਸ਼ ਹੋਵੇ। ਅਤੇ ਅਸੀਂ ਗ੍ਰੰਥ ਸਾਹਿਬ ਦਾ ਨਾਲ ਪੜ੍ਹਦੇ ਸੀਗੇ, ਅਤੇ ਉਹ ਸਭ ਤੋਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਜੀ। ਸੋ ਇਹ ਜਦੋਂ ਤੁਸੀਂ ਇਹਨਾਂ ਦਾ ਦੱਸਿਆ ਕਿ 1964 ਦੇ ਵਿੱਚ ਇਹ ਆਸਟ੍ਰੇਲੀਆ ਆ ਗਏ ਸੀਗੇ, 64ਵਿਆਂ ਦੇ ਵਿੱਚ ਮੇਰੇ ਖਿਆਲ ਨਾਲ ਤਾਂ ਉਦੋਂ ਇਹ ਵੀ ਕਿਹਾ ਜਾਂਦਾ ਕਿ ਸਿਡਨੀ ਮੈਲਬਨ ਸ਼ਹਿਰ ਵੀ ਐਡੇ ਵੱਡੇ ਨਹੀਂ ਸੀਗੇ। ਸੋ 64ਵਿਆਂ ਦੇ ਵਿੱਚ ਵੂਲਗੁਲਗੇ ਵਰਗਾ ਇਲਾਕਾ, ਜਿਹੜਾ ਇੱਕ ਬਿਆਬਾਨ ਇਲਾਕਾ ਸੀ, ਜਿੱਥੇ ਦਾ ਤੁਸੀਂ ਇੱਕ ਬੜਾ ਸੋਹਣਾ ਜ਼ਿਕਰ ਕੀਤਾ ਇਸ ਕਿਤਾਬ ਦੇ ਵਿੱਚ, ਜਦੋਂ ਤੁਰੇ ਸੀ ਕਿਤਾਬ ਦੇ ਵਿੱਚ, ਕਿ ਉਸ ਵੇਲੇ ਦੂਰ ਦੂਰ ਤੱਕ ਕੋਈ ਹੁੰਦਾ ਨਹੀਂ ਸੀ। ਬੀਬੀ ਜੀ ਨੂੰ ਆਵਾਜ਼ ਮਾਰਨ ਦੇ ਲਈ ਵੀ ਇਹ ਦੇਖਣਾ ਪੈਂਦਾ ਸੀ ਕਿ ਗਲਾ ਮੇਰਾ ਚੱਲਦਾ ਕਿ ਨਹੀਂ, ਮੇਰੇ ਮੂੰਹ 'ਚ ਆਵਾਜ਼ ਹੈ ਕਿ ਨਹੀਂ, ਮੈਂ ਬੋਲ ਸਕਦੀ ਹਾਂ ਕਿ ਨਹੀਂ। ਸੋ ਜਦੋਂ ਤੁਸੀਂ ਇਹਨਾਂ ਦੇ ਨਾਲ ਗੱਲ ਕਰ ਰਹੇ ਸੀਗੇ, ਕੁਛ ਐਸੇ ਕਿਸੇ ਇਹਨਾਂ ਨੇ ਸਾਂਝੇ ਕੀਤੇ ਕਿ ਜਿਹੜੇ ਤੁਹਾਨੂੰ ਲੱਗੇ ਹੋਣ ਕਿ ਵੀ ਇਹ ਸ਼ੁਕਰ ਹੈ ਰੱਬਾ ਕਿ ਅਸੀਂ ਉਹਨਾਂ ਵੇਲਿਆਂ ਦੇ ਵਿੱਚ ਇੱਥੇ ਨਹੀਂ ਆਏ? ਕਿਉਂਕਿ ਅਸੀਂ ਅਕਸਰ ਜਦੋਂ ਆਪਣੇ ਮੁਲਕ ਤੋਂ, ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਕਿਸੇ ਦੂਸਰੇ ਮੁਲਕ ਜਾਂਦੇ ਹਾਂ ਨਾ, ਤੁਸੀਂ ਇਹ ਗੱਲ ਇੱਕ ਵਾਰ ਜ਼ਿਕਰ ਕਰ ਰਹੇ ਸੀ ਕਿ ਹਰ ਇੱਕ ਨੂੰ ਲੱਗਦਾ ਕਿ ਮੇਰਾ ਦੌਰ ਬੜਾ ਸੰਘਰਸ਼ ਭਰਿਆ, ਪਰ ਉਸ ਤੋਂ ਪਹਿਲਾਂ ਦਾ ਵੀ ਜਿਹੜਾ ਦੌਰ ਸੀਗਾ ਉਹ ਵੀ ਕੋਈ ਆਸਾਨ ਨਹੀਂ ਸੀ। ਸੋ ਕਿਹੜੀਆਂ ਉਹ ਗੱਲਾਂ ਸੀਗੀਆਂ ਜਿਹੜੀਆਂ ਤੁਹਾਨੂੰ ਲੱਗੀਆਂ ਕਿ ਵਾਹ ਕਮਾਲ ਇਹ ਹੋ ਗਈ, ਜਿਹੜਾ ਤੁਸੀਂ ਕਹਿੰਦੇ ਹੋ ਕਿ ਸੈਲਿਊਟ ਕਰਨ ਨੂੰ ਜੀ ਕਰਦਾ, ਉਹ ਕਿਹੜਾ ਕਿੱਸਾ ਸੀਗਾ? ਬਿਲਕੁਲ, ਕਈ ਵਾਰੀ ਕਪਿਲ ਜੀ ਇੱਦਾਂ ਹੁੰਦਾ ਵੀ ਅਸੀਂ ਬੜੇ ਪਹਿਲਾਂ ਹੀ ਟੁੱਟ ਗਏ ਹੁੰਦੇ। ਜਿੱਦਾਂ ਹੁਣ ਆਪਾਂ ਗੱਲ ਕਰੀਏ ਸੀਰੀਆ ਤੋਂ ਜਾਂ ਹੋਰ ਕਈ ਇਹੋ ਜਿਹੇ ਦੇਸ਼ ਆ ਜਿੱਥੇ ਸਿੱਧੀ ਇਹ ਲੱਗਦਾ ਕਿ ਅੱਗੇ ਮੌਤ ਹੀ ਆ। ਉਹ ਬੰਦਾ ਫਿਰ ਜ਼ਿੰਦਗੀ ਨੂੰ, ਅਗਲੀ ਜ਼ਿੰਦਗੀ ਜਿਉਣ ਦੇ ਲਈ ਨਾ ਜ਼ਿੰਦਗੀ ਮੌਤ ਦੀ ਬਾਜੀ ਲਗਾ ਲੈਂਦਾ ਜੀ, ਵੀ ਕੋਈ ਗੱਲ ਨਹੀਂ, ਆਪਾਂ ਇੱਕ ਵਾਰੀ ਬੇੜੀ 'ਚ ਬਹਿ ਕੇ ਚੱਲਦੇ ਹਾਂ, ਸ਼ਾਇਦ ਜੇ ਆਪਾਂ ਨਿਕਲ ਗਏ ਤੇ ਅੱਗੇ ਚੰਗੇ ਦੇਸ਼ 'ਚ ਚੱਲ ਜਾਂਗੇ, ਪਾਰ ਰਹਿ ਗਏ ਤਾਂ ਰਹਿ ਗਏ। ਉਸ ਟਾਈਮ ਦੇ ਉੱਤੇ ਜ਼ਿੰਦਗੀ ਮੌਤ ਜਿਹੜੀ ਆ, ਮੈਨੂੰ ਲੱਗਦਾ ਉਹ ਬੰਦਾ ਈਜ਼ੀ ਇਸ ਚੀਜ਼ ਨੂੰ ਅਸੈਪਟ ਕਰ ਲੈਂਦਾ ਵੀ ਕੋਈ ਗੱਲ ਨਹੀਂ, ਇੱਥੇ ਵੀ ਮੌਤ ਆ, ਜੇ ਗਾਂਹ ਹੋ ਗਈ ਤਾਂ ਵੀ ਕੋਈ ਗੱਲ ਨਹੀਂ। ਹੁਣ ਜਦੋਂ ਆਪਾਂ ਬੀਬੀ ਸੁਰਜੀਤ ਕੌਰ ਦੀ ਗੱਲ ਕਰਦੇ ਹਾਂ, ਉਸ ਟਾਈਮ ਦੇ ਉੱਤੇ ਪੜ੍ਹੇ ਲਿਖੇ ਇੱਕ ਟੀਚਰ ਉੱਥੇ ਜੀ, ਉਹ ਹੁਣ ਇੱਥੇ ਆ ਕੇ ਜ਼ਿੰਦਗੀ ਟੋਟਲੀ ਡਿਫਰੈਂਟ ਵੀ ਇੱਦਾਂ ਦੀ ਕਿ ਤੁਸੀਂ ਹੁਣ ਵੀ ਦੇਖੋ, ਤੁਸੀਂ ਸਿਡਨੀ ਤੋਂ ਬਾਹਰ ਨਿਕਲੋ, ਬਲਗੋਲਗੇ ਜਾਂ ਕੌਫ ਸਰਬਰ ਨੂੰ ਜਾਂਦੇ ਆ, ਤੁਸੀਂ ਨਿਊਕਾਸਲ ਤੋਂ ਅੱਗੇ ਟੱਪੋ ਤੇ ਤੁਹਾਨੂੰ ਫਿਰ ਜਾ ਕੇ ਬਿਆਬਾਨ ਦਿਖਦਾ।
ਅੱਜ ਦੀ ਗੱਲ ਕਰ ਰਹੇ ਤੇ ਉਹ 50-60 ਸਾਲ ਪੁਰਾਣੀਆਂ ਗੱਲਾਂ ਕਰ ਰਹੇ ਤੇ ਉਸ ਟਾਈਮ ਤੇ ਕੀ ਹੋਊਗਾ। ਸੜਕਾਂ ਵੀ ਨਹੀਂ ਸੀ। ਮੈਂ ਜਦੋਂ ਸੋਚਦਾ ਤੇ ਅੱਛਾ ਆਪਾਂ ਇਹ ਦੂਸਰੀ ਗੱਲ ਕਰ ਲਈਏ, ਚਲੋ ਜੇ ਉਹ ਸਿਡਨੀ ਦੇ ਵਿੱਚ ਵੀ ਰਹਿੰਦੇ ਤਾਂ ਫਿਰ ਵੀ ਥੋੜਾ ਜਿਹਾ ਆਪਾਂ ਕਹਿ ਦਈਏ ਹੈ ਨਾ ਵੀ ਚਲੋ ਉਸ ਜਗ੍ਹਾ ਤੇ ਆ ਗਏ ਆ, ਉਸ ਜਗ੍ਹਾ ਤੇ ਜਿੱਥੇ ਸੀਗਾ ਹੀ ਕੁਛ ਨਹੀਂ। ਪਲੱਸ ਜਦੋਂ ਇਹ ਆਪਣੇ ਮੂਵ ਵੀ ਕੀਤੇ ਆ ਸਾਰੇ 1968-69 ਦੇ ਵਿੱਚ ਬਲਗੋਲਗੇ ਵਾਲੀ ਸਾਈਡ ਨੂੰ, ਕਿਉਂਕਿ ਉਦੋਂ ਫਿਰ ਗੁਰਦੁਆਰਾ ਸਾਹਿਬ ਉੱਥੇ ਆ ਗਿਆ ਸੀਗਾ ਤੇ ਸਾਰੇ ਮੂਵ ਕਰਨ ਲੱਗੇ। ਉਦੋਂ ਵੀ ਗਿਣਤੀ ਦੇ ਘਰ ਸੀ ਉੱਥੇ। ਜਦੋਂ ਗੁਰਦੁਆਰਾ ਸਾਹਿਬ ਬਣਿਆ ਤੇ ਮੈਂ ਉੱਥੇ ਗੱਲ ਕਰ ਰਿਹਾ ਸੀਗਾ ਆਪਣੇ ਬੂਜਾ ਸਿੰਘ ਜਿਹਨਾਂ ਨੇ ਪਹਿਲੇ ਸੀਗੇ ਜਿਹਨਾਂ ਨੇ ਉੱਥੇ ਆਪਣੀ ਜ਼ਮੀਨ ਖਰੀਦੀ, ਉਹਨਾਂ ਦੀ ਵਾਈਫ ਅਜੇ ਵੀ ਉੱਥੇ ਬੀਬੀ ਗੁਰਮੀਤ ਕੌਰ ਹੈਗੇ ਆ, ਬਹੁਤ ਏਜਡ ਆ। ਉਹ ਕਈ ਵਾਰੀ ਠੀਕ ਹੁੰਦੇ, ਮੈਂ ਐਤਕੀ ਗਿਆ ਤਾਂ ਮੈਂ ਤਾਂ ਵੀ ਗੱਲਾਂ ਕਰਨ ਲੱਗ ਪਿਆ। ਉਹ ਦੱਸਣ ਸਿਰਫ 4 ਘਰ ਸੀ ਇੱਥੇ। ਅੱਛਾ, 4 ਘਰ ਗਿਣਤੀ ਦੇ ਪੂਰੇ ਇਲਾਕੇ 'ਚ, ਪੂਰੇ ਬਲਗੁਲਗੇ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਿਆ। ਉੱਥੇ ਕਿੱਦਾਂ ਦਿਲ ਲੱਗਣਾ। ਫਿਰ ਇਹ ਆ ਕਿ ਜਦੋਂ ਬੰਦਾ ਇੱਕ ਹੋਵੇ ਤੇ ਘਰ ਦੇ ਅੰਦਰ ਜਿਨ੍ਹਾਂ ਨੇ ਪਹਿਲਾਂ ਦੁਨੀਆ ਦੇਖੀ ਹੋਆ ਉਹਨਾਂ ਦੇ ਲਈ ਇੱਥੇ ਆਉਣਾ, ਜਿਨ੍ਹਾਂ ਨੇ ਸਾਰਾ ਕਮਿਊਨਿਸਟ ਪਾਰਟੀ ਦੇ ਨਾਲ ਸਾਰੀ ਦੁਨੀਆ ਦੇਖੀ ਕਿ ਫਿਊਚਰ ਕੀ ਹੋਣਾ ਚਾਹੀਦਾ, ਜਿਹਨੂੰ ਆਪਾਂ ਕਹੀਏ ਕਿ ਜਾਗਦੇ ਲੋਕ ਹੈ ਨਾ, ਉਹਨਾਂ ਲਈ ਹਾਰਡ ਬਹੁਤ ਸੀਗਾ। ਹੁਣ ਵੀ ਕਈ ਵਾਰੀ ਉਹ ਗੱਲ ਕਰਦੇ ਨੇ ਬੀਬੀ ਜੀ ਤੇ ਮੈਂ ਗੱਲ ਕਰਦਾ ਸੀਗਾ ਵੀ ਉਦੋਂ ਲਾਈਫ ਬੜੀ ਹਾਰਡ ਸੀ। ਕਹਿੰਦੀ ਮੈਨੂੰ ਹੁਣ ਵੀ ਕਈ ਵਾਰੀ ਮੈਂ ਪੁੱਤ ਯਾਦ ਕਰਦੀ ਨਾ ਮੇਰੇ ਲੂ ਕੰਡੇ ਖੜ ਜਾਂਦੇ ਆ। ਮੈਂ ਇੱਕ ਜਗ੍ਹਾ ਜ਼ਿਕਰ ਵੀ ਕੀਤਾ ਥੋੜ੍ਹਾ ਜਿਹਾ, ਕਿਉਂਕਿ ਉਸ ਚੀਜ਼ ਨੂੰ ਡਿਟੇਲ 'ਚ ਮੈਂ ਨਹੀਂ ਸੀ ਜਾਣਾ ਚਾਹੁੰਦਾ। ਉਹ ਦੱਸਦੇ ਸੀਗੇ ਕਿ 7-7 ਦਿਨ ਜਦੋਂ ਉਹਨਾਂ ਦੇ ਹਸਬੈਂਡ ਦੇ ਬਾਕੀ ਸਾਰੇ ਸੀਗੇ ਇਕੱਠੇ ਰਹਿੰਦੇ ਸੀ ਹੈ ਨਾ, ਉਹ ਫਿਰ ਮੰਡੇ ਨੂੰ ਲੱਕੜਾਂ ਕੱਟਣ ਚਲ ਜਾਂਦੇ ਸੀਗੇ ਸਾਰੇ ਜਾਣੇ। ਇਹ ਪਿੱਛੋਂ ਇਕੱਲੇ ਸੀ ਘਰ, ਬਿਲਕੁਲ ਇਕੱਲੇ। ਓਕੇ, ਮੰਡੇ ਜਾਣਾ, ਟਿਊਜ਼ਡੇ ਜਾਣਾ, ਵੈਡਨਸਡੇ ਜਾਣਾ, ਥਰਸਡੇ ਜਾਣਾ, ਫਰਾਈਡੇ ਆਉਣਾ। ਫਰਾਈਡੇ ਕਹਿਣਾ ਮੈਂ ਸਵੇਰੇ ਵੇਟ ਕਰਨ ਲੱਗ ਪੈਣਾ ਵੀ ਅੱਜ ਵਾਪਸ ਆਉਣਗੇ। ਓਕੇ, ਕਈ ਵਾਰੀ ਉੱਥੇ ਕੰਮ ਜ਼ਿਆਦਾ ਹੋਣਾ, ਫਰਾਈਡੇ ਵਾਪਸ ਰਾਤ ਹਨੇਰਾ ਹੋ ਜਾਣਾ, ਆਉਣ ਨੂੰ ਵੀ ਟਾਈਮ ਲੱਗਦਾ ਸੀਗਾ, ਤੁਰ ਕੇ ਆਉਣਾ ਸੀ। ਉਹ ਫਿਰ ਸੋਚਦੇ ਸੀਗੇ ਵੀ ਹੁਣ ਰਾਤ ਪੈ ਗਈ, ਮੈਂ ਹੁਣ ਸੈਚਰਡੇ ਜਾਵਾਂਗੇ। ਸੈਚਰਡੇ ਆਉਣਾ, ਕਹਿੰਦੇ ਆਉਂਦੇ ਨੂੰ ਅਜੇ ਤੱਕ ਕੱਪੜੇ ਧੋਣੇ, ਸੰਡੇ ਫਿਰ ਚਲ ਜਾਣਾ ਉਹਨਾਂ ਨੇ। ਇਹਨਾਂ ਦਿਨਾਂ ਦੇ ਵਿੱਚ ਮੈਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਹੁਣ ਸਵੇਰ ਹੋ ਗਈ ਆ ਵੀ ਮੈਂ ਰੋਟੀ ਪਕਾ ਲਵਾਂ ਕਿ ਮੈਂ ਠਹਿਰ ਕੇ ਖਾਣੀ ਆ। ਉਹਨਾਂ ਦੀ ਕਈ ਵਾਰੀ ਆਵਾਜ਼ ਦੇ ਵਿੱਚ ਲੱਗਦਾ ਇੰਨਾ ਦਰਦ ਲੁਕਿਆ ਹੁੰਦਾ ਕਿ ਸਿਆਣੇ ਨੇ ਕਿਹਾ ਨਾ ਵੀ ਕੱਲਾ ਤਾਂ ਰੁੱਖ ਵੀ ਨਾ ਹੋਵੇ। ਉਹ ਜਦੋਂ ਇਹ ਇੱਦਾਂ ਗੱਲ ਕਰਦੇ ਆ ਤੇ ਫਿਰ ਪਤਾ ਲੱਗਦਾ ਨਹੀਂ ਸੱਚੀ ਗੱਲ ਆ ਇਹ ਵੀ ਕੱਲਾ ਤਾਂ ਰੁੱਖ ਵੀ ਨਾ ਹੋਵੇ। ਉਹ ਕਹਿੰਦੇ ਮੈਂ ਉੱਚੀ ਬੋਲ ਕੇ ਦੇਖਣਾ ਵੀ ਮੇਰਾ ਗਲ ਠੀਕ ਆ, ਮੇਰਾ ਚੱਲਦਾ। ਕਾਮਾਂ ਨੇ ਆਉਣਾ, ਕਾਮਾਂ ਨੇ ਉੱਤੇ ਉੱਡਦੇ ਹੋਣਾ ਤੇ ਉਹਨਾਂ ਨੇ ਜੋ ਆਵਾਜ਼ ਕੱਢਣੀ ਤੇ ਮੈਂ ਵੀ ਨਾਲ ਆਵਾਜ਼ ਕੱਢ ਕੇ ਦੇਖਣਾ ਵੀ ਮੇਰੀ ਆਵਾਜ਼ ਚੱਲਦੀ ਆ, ਮੇਰੀ ਜੀਭ ਘੁੰਮਦੀ ਆ। ਕਈ ਵਾਰੀ ਉਹਨਾਂ ਨੇ ਦੱਸਿਆ ਮੈਨੂੰ ਮੀਂਹ ਲੱਗ ਪੈਣਾ ਤੇ ਮੈਂ ਅੰਦਰ ਬੈਠੀ ਹੋਣਾ, ਮੀਂਹ ਦੀ ਆਵਾਜ਼ ਦੇ ਵਿੱਚ ਮੈਨੂੰ ਇਹ ਨਹੀਂ ਪਤਾ ਲੱਗਣਾ ਕਿ ਇਹ ਮੀਂਹ ਦੀ ਆਵਾਜ਼ ਆ ਕਿ ਬਾਹਰ ਕੋਈ ਖੜਕਾ ਰਿਹਾ, ਕਿਉਂਕਿ ਇਕੱਲਾ ਸੀਗਾ। ਇਕੱਲੇ ਇੱਕ ਹਮੇਸ਼ਾ ਇੱਕੋ ਚੀਜ਼ ਦੇ ਉੱਤੇ ਆਵਾਜ਼ ਕਨਸੈਂਟਰੇਟ ਰਹਿਣੀ। ਉਹਨਾਂ ਦੀਆਂ ਜਦੋਂ ਗੱਲਾਂ ਅਸੀਂ ਪਹਿਲਾਂ ਸੁਣਦੇ ਹਾਂ ਤਾਂ ਫਿਰ ਸਾਨੂੰ ਲੱਗਦਾ ਕਿ ਉਹਨਾਂ ਨੇ ਜਿਹੜੇ ਰਾਹ ਪਾਏ ਆ ਇੰਨੇ ਸੁਚੱਜੇ ਤਰੀਕੇ ਦੇ ਨਾਲ, ਇੰਨੇ ਪੱਕੇ ਕਰਕੇ ਸਾਡੇ ਲਈ ਰਾਹ ਖੋਲ੍ਹੇ ਆ ਕਿ ਅੱਜ ਅਸੀਂ ਇੱਥੇ ਹਾਂ। ਅਤੇ ਸਭ ਤੋਂ ਵੱਡੀ ਗੱਲ ਉਹ ਉਹਨਾਂ ਚੁਣਿੰਦਾ ਔਰਤਾਂ ਦੇ ਵਿੱਚੋਂ ਸੀਗੀਆਂ ਜਿਹੜੇ ਆਸਟ੍ਰੇਲੀਆ ਦੇ ਵਿੱਚ ਪਹੁੰਚੀਆਂ। ਜਿੱਦਾਂ ਆਪਾਂ ਅੱਗੇ ਜ਼ਿਕਰ ਵੀ ਕੀਤਾ ਕਿ ਜਿਹੜੀਆਂ ਬੀਬੀ ਗੁਰਮੀਤ ਕੌਰ ਜੀ ਆਈ, ਚੈਂਤੀ ਕੌਰ ਜਿਹੜੇ ਆਪਣੇ ਭਾਜੀ ਜੌਨ ਅਰਕਾ ਨਾਲ ਉਹਨਾਂ ਦੀ ਮਾਤਾ ਜੀ ਹਨ, ਉਹਨਾਂ ਤੋਂ ਜਦੋਂ ਅੱਗੇ ਆਉਂਦੇ ਆ ਅਤੇ ਇਹ ਉੱਥੇ ਆਉਂਦੇ ਹੈਗੇ ਆ, ਉਹਨਾਂ ਦੇ ਵਿੱਚੋਂ ਉਸ ਟਾਈਮ ਦੇ ਉਸ ਉਮਰ ਦੇ ਸੀਗੇ, ਥੋੜ੍ਹੇ ਛੋਟੇ ਉਹਨਾਂ ਨਾਲੋਂ, ਮਤਲਬ ਉਸ ਟਾਈਮ ਦੇ ਵਿੱਚੋਂ ਆ ਜਾਂਦੇ ਆ ਜੀ। ਕਿਆ ਬਾਤ ਹੈ। ਇਹਨਾਂ ਦਾ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਅੱਗੇ, ਇੱਕ ਬ੍ਰੇਕ 'ਤੇ ਚੱਲਦੇ। ਪਰ ਉਹ ਤੋਂ ਪਹਿਲਾਂ ਮੈਂ ਇੱਕ ਗੱਲ ਮੇਰੇ ਜ਼ਹਿਨ ਦੇ ਵਿੱਚ ਇੱਕ ਬਤੌਰ ਪਾਠਕ, ਇਸ ਕਿਤਾਬ ਦੇ ਪਾਠਕ ਦੇ ਤੌਰ 'ਤੇ ਇੱਕ ਜ਼ਹਿਨ ਦੇ ਵਿੱਚ ਅਕਸਰ ਆ ਜਾਂਦੀ ਹੈ ਗੱਲ, ਤੁਹਾਡਾ ਮਿਲਾਪ ਕਿੱਦਾਂ ਹੋਇਆ? ਤੁਹਾਨੂੰ ਕਿੱਦਾਂ ਇਹ ਕਿਸੇ ਤੱਕ ਪਹੁੰਚ ਹੋਈ ਕਿ ਸੰਧਾ ਸਾਹਿਬ ਜਦੋਂ ਇਸ ਤਰ੍ਹਾਂ ਦੇ ਕਿੱਸੇ ਲਿਖ ਰਹੇ ਹੋ, ਜਦੋਂ ਤੁਸੀਂ ਇਹ ਕਿਤਾਬ ਦੇ ਬਾਰੇ ਗੱਲਬਾਤ ਕਰ ਰਹੇ ਹੋ ਤਾਂ ਫਿਰ ਇਹ ਵੀ ਇੱਕ ਕਿਰਦਾਰ ਹੈ। ਇਹ ਅਸਲ 'ਚ ਨਾ ਜਿੱਦਾਂ ਕਪਿਲ ਜੀ ਪਹਿਲਾਂ ਤੋਂ ਸੀਗਾ ਵੀ ਮੈਂ ਪਹਿਲੇ ਦਿਨ ਤੋਂ ਹੀ ਕਿਤਾਬ ਦੇ ਬਾਰੇ 'ਚ ਕਹਿਣਾ ਕਿ ਮੈਂ ਕੋਈ ਹਿਸਟੋਰੀਅਨ ਨਹੀਂ, ਕੋਈ ਨਵੀਂ ਚੀਜ਼ ਨਹੀਂ ਮੈਂ ਕੱਢ ਕੇ ਲਿਆ ਰਿਹਾ। ਮੈਂ ਤਾਂ ਇੱਕ ਜੋ ਸੁਨੇਹਾ ਜੋ ਹੋ ਗਿਆ ਸਾਡੇ ਨਾਲ, ਇੱਕ ਇਨਫੋਰਮੇਸ਼ਨ ਆ, ਸੂਚਨਾ ਬਾਕੀਆਂ ਦੀ, ਉਹ ਮੈਂ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਿਹਾ। ਬੁੱਕ ਦੇ ਵਿੱਚ ਵੀ ਮੈਂ ਹਰ ਇੱਕ ਨੂੰ ਬਣਦਾ ਜਿਨ੍ਹਾਂ ਨੇ ਥੋੜ੍ਹਾ ਜਿਹਾ ਵੀ ਇਸ ਟੌਪਿਕ 'ਤੇ ਕੰਮ ਕੀਤਾ, ਮੈਂ ਉਹਨਾਂ ਨੂੰ ਨਾਲ ਲੈ ਕੇ ਬੁੱਕ ਦੇ ਵਿੱਚ ਲਿਖਿਆ ਵੀ ਆਪਾਂ ਇੱਕ ਇਕੱਠੇ ਕਰੀਏ, ਇੱਕ ਬੇਸਿਕ ਬਣੇ, ਸਾਨੂੰ ਵੀ ਪਤਾ ਹੋਵੇ ਅਤੇ ਅਗਲਿਆਂ ਨੂੰ ਵੀ ਪਤਾ ਲੱਗੇ। ਅੱਛਾ, ਇਹਨਾਂ ਦਾ ਮਿਲਾਪ ਦੀ ਇੱਦਾਂ ਸੀਗਾ ਕਿ ਮੈਂ ਜਦੋਂ ਆਪਣੇ ਬਲਗੋਲਗੇ ਗਿਆ, ਕਿਉਂਕਿ ਜਾਂਦੇ ਰਹਿੰਦੇ ਉੱਥੇ, ਅਤੇ ਮੈਂ ਆਪਾਂ ਗੱਲ ਕਰਦੇ ਸੀਗੇ ਵੀ ਉੱਥੇ ਜਦੋਂ ਆਪਣੇ ਗਰੇਵਾਲ ਅੰਕਲ ਹੋਣੀ ਹੋਰ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰਦੇ ਆ, ਮੈਨੂੰ ਆਂਟੀ ਮਿਲੇ ਬਲਵੀਰ ਕੌਰ ਆ, ਜਿਹੜੇ ਆਪਣੇ MP ਬਣੇ ਗਰਮੇਸ਼ ਜੀ, ਉਹਨਾਂ ਦੇ ਪਰਿਵਾਰ 'ਚੋਂ ਹੀ ਆ ਉਹ। ਅਤੇ ਮੈਂ ਆਂਟੀ ਨਾਲ ਗੱਲ ਕਰਨ ਲੱਗ ਪਿਆ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਮੈਂ ਲੱਗਾ, ਅਤੇ ਮੈਂ ਕਿਹਾ ਜਦੋਂ ਗੁਰਦੁਆਰਾ ਸਾਹਿਬ ਬਣਿਆ ਉਦੋਂ ਤੁਸੀਂ ਇੱਥੇ ਸੀਗੇ? ਕਹਿੰਦੇ ਹਾਂ ਉਹ ਇੱਥੇ ਸੀਗੇ, ਉਹ ਸਰਜੀਤੋ ਵੀ ਇੱਥੇ ਸੀਗੀ। ਮੈਂ ਕਿਹਾ ਉਹ ਕੌਣ?
ਅੱਛਾ। ਕਹਿੰਦੇ ਉਹ ਜਦੋਂ ਫਿਰ ਉਹ ਗੁਰਦੁਆਰਾ ਸਾਹਿਬ ਸੀਗਾ ਨਾ, ਉਦੋਂ ਫਿਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੀਗਾ, ਤੇ ਉਦੋਂ ਵੱਖਰੇ ਵੱਖਰੇ ਅੱਖਰ ਨਹੀਂ ਨਾ ਲਿਖਦੇ ਸੀਗੇ, ਉਦੋਂ ਇੱਕੋ ਲਾਈਨ 'ਚ ਹੀ ਲਿਖਦੇ ਹੁੰਦੇ ਸੀਗੇ, ਉਹਨੂੰ ਪੜ੍ਹਨਾ ਆਉਂਦਾ ਸੀਗਾ, ਅਸੀਂ ਵੀ ਉਹ ਤੋਂ ਪੜ੍ਹਦੇ ਰਹੇ ਹਾਂ। ਵਾਹ। ਅਸੀਂ ਫਿਰ ਉਹਨਾਂ ਨੇ ਇਦਾਂ ਗੱਲ ਕੀਤੀ, ਮੇਰੀ ਹੋਰ ਕਿਉਰਿਓਸਿਟੀ ਆ ਕਿ ਇਹ ਕੌਣ। ਅੱਛਾ, ਉਹ ਤੋਂ ਗਾ ਮੈਂ ਹੋਰ ਅਮਰ ਭਾਜੀ ਹੋਰਾਂ ਦੇ ਨਾਲ ਗੱਲ ਕੀਤੀ ਤੇ ਮੈਨੂੰ ਫਿਰ ਇਹਨਾਂ ਦਾ ਨੰਬਰ ਮਿਲਿਆ। ਇਹ ਕੈਨਬਰਾ ਰਹਿੰਦੇ ਆ। ਮੈਂ ਫਿਰ ਗੱਲ ਕੀਤੀ, ਮੈਂ ਕਿਹਾ ਆਂਟੀ ਜੀ ਵੀ ਇੱਦਾਂ, ਤੇ ਕਹਿੰਦੇ ਹਾਂ, ਤੇ ਮੈਂ ਕਿਹਾ ਵੀ ਮੈਂ ਤਾਂ ਆਹ ਚੀਜ਼ ਚਾਹੁੰਦਾ। ਕਹਿੰਦੇ ਕੋਈ ਨਹੀਂ, ਮੈਂ ਜਦੋਂ ਸਿਡਨੀ ਆਈ ਤੇ ਆਪਾਂ ਮਿਲਾਂਗੇ। ਮੈਂ ਕਿਹਾ ਸਿਡਨੀ ਤੁਸੀਂ ਆਉਂਗੇ ਮਹੀਨੇ ਬਾਅਦ, ਮਹੀਨਾ ਤਾਂ ਨਹੀਂ ਮੈਂ ਘੱਟ ਹੋਣਾ ਮੇਰੇ ਤੋਂ। ਤੇ ਮੈਂ ਕਿਹਾ ਤੁਸੀਂ ਕੀ ਕਰਦੇ? ਕਹਿੰਦੇ ਮੈਂ ਤਾਂ ਵਿਹਲੀ। ਮੈਂ ਕਿਹਾ ਫਿਰ ਮੈਂ ਕੱਲ੍ਹ ਨੂੰ ਆ ਗਿਆ। ਇੱਦਾਂ ਸਾਡਾ ਮਿਲਾਪ ਹੈ। ਰੀਜ਼ਨ ਕੀ ਆ ਭਾਜੀ? ਕਿਆ ਬਾਤ। ਜਦੋਂ ਆਪਾਂ ਕਿਸੇ ਵੀ ਦੇਸ਼ ਦੀ ਗੱਲ ਕਰਦੇ, ਜਿੱਦਾਂ ਇੱਕ ਹੁਣ ਪਿੱਛੇ ਜਿਹੇ ਖਬਰ ਸੀਗੀ ਆਪਣੇ, ਜਿਹੜੀ ਪਹਿਲੀ ਕੈਨੇਡਾ ਦੇ ਵਿੱਚ ਔਰਤ ਗਈ ਸੀਗੀ, ਹਾਂਜੀ, ਹਰਨਾਮ ਕੌਰ ਜੀ, ਉਹ ਗਈ ਮੈਂ ਕਿਹਾ 1912 ਦੇ ਵਿੱਚ ਗਈ ਸੀ ਉੱਥੇ, ਪਹਿਲੀ ਵਾਰੀ ਗਈ ਇੱਦਾਂ ਹੀ ਕਿਸ਼ਤੀਆਂ ਥਾਣੀ ਹੈ ਨਾ, ਉੱਥੇ ਪਹੁੰਚੀ। ਫਿਰ ਉਹਨੂੰ ਪੁਲਿਸ ਨੇ ਫੜ ਲਿਆ ਉੱਥੇ। ਫਿਰ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੇ ਉਹਨੂੰ ਛਡਾਇਆ ਤੇ ਉਹ ਮਤਲਬ ਪਰ ਅੱਛਾ, ਮੈਂ ਕਹਿਣ ਦਾ ਕੀ ਮਤਲਬ ਆ ਕਿ ਉਹ ਪਹਿਲੀ ਔਰਤ ਸੀ, ਬੀਬੀ ਹਰਨਾਮ ਕੌਰ, ਜਿਹੜੀ ਕਿ ਕੈਨੇਡਾ ਦੇ ਵਿੱਚ ਪਹੁੰਚੀ। ਹਾਂ ਚਲੋ ਬਿਮਾਰ ਹੋ ਗਈ 1914 'ਚ, ਉਹਦੀ ਡੈਥ ਹੋ ਗਈ ਉੱਥੇ। ਅੱਛਾ, ਹੁਣ ਕਿੱਥੇ ਗੱਲ ਪਹੁੰਚੀ ਆ ਕਿ ਉਹਨੂੰ ਜਿਹੜਾ ਆਪਣੇ ਬੀਬੀ ਸਰਜੀਤ ਕੌਰ ਦੇ ਨਾਂ ਦੇ ਉੱਤੇ ਕੈਨੇਡਾ ਦੇ ਵਿੱਚ ਹਰਨਾਮ ਕੌਰ ਦੇ ਨਾਂ ਦੇ ਉੱਤੇ ਕੈਨੇਡਾ ਦੇ ਵਿੱਚ ਹਰਨਾਮ ਪਲਾਜ਼ਾ ਬਣਾਇਆ। ਵਾਹ ਜੀ ਵਾਹ। ਉਸ ਟਾਈਮ ਦੇ ਉੱਤੋਂ ਚਾਹੇ ਉਹ 2 ਸਾਲ ਗਈ, ਪਰ ਉਹਨਾਂ ਨੇ ਇੱਕ ਅੰਕਿਤ ਕਰ ਦਿੱਤੀ ਚੀਜ਼ ਕਿ ਮੈਂ ਪਹਿਲੀ ਸੀਗੀ, ਮੈਂ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਪਹਿਲੀ ਆਈ ਹਾਂ, ਹੈ ਨਾ। ਭਾਵੇਂ ਮੇਰਾ ਕਹਿਣ ਦਾ ਮਤਲਬ ਇੰਨਾ ਕਿ ਉਹ ਪਿੱਛੋਂ ਹੁਣ ਜਦੋਂ ਉਹਦਾ ਮੈਂ ਕੱਢਦਾ ਸੀਗਾ ਸਾਰਾ ਬਾਇਓਡਾਟਾ, ਉਹ ਪਿਸ਼ਾਵਰ ਤੋਂ ਆ। ਅੱਛਾ ਜੀ। ਭਾਵੇਂ ਉਦੋਂ ਅਣਵੰਡਿਆ ਪੰਜਾਬ ਕੋਈ ਗੱਲ, ਪਰ ਉਹਨਾਂ ਦਾ ਉਹ ਨਾਮ ਉੱਥੇ ਆ ਗਿਆ ਕਿ ਉਹ ਇੱਕ ਪਹਿਲੀ ਔਰਤ ਵਜੋਂ ਆ ਗਈ ਆ। ਹੁਣ ਆਪਾਂ ਇੱਥੋਂ ਦੀ ਗੱਲ ਕਰਦੇ, ਮੇਰੇ ਮਨ 'ਚ ਸੀਗਾ, ਮੈਂ ਜਿੰਨੀ ਵੀ ਉਦੋਂ ਤੱਕ ਦੀ ਇਕੱਠੀ ਕੀਤੀ, ਇਹ 2 ਸਾਲ ਪੁਰਾਣੀ ਗੱਲ ਆ, ਮੈਂ ਹਮੇਸ਼ਾ ਆਪਣੇ ਜਿਹੜੇ ਪੁਰਸ਼ ਸੀਗੇ ਬੰਦੇ ਦੀਆਂ ਕਹਾਣੀਆਂ ਨਿਕਲੀਆਂ ਸੀ, ਮੈਨੂੰ ਕਿਤੇ ਵੀ ਨਹੀਂ ਕੁਝ ਮਿਲਿਆ ਸੀਗਾ ਵੀ ਮਤਲਬ ਇਹਦਾ ਮਤਲਬ ਅਸੀਂ ਬੰਦੇ ਹੀ ਆਏ, ਕੋਈ ਆਪਣੀਆਂ ਮਾਤਾ ਆਈਆਂ ਹੀ ਨਹੀਂ ਇੱਥੇ। ਇਹ ਫਿਰ ਮੇਰੇ ਲਈ ਬਹੁਤ ਜ਼ਿਆਦਾ ਇੱਕ ਇੰਪੋਰਟੈਂਟ ਸੀਗੀ। ਤੇ ਮੈਂ ਫਿਰ ਨੈਕਸਟ ਡੇ ਜਾ ਕੇ ਆਂਟੀ ਨੂੰ ਮਿਲ ਕੇ ਉੱਥੇ, ਤੇ ਮੈਂ ਕਾਫੀ ਫੋਟੋ ਵਗੈਰਾ, ਈਵਨ ਕਿ ਜਿਹੜੀ ਬੁੱਕ ਦੇ ਵਿੱਚ ਵੀ ਲੱਗੀ, ਉਹ ਅਖਬਾਰ ਉਸ ਟਾਈਮ ਦੀ ਅਖਬਾਰ 'ਚ ਵੀ ਲੱਗਾ, ਦਾ ਆਸਟ੍ਰੇਲੀਅਨ ਅਖਬਾਰ ਸੀਗੀ ਜਿਹੜੀ, ਉਹ ਵੀਕਲੀ ਰਿਵਿਊ ਲੱਗਦਾ ਸੀ, ਉਹਦੇ ਵਿੱਚ ਉਹਨਾਂ ਨੇ ਫਿਰ ਪ੍ਰੋਪਰ ਉਹਨਾਂ ਦਾ ਲਾਇਆ ਸੀ ਵੀ ਕੌਣ ਹੈਗੇ ਆ, ਕਿੱਦਾਂ ਆਏ ਆ ਇੱਥੇ। ਤੇ ਮੇਰੇ ਖਿਆਲ 'ਚ ਇਹ ਸਭ ਤੋਂ ਵੱਡੇ ਮਾਣ ਦੀ ਗੱਲ ਹੈ, ਵੱਡੀ ਗੱਲ ਹੈ ਜੀ। ਔਰ ਮੇਰੇ ਖਿਆਲ ਨਾਲ ਜਦੋਂ ਤੁਸੀਂ ਜਦੋਂ ਕੋਈ ਫਿਲਮ ਦੇਖ ਰਹੇ ਹੁੰਦੇ ਹੋ, ਜਦੋਂ ਕੋਈ ਇਸ ਤਰ੍ਹਾਂ ਦੀ ਕੋਈ ਟੈਲੀ ਸੀਰੀਜ਼ ਦੇਖ ਰਹੇ ਹੁੰਦੇ ਤਾਂ ਉਹਦੇ 'ਚ ਇੱਕ ਸੈਂਟਰਲ ਕਰੈਕਟਰਸ ਹੁੰਦੇ ਨੇ, ਫੀਮੇਲ ਸੈਂਟਰਲ ਕਰੈਕਟਰ। ਮੇਰੇ ਖਿਆਲ ਨਾਲ ਤੁਹਾਡੀ ਕਿਤਾਬ ਦੇ ਸੈਂਟਰਲ ਫੀਮੇਲ ਕਰੈਕਟਰਸ ਬੀਬੀ ਸਰਜੀਤ ਕੌਰ। ਬਿਲਕੁਲ। ਸੋ ਇਸ ਬਾਰੇ ਆਪਾਂ ਅੱਗੇ ਵੀ ਚੱਲ ਕੇ ਗੱਲ ਕਰਦੇ ਹਾਂ, ਕਾਲਸ ਵੀ ਲਵਾਂਗੇ ਜੀ, ਅਤੇ ਤੁਹਾਡੇ ਸੁਨੇਹੇ ਵੀ ਲਵਾਂਗੇ। ਇਸ ਦੌਰਾਨ 2-3 ਸੁਨੇਹੇ ਆਏ ਪਹਿਲਾਂ, ਉਹਨਾਂ ਦੇ ਉੱਤੇ ਸਾਂਝ ਪਾ ਲਈਏ, ਅਤੇ ਫਿਰ ਆਪਾਂ ਬ੍ਰੇਕ 'ਤੇ ਜਾਵਾਂਗੇ ਹਰਕਿਤ ਭਾਜੀ, ਅਤੇ ਫਿਰ ਉਹਨਾਂ 'ਤੇ ਵੀ ਗੱਲ ਕਰਾਂਗੇ। ਗੁਰਪ੍ਰੀਤ ਬਰਾੜ ਜੀ ਨੇ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਈ ਹੈ ਜੀ, ਅਤੇ ਕਹਿੰਦੇ ਆਈ ਰੀਅਲੀ ਨੀਡ ਬੁੱਕ, ਆਈ ਐਮ ਵੇਟਿੰਗ ਫਰੋਮ ਅਕਤੂਬਰ, ਪਲੀਜ਼ ਅਪਡੇਟ ਮੀ। ਅਤੇ ਆਈ ਆਲਸੋ ਪੇਡ ਪੋਸਟੇਜ ਚਾਰਜਿਸ। ਭਾਜੀ ਜੇ ਪੋਸਟੇਜ ਚਾਰਜ ਪੇ ਕਰਤੇ, ਤੁਸੀਂ ਸਾਨੂੰ ਇੱਕ ਵਾਰ ਦੱਸੋ ਜ਼ਰੂਰ, ਅਤੇ ਆਪਾਂ ਗੱਲ ਕਰ ਲੈਂਦੇ ਹਾਂ। ਅਤੇ ਵੈਸੇ ਜੇ ਤੁਸੀਂ ਸਿਡਨੀ ਤੋਂ ਹੈਗੇ ਹੋ ਤਾਂ ਫਿਰ ਤੁਸੀਂ ਰੇਡੀਓ ਹਾਂਜੀ ਦੇ ਸਿਡਨੀ ਸਟੂਡੀਓ ਤੋਂ ਆ ਕੇ ਲੈ ਸਕਦੇ ਹੋ। ਮੈਲਬਨ ਤੋਂ ਹੈਗੇ ਹੋ ਤਾਂ ਰੇਡੀਓ ਹਾਂਜੀ ਦੇ ਮੈਲਬਨ ਸਟੂਡੀਓ ਤੋਂ ਹਾਸਲ ਕਰ ਸਕਦੇ ਹੋ। ਬ੍ਰਿਸਬੇਨ ਦੇ ਵਿੱਚ ਵੀ ਇਹ ਪੁੱਛਦੀਆਂ ਕਰਦੀਆਂ। ਅਸੀਂ ਇਸ ਪ੍ਰੋਗਰਾਮ ਦੇ ਅੰਤ ਦੇ ਵਿੱਚ ਸਾਰੀਆਂ ਜਾਣਕਾਰੀਆਂ ਦੇਵਾਂਗੇ ਕਿਤਾਬ ਦੇ ਨਾਲ ਰਿਲੇਟਡ। ਪਰ ਮੋਟੀ ਜੀ ਜਾਣਕਾਰੀ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਦਾ ਕਿ ਤੁਸੀਂ ਜਦੋਂ ਤੁਰੇ ਸੀ ਪੇਜ ਦੇ ਉੱਤੇ, ਫੇਸਬੁੱਕ ਦੇ ਉੱਤੇ ਜਾਣਾ ਹੈ ਜੀ। ਸੋ ਜਦੋਂ ਤੁਸੀਂ ਫੇਸਬੁੱਕ ਦੇ ਉੱਤੇ ਸਰਚ ਕਰਦੇ ਹੋ, ਸਰਚ ਬਟਨ 'ਚ JADOTURESI, ਸੋ ਜਦੋਂ ਤੁਰੇ ਸੀ ਸਰਚ ਕਰਕੇ ਤੁਹਾਨੂੰ ਇਹ ਪੇਜ ਦਾ ਪਤਾ ਨਿਕਲੇਗਾ। ਪੇਜ ਦੇ ਪਤੇ ਦੇ ਉੱਤੇ ਸਾਰੀਆਂ ਜਾਣਕਾਰੀਆਂ ਦਿੱਤੀਆਂ ਹੋਈਆਂ, ਫ਼ੋਨ ਨੰਬਰ, ਈਮੇਲ, ਬਕਾਇਦਾ ਐਵਰੀਥਿੰਗ। ਔਰ ਜਿਹੜਾ ਤੁਹਾਡਾ ਮਸਲਾ ਹੈ ਪੋਸਟੇਜ ਚਾਰਜ ਵਾਲਾ, ਇਹਦੇ ਬਾਰੇ ਵੀ ਆਪਾਂ ਜ਼ਰੂਰ ਵਿਚਾਰ ਕਰਦੇ ਹਾਂ। ਜੇ ਵੇਲਾ ਲੱਗਦਾ ਪ੍ਰੋਗਰਾਮ ਦੌਰਾਨ ਜਾਂ ਪ੍ਰੋਗਰਾਮ ਤੋਂ ਬਾਅਦ, ਕਾਲ ਜ਼ਰੂਰ ਕਰ ਲਿਓ 0472 64 16 74 0472641674। ਰੇਡੀਓ ਹਾਂਜੀ ਦੇ ਫੇਸਬੁੱਕ ਪੇਜ 'ਤੇ ਵੀ ਮੈਸੇਜ ਭੇਜੇ ਜਾ ਸਕਦੇ, facebook.com/ਹਾਂਜੀ ਸਿਡਨੀ। ਜਾਇਓ ਕਿਤੇ ਨਾ, ਕਿਉਂਕਿ ਜਦ ਅਸੀਂ ਗੱਲ ਇਹ ਕਰਤੀ ਹੈ ਕਿ ਸੈਂਟਰਲ ਕਿਰਦਾਰ ਇਸ ਕਿਤਾਬ ਦਾ ਬੀਬੀ ਸੁਰਜੀਤ ਕੌਰ ਜੀ ਨੇ, ਇੱਕ ਫੀਮੇਲ ਸੈਂਟਰਲ ਕਿਰਦਾਰ ਨੇ। ਸੋ ਉਹਨਾਂ ਨੂੰ ਖੁਦ ਰੂਬਰੂ ਤੁਹਾਡੇ ਰਾਹੀਂ ਕਰਾਂਗੇ, ਤੁਹਾਡੇ ਤੱਕ ਕਰਾਂਗੇ ਜੀ, ਫੋਨ ਵਾਰਤਾ ਰਾਹੀਂ। ਬੀਬੀ ਸੁਰਜੀਤ ਕੌਰ ਜੀ ਸਾਡੇ ਨਾਲ ਅਗਲੇ ਹਿੱਸੇ ਦੇ ਵਿੱਚ ਹੋਣਗੇ ਜੀ। ਛੋਟੀ ਜੀ ਬ੍ਰੇਕ ਲੈ ਲਈ ਹਰਕਿਤ ਭਾਜੀ, ਤੇ ਫਿਰ ਵਾਪਸ ਆਉਂਦੇ ਹਾਂ ਜੀ। ਇੱਕ ਕਾਲ ਵੀ ਆਈ ਸੀ 473, ਉਹ ਕੱਟ ਗਏ ਨੇ, ਪਰ ਉਮੀਦ ਕਰਦੇ ਹਾਂ ਤੁਸੀਂ ਅਗਲੇ ਹਿੱਸੇ ਦੇ ਵਿੱਚ ਹਲੇ ਨਾ ਕਰਿਓ ਜੀ, ਕਿਉਂਕਿ ਬੀਬੀ ਜੀ ਹੋਰਾਂ ਦੇ ਨਾਲ ਗੱਲਬਾਤ ਕਰਨੀ ਹੈ। ਤਾਂ ਫਿਰ ਉਸ ਤੋਂ ਬਾਅਦ ਆਖਰੀ ਸੈਕਸ਼ਨ ਦੇ ਵਿੱਚ ਜੇ ਕਾਲਸ ਕਰਨੀਆਂ ਨੇ ਤਾਂ ਗੱਲ ਕਰਨੀ ਹੈ ਇਸ ਕਿਤਾਬ ਬਾਰੇ ਤਾਂ ਜ਼ਰੂਰ ਕਰ ਲਿਓ। ਵੈਸੇ ਇੱਕ ਹੋਰ ਐਕਸਕਿਊਜ਼ ਜਾਂ ਮਾਫੀ ਮੈਂ ਕਹਿ ਦੇਵਾਂ,
ਅੱਜ ਦੇ ਪ੍ਰੋਗਰਾਮ 'ਚ ਭਾਜੀ ਆਪਾਂ ਫੇਸਬੁੱਕ ਲਾਈਵ ਨਹੀਂ ਕਰ ਸਕੇ ਹੈਗੇ। ਸੋ ਅੱਗੇ ਨੂੰ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਜਦੋਂ ਖਾਸ ਤੌਰ 'ਤੇ ਸਾਡੇ ਕੋਲ ਕਿਰਦਾਰ ਵੀ ਸਟੂਡੀਓ ਦੇ ਵਿੱਚ ਹੋਣਗੇ ਜਿਹੜੇ ਸਿਡਨੀ ਵਾਲੇ ਜਾਂ ਆਲੇ ਥਾਲੇ, ਅਸੀਂ ਕੋਸ਼ਿਸ਼ ਕਰਿਆ ਕਰਾਂਗੇ। ਕਿਤਾਬ ਦੇ ਉੱਤੇ ਜਿੰਨੀ ਮਿਹਨਤ ਕੀਤੀ ਉਨੀ ਮਿਹਨਤ ਮੈਂ ਇਸ ਪ੍ਰੋਗਰਾਮ 'ਤੇ ਨਹੀਂ ਕਰ ਰਿਹਾ, ਸੋ ਮੈਨੂੰ ਲੱਗਦਾ ਕਿ ਉਹਦੇ ਨਾਲ ਜਸਟੀਫਾਈ ਨਹੀਂ ਹੋ ਰਿਹਾ, ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਕਿਤਾਬ ਨੂੰ ਲਾਈਵ ਤੁਹਾਡੇ ਤੱਕ ਲੈ ਕੇ ਆ ਸਕੀਏ। ਉਹਨਾਂ ਕਿਤਾਬ ਦੇ ਕਿੱਸਿਆਂ ਦੇ ਵਿੱਚੋਂ ਇੱਕ ਇਹ ਕਿੱਸਾ ਸੀਗਾ ਜੀ। ਸੁਣਦੇ ਰਹੋ ਰੇਡੀਓ ਹਾਂਜੀ 1674। ਬ੍ਰੇਕ ਤੋਂ ਬਾਅਦ ਹੁੰਨੇ ਹਾਜ਼ਰ ਤੇ ਫਿਰ ਬੀਬੀ ਸੁਰਜੀਤ ਕੌਰ ਹੋਰਾਂ ਦੇ ਨਾਲ ਕਰਦੇ ਹਾਂ ਜੀ ਆਪਾਂ ਗੱਲ। ਜੀ ਪ੍ਰੋਗਰਾਮ ਜਦੋਂ ਤੁਰੇ ਸੀ ਦੇ ਵਿੱਚ ਇੱਕ ਵਾਰ ਫਿਰ ਤੋਂ ਕਰਦੇ ਹਾਂ ਜੀ ਤੁਹਾਡਾ ਸਵਾਗਤ ਹੈ ਇਸ ਬ੍ਰੇਕ ਤੋਂ ਬਾਅਦ। ਜੀ ਆਇਆਂ ਨੂੰ। ਔਰ ਅੱਜ ਇਸ ਪ੍ਰੋਗਰਾਮ ਦੀ ਜਦੋਂ ਪਹਿਲੀ ਕਿਸ਼ਤ ਅਸੀਂ ਪੇਸ਼ ਕਰ ਰਹੇ ਹਾਂ ਜੀ, ਔਰ ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆ ਰਿਹਾ ਹੋਏਗਾ। ਵੈਸੇ ਇਸ ਦੌਰਾਨ ਬਹੁਤ ਸਾਰੀ ਫੀਡਬੈਕ ਸਾਡੇ ਤੱਕ ਆ ਵੀ ਗਈ ਹੈ। ਹਰਕਿਰਤ ਭਾਜੀ ਆਪਾਂ ਫੀਡਬੈਕ ਅੱਗੇ ਚੱਲ ਕੇ ਕਰਦੇ ਹਾਂ ਸਾਂਝੀ, ਜਿਨ੍ਹਾਂ ਨੇ ਸੁਨੇਹੇ ਵੀ ਘੱਲਣੇ ਨੇ, ਜਿਨ੍ਹਾਂ ਨੇ ਕਾਲਸ ਵੀ ਕਰਨੀ ਅੱਗੇ ਚੱਲ ਕੇ। ਪਰ ਇਸ ਵਕਤ ਬੜੀ ਇੰਪੋਰਟੈਂਟ ਜਿਹੜੀ ਗੱਲ ਅਸੀਂ ਇਸ ਸੈਗਮੈਂਟ ਦੇ ਵਿੱਚ ਕਰਨ ਜਾ ਰਹੇ ਹਾਂ, ਜਿਹੜੀ ਬ੍ਰੇਕ ਤੋਂ ਪਹਿਲਾਂ ਅਸੀਂ ਅਨਾਊਂਸ ਕਰਕੇ ਗਏ ਸੀਗੇ ਕਿ ਬੀਬੀ ਸੁਰਜੀਤ ਕੌਰ ਹੋਰੀ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਹੈਗੇ ਇਸ ਵਕਤ ਕੈਨਬਰਾ ਤੋਂ ਨੇ। ਅਤੇ ਆਓ ਪਹਿਲਾਂ ਆਂਟੀ ਜੀ ਉਹਨਾਂ ਦਾ ਕਰਦੇ ਹਾਂ ਜੀ ਸਵਾਗਤ। ਵੀ ਜੀ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਬੇਟੇ। ਹਾਂਜੀ ਰੇਡੀਓ ਤੇ ਕੰਮ ਕਰਨ ਵਾਲੇ ਸਾਰੇ ਸਟਾਫ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ ਆਸ਼ੀਰਵਾਦ। ਪਹਿਲਾਂ ਤਾਂ ਇਹ ਦੱਸੋ ਜੀ ਕਿ ਆਵਾਜ਼ ਠੀਕ ਜਾ ਰਹੀ ਹੈ ਕੈਨਬਰਾ ਤੱਕ ਸਾਡੀ? ਬਿਲਕੁਲ ਠੀਕ ਆ, ਬਿਲਕੁਲ ਠੀਕ ਆ ਬੇਟੇ। ਇਹ ਫਿਰ ਪ੍ਰਧਾਨ ਮੰਤਰੀ ਸਾਹਿਬ ਸੁਣਦੇਗਾ ਤਾਂ ਨਹੀਂ ਸਾਡੀ ਗੱਲ? ਚਲੋ ਆਂਟੀ ਸਿਹਤ ਠੀਕ ਆ ਤੁਹਾਡੀ? ਸਿਹਤ ਵੀ ਥੋੜੀ ਜਿਹੀ ਨਸਾਜ ਹੋਈ ਪਈ ਸੀ? ਹਾਂ ਥੋੜਾ ਸੀ, ਪਰ ਹੁਣ ਠੀਕ ਆ। ਉਮਰ ਦੇ ਹਿਸਾਬ ਨਾਲ ਮੈਂ ਬਹੁਤ ਠੀਕ ਹਾਂ। ਤੁਹਾਡੀਆਂ ਤਰੱਕੀਆਂ ਦੇਖ ਕੇ, ਤੁਹਾਡੀਆਂ ਆਵਾਜ਼ਾਂ ਸੁਣ ਕੇ ਹੋਰ ਵੀ ਠੀਕ ਹੋ ਰਹੀਆਂ। ਚਲੋ ਠੀਕ ਆ ਜੀ ਫਿਰ ਤਾਂ। ਅੱਛਾ ਇੱਕ ਨਾ ਅਸੀਂ ਜਦੋਂ ਕਿੱਸਾ ਸਾਂਝਾ ਕਰ ਰਹੇ ਸੀ, ਜਿਹੜਾ ਹਰਕਿਰਤ ਭਾਜੀ ਨੇ ਆਪਣੀ ਕਲਮਬੱਧ ਵੀ ਕੀਤਾ ਤੁਹਾਡਾ ਇਹ ਕਿੱਸਾ, ਸੋ ਉਹਦੀ ਅਸੀਂ ਗੱਲ ਕਰ ਰਹੇ ਸੀਗੇ ਕਿ 1964 ਦਾ ਸਾਲ ਸੀਗਾ ਜਦੋਂ ਤੁਸੀਂ ਆਸਟ੍ਰੇਲੀਆ ਆ ਗਏ ਸੀ। ਅਤੇ ਅਸੀਂ ਜਿਸ ਤਰ੍ਹਾਂ ਜਿਹੜੀਆਂ ਤੁਹਾਡੀਆਂ ਸ਼ੁਰੂਆਤੀ ਮੁਲਾਕਾਤਾਂ ਹੋਈਆਂ ਸੰਦਰ ਭਾਜੀ ਉਹਨਾਂ ਦੇ ਨਾਲ, ਅਤੇ ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਉਸ ਵਕਤ ਬੁਲਗੁਲਗੇ ਇਲਾਕੇ ਦੇ ਹਾਲਾਤ ਸੀਗੇ ਜਾਂ ਕਿਸ ਤਰ੍ਹਾਂ ਬਿਆਬਾਨ ਹੋਏ ਇਲਾਕੇ। ਵੈਸੇ ਪਹਿਲੋਂ ਮੈਂ ਜਦੋਂ ਆਈ ਹਾਂ ਮਲੰਬੇ ਆਈ ਸੀ, ਤੇ ਮਲੰਬੇ ਤੋਂ ਫਿਰ ਬੁਲਗੁਲਗੇ ਗਈ ਹਾਂ। ਮਲੰਬਾ ਬੁਲਗੁਲਗੇ ਨਾਲੋਂ ਵੀ ਬਿਲਕੁਲ, ਬੁਲਗੁਲਗਾ ਛੋਟਾ ਜਿਹਾ ਕੰਟਰੀ ਸਾਈਡ ਦਾ ਟਾਊਨ ਆ, ਛੋਟਾ ਜਿਹਾ ਹੈ ਨਾ। ਅੱਛਾ ਜੀ। ਤੇ ਜਿਹੜਾ ਮਲੰਬੇ ਦੇ ਵਿੱਚ ਸੀ, ਕੰਟਰੀ ਦੇ ਬਾਹਰ ਖੇਤਾਂ ਦੇ ਵਿੱਚ ਘਰ ਸੀਗੇ। ਓਕੇ। ਤੇ ਉਹ ਬਿਲਕੁਲ ਹੀ ਕੱਲੇ ਘਰ ਸੀ, ਕੋਈ ਆਲੇ ਦੁਆਲੇ ਆਵਾਜ਼ ਨਹੀਂ ਸੀ, ਕੋਈ ਫੋਨ ਨਹੀਂ ਸੀ, ਕੋਈ ਕੁਛ ਨਹੀਂ ਸੀਗਾ ਹਨਾ। ਤੇ ਉਸ ਵੇਲੇ ਨਾ ਪਾਣੀ ਸੀਗਾ ਸਾਡੇ ਮੀਂਹ ਦਾ, ਤੇ ਟੈਂਕ ਲਾਏ ਹੋਏ ਸੀ, ਬਾਹਰੋਂ ਟੈਂਕ ਭਰੇ ਹੁੰਦੇ ਸੀ, ਟੈਂਕਾਂ ਚੋਂ ਪਾਣੀ ਲਿਆ ਕੇ ਅੰਦਰ ਵਰਤ ਲਈਦਾ ਸੀਗਾ। ਸੋ ਇਹੋ ਜਿਹੀਆਂ ਗੱਲਾਂ ਸੀ। ਤੇ ਜਿਹੜੀ ਸੀਗੀ ਟਾਇਲਟ ਵਗੈਰਾ ਆਪੇ ਟੀਨਾਂ ਦੀ ਬਣਾਈ ਹੋਈ ਸੀਗੀ, ਤੇ ਬਾਹਰ ਤੋਂ ਹੁੰਦੀ ਸੀਗੀ। ਵੱਡਾ ਘਰ ਸੀ, ਉੱਥੋਂ ਦੀ ਜਾਣਾ ਬੜਾ ਡਰ ਲੱਗਣਾ, ਕਿਉਂਕਿ ਪਹਿਲਾਂ ਇਦਾਂ ਦਾ ਦੇਖਿਆ ਨਹੀਂ ਸੀ। ਮੈਂ ਪਹਿਲੋਂ ਟੀਚਰ ਸੀ ਇੰਡੀਆ, ਤੇ ਉੱਥੋਂ ਫਿਰ ਜਦੋਂ ਮੈਂ ਆਈ ਹਾਂ ਤੇ ਇੱਥੇ ਖੁਆਬ ਕੁਛ ਹੋਰ ਲੈ ਕੇ ਬੰਦਾ ਆਉਂਦਾ, ਪਰ ਅੱਗੋਂ ਕੁਛ ਹੋਰ ਹੁੰਦਾ। ਪਰ ਕੋਈ ਗੱਲ ਨਹੀਂ, ਮੈਂ ਖੁਸ਼ ਸੀ ਕਿਉਂਕਿ ਮੈਂ ਆਪਣੇ ਹਸਬੈਂਡ ਦੇ ਨਾਲ ਇੱਥੇ ਰਹਿ ਰਹੀ ਸੀ। ਆਂਟੀ ਜੀ ਇੱਥੇ ਸੱਪ ਵੀ ਹੁੰਦੇ ਭਲਾ? ਜਿੱਦਾਂ ਘਾਹ ਸੀਗਾ? ਹਾਏ ਮੈਂ ਆਪ ਖੁਦ ਮਾਰਿਆ। ਮੈਂ ਬੇਟੇ ਸੱਪ ਮਾਰੇ ਆ ਜਦੋਂ ਮੈਂ ਸਪਰੇਅ ਦੀਆਂ ਬਾਲਟੀਆਂ ਭਰੀਆਂ, ਜਿੱਦਾਂ ਵੇਚਣ ਵਾਲੇ ਮਰੂੰਡਾ ਵੇਚਣ ਵਾਲਿਆਂ ਦੀ ਬਹਿੰਗੀ ਨਹੀਂ ਹੁੰਦੀ ਸੀ, ਏਦਾਂ ਦੀ ਬਹਿੰਗੀ ਦੇ ਦੋਨੀ ਪਾਸੇ ਬਾਲਟੀਆਂ ਲਟਕਾਈਆਂ ਹੁੰਦੀ ਸੀ, ਕੁੰਡੀਆਂ ਦੇ ਵਿੱਚ ਪਾਣੀ ਦੀਆਂ ਭਰੀਆਂ ਆ। ਇੱਕ ਥਾਂ ਤੋਂ ਭਰ ਕੇ ਫਿਰ ਮੈਂ, ਜਿੱਥੇ ਮੇਰਾ ਹਸਬੈਂਡ ਸਪਰੇਅ ਕਰਦਾ ਸੀ, ਮੈਂ ਉਹਨਾਂ ਦੇ ਵਿੱਚ ਪਾਉਣ ਜਾਂਦੀ ਸੀ ਪਾਣੀ, ਚੱਲਦੀ ਤਾਂ ਕਿ ਬੰਦ ਨਾ ਕਰਨੀ ਪਵੇ, ਮੁੜ ਕੇ ਨਾ ਮਸ਼ੀਨ ਚਲਾਉਣੀ ਪਵੇ। ਤੇ ਰਸਤੇ ਦੇ ਵਿੱਚ ਮੈਨੂੰ 7 ਰੰਗਾ ਸੱਪ ਮਿਲਿਆ। ਹੁਣ ਮੈਂ ਕਹਾਂ ਬਾਲਟੀਆਂ ਛੱਡਾਂ ਜਾਂ ਮੈਂ ਕੀ ਕਰਾਂ ਹਨਾ। ਤੇ ਮੈਂ ਇੱਕ ਪਾਸੇ ਦੀ, ਉਹ ਕਹਿੰਦੇ ਬਹੁਤ ਕਹਾਣੀਆਂ ਲੰਮੀਆਂ ਚੌੜੀਆਂ ਨੇ, ਬੱਚੇ ਮੇਰੇ ਕਿਵੇਂ ਮੈਂ ਪਾਏ ਤੇ ਕਿਵੇਂ ਕੀ ਆਪਾਂ ਦੇਖੇ, ਜਿਹੜੇ ਮੈਂ ਕਦੇ ਸੁਣੇ ਨਹੀਂ ਸੀ। ਸੱਪ ਮੈਂ ਆਪ ਮਾਰਿਆ। ਮੈਂ ਪਾਣੀ ਲੈਣ ਗਈ ਬਾਹਰ, ਟੈਂਕ ਦੇ ਵਿੱਚ ਠੰਡੇ ਥਾਂ ਬੈਠਾ, ਤੇ ਮੈਂ ਉੱਥੇ ਬੋਰੀ ਸੁੱਟੀ ਸੀ, ਮੈਂ ਉੱਥੇ ਪੈਰ ਰੱਖਣ ਲੱਗੀ ਤੇ ਮੈਨੂੰ ਪੂਛ ਦਿਸ ਪਈ। ਮੈਂ ਅੰਦਰੋਂ ਫਿਰ ਸ਼ੈਵਲ ਲਗਾਈ ਤੇ ਉਹਦੇ ਨਾਲ ਮੈਂ ਉਹਨੂੰ ਮਾਰਿਆ ਤੇ ਉਹ ਪਿੱਛੋਂ ਫਟੀ ਹੋ ਸੀਗੀ ਉਹਦੀ ਹੈਂਡਲ ਨੇ ਮੈਨੂੰ ਚੁੰਡੀ ਮਾਰੀ, ਮੇਰਾ ਹੱਥ ਫੜ ਲਿਆ। ਮੈਂ ਕਿਹਾ ਵੀ ਮੈਂ ਮਾੜਾ ਕੰਮ ਕਰਦੀ ਹੋਣੀ ਆ। ਮੈਂ ਲੱਗਦੇ ਹੱਥ ਦੂਜੀ ਫੇਰ ਮਾਰੀ ਤਾਂ ਆਪਣਾ ਹੱਥ ਖਿੱਚ ਲਿਆ ਵਿੱਚੋਂ, ਪਰ ਮੈਂ ਉਹਦਾ ਮੂੰਹ ਜਿਹੜਾ ਸੀ ਉਹ ਬੋਰੀ ਦੇ ਥੱਲੇ ਸੀ, ਪਰ ਮੈਂ ਮਾਰ ਦਿੱਤਾ। ਆਉਂਦੇ ਸਾਹਬ ਲਈ ਮੈਂ ਮੋਹਰੇ ਆਪਣੇ ਦਰਵਾਜ਼ੇ ਦੇ ਲੰਮਾ ਪਾਤਾ। ਤੇ ਆ ਕੇ ਡਰੇ ਤਾਂ ਸਹੀ, ਘੱਟੋ ਘੱਟ ਭਾਵੇਂ ਮਰੇ।
ਉਹ ਲੋਕੀ ਸ਼ੇਰ ਮਾਰ ਕੇ ਆਪਣੇ ਘਰ ਤੇ ਟੰਗਦੇ ਨੇ। ਜ਼ਿੰਦਗੀ 'ਚ ਬੜੇ ਹੈਪਨ ਹੋਏ ਹੈ। ਸ਼ੈਡ ਵਿੱਚ ਸ਼ੈਡ ਵਿੱਚ ਬਸ ਏਦਾਂ ਬੱਚੇ ਸਵਾ ਕੇ ਜਾਣਾ, ਉੱਤੇ ਸੱਪ ਲਟਕਦੇ ਹੋਣੇ, ਬਹੁਤ ਕੁਛ ਹੋਇਆ, ਬਹੁਤ ਕੁਛ ਦੇਖਿਆ। ਪਰ ਸਭ ਕੁਛ ਬਹੁਤ ਕੁਛ ਹੋਇਆ। ਹਾਂ, ਤੇ ਜੋਕਾਂ ਦੇਖੀਆਂ, ਚਿਚੜੀਆਂ ਦੇਖੀਆਂ, ਸੱਪ ਦੇਖੇ, ਕੀ ਨਹੀਂ ਦੇਖਿਆ, ਇਹ ਸਭ ਕੁਛ ਹੈ। ਪਰ ਫੇਰ ਵੀ ਇੱਕ ਚੀਜ਼ ਜ਼ਰੂਰ ਆ ਕਿ ਇਸ ਮੁਲਕ ਦੇ ਵਿੱਚ ਇਮਾਨਦਾਰੀ, ਇਨਸਾਨੀਅਤ ਤੇ ਹਮਦਰਦੀ, ਰਹਿਮ ਦਿਲੀ, ਇਹ ਤਿੰਨ ਚੀਜ਼ਾਂ ਮੈਂ ਜ਼ਰੂਰ ਦੇਖੀਆਂ ਜਦੋਂ ਮੈਂ ਆਈ ਹਾਂ। ਇਹ ਜਿਹੜੀ ਜਦੋਂ ਚੀਜ਼ਾਂ ਲੈ ਕੇ ਮਤਲਬ ਉਸ ਵੇਲੇ ਓਦਾਂ ਹੀ ਰੱਖ ਦਿੰਦੇ ਸੀ, ਕਦੇ ਦਰਵਾਜ਼ੇ ਬੰਦ ਨਹੀਂ ਸੀ ਕੀਤੇ, ਕਦੇ ਜਿੰਦਾ ਨਹੀਂ ਸੀ ਲਾਇਆ। ਤੇ ਜਿੱਥੇ ਸਾਡਾ ਸਮਾਨ ਸਾਰਾ ਰਾਸ਼ਨ ਦਾ ਆਉਂਦਾ ਸੀਗਾ, ਉਹ ਵੱਡੇ ਸਾਰੇ ਟਰੱਕ ਨੇ, ਕਿਉਂਕਿ ਇਹ ਤਾਂ ਚਲੇ ਜਾਂਦੇ ਸੀਗੇ 7 ਦਿਨ ਦਾ ਟਰੱਕ ਸਾਰਾ ਸਮਾਨ ਲੈ ਕੇ ਸਿੱਟਦਾ ਸੀ। ਉਹਦੇ ਵਿੱਚ ਹੀ ਪਿਆ ਰਹਿਣਾ, ਬਾਕੀ ਪੈਸੇ ਵੀ ਉਹਦੇ ਵਿੱਚ ਪੈ ਰਹਿਣੇ। ਅਸੀਂ ਉੱਥੇ ਰੱਖ ਦੇਣੀ, ਲਿਖ ਕੇ ਚੀਜ਼ ਪਿਆ ਸਾਡੀ ਚੱਕ ਲਿਆ, ਉਹਨੇ ਉਹਦੇ ਵਿੱਚ ਪਾ ਕੇ ਸਾਡੇ ਬਾਕਸ ਵਿੱਚ ਰੱਖ ਦੇਣੀ। ਕਿਸੇ ਨੇ ਨਹੀਂ ਚੱਕਣੀ ਬ੍ਰੈਡ, ਕਿਸੇ ਨੇ ਨਹੀਂ ਚੱਕਣਾ ਦੁੱਧ, ਕਿਸੇ ਨੇ ਨਹੀਂ ਚੱਕਣੀਆਂ ਹੋਰ, ਨਾ ਬਾਕੀ ਪੈਸੇ ਬਚਦੇ। ਹੁਣ ਤਾਂ ਆਂਟੀ ਜੀ ਘਰੋਂ ਹੀ ਚੱਕ ਕੇ ਲੈ ਜਾਂਦੇ ਸਮਾਨ। ਹੁਣ ਤਾਂ ਚੋਰੀ, ਹੁਣ ਤਾਂ ਸਾਡੇ ਆਪਣੇ ਕਈ ਵਾਰੀ ਹੋ ਚੁੱਕੀ ਮੇਰੀ ਬੇਟੀ ਦੇ। ਸੋ ਇਸ ਕਰਕੇ ਇਸ ਦਿਲ ਤੋਂ ਇਹ ਬੰਦੇ ਬਹੁਤ ਨੇਕ ਨੇ। ਤੇ ਬਾਕੀ ਹਾਂ, ਮੁਸ਼ਕਿਲਾਂ ਸੀ ਕਿਉਂਕਿ ਇਹਨਾਂ ਦੀ ਉਨੀ ਤਰੱਕੀ ਨਹੀਂ ਸੀ ਹੋਈ ਇਸ ਮੁਲਕ ਦੀ, ਤੇ ਸਪੈਸ਼ਲੀ ਕੰਟਰੀ ਸਾਈਡ ਤੇ ਬਿਲਕੁਲ ਹੀ ਨਹੀਂ ਸੀ। ਇਹ ਤਾਂ ਆਂਟੀ ਜੀ ਹੈ ਕਿ ਜਿੰਨੀ ਤੁਸੀਂ ਘਾਲਣਾ ਘਾਲੀ ਆ, ਪਰ ਉਹਦਾ ਬੈਨੀਫਿਟ ਹੁਣ ਸਾਨੂੰ ਹੋ ਰਿਹਾ ਕਿ ਤੁਸੀਂ ਇਹੋ ਜਿਹੀਆਂ ਲੀਹਾਂ ਬਣਾਤੀਆਂ। ਹੁਣ ਗੋਰਿਆਂ ਦੇ ਵਿੱਚ ਵੀ ਪਤਾ ਲੱਗ ਗਿਆ ਕਿ ਤੁਸੀਂ ਇਹ ਲੋਕ ਇਮਾਨਦਾਰ ਆ, ਹੈ ਨਾ, ਜਾਂ ਚੰਗੇ ਆ। ਉਹਨਾਂ ਨੇ ਉਸ ਹਿਸਾਬ ਦੇ ਨਾਲ ਸਾਨੂੰ ਵੀ ਸੱਦਣਾ ਸ਼ੁਰੂ ਕੀਤਾ। ਇਹ ਵੀ ਪਤਾ ਲੱਗ ਗਿਆ ਕਿ ਅਸੀਂ ਮਿਹਨਤੀ ਵੀ ਕਿੰਨੇ। ਜੀ ਬਿਲਕੁਲ ਬਿਲਕੁਲ, ਹਨਾ। ਕਿੱਥੋਂ ਆ ਕੇ ਇੱਥੋਂ ਦੇ ਲੋਕ ਜਿਹੜੇ ਆ ਉਹ ਕਿਵੇਂ ਆਪਣੀ ਜ਼ਿੰਦਗੀ ਬਤੀਤ ਕਰਦੇ। ਸਾਡਾ ਜਿਹੜਾ ਤਰੀਕਾ ਉਹ ਡਿਫਰੈਂਟ ਆ ਉਹਨਾਂ ਦਾ। ਅਸੀਂ ਪਹਿਲਾਂ ਘਰ ਮੰਗਦੇ ਆ, ਸਭ ਤੋਂ ਪਹਿਲਾਂ ਕੁੱਲੀ ਗੁੱਲੀ ਜੁਲੀ ਤਿੰਨ ਜਿਹੜੇ ਮਸਲੇ ਆ ਇਹਨਾਂ ਨੂੰ ਹੱਲ ਕਰਦੇ ਆ, ਹਨਾ। ਤੇ ਬਾਕੀ ਇਹ ਆ, ਤੇ ਕੁਛ ਅਸੀਂ ਉਸ ਪਾਰਟੀ ਦੇ ਨਾਲ ਸੀ। ਮੈਂ 10 ਸਾਲ ਦੀ ਆ ਜਦੋਂ ਤੋਂ ਮੈਂ ਕੰਮ ਕਰਦੀ, ਕਿਉਂਕਿ ਮੇਰੇ ਨਾਨਕਾ ਘਰ ਸਾਰਾ ਕਮਿਊਨਿਸਟ ਪਾਰਟੀ ਦਾ ਬਹੁਤ ਵੱਡੇ ਲੀਡਰ ਸੀਗੇ। ਚੰਨਣ ਸਿੰਘ ਤੂਤ ਮੇਰੇ ਨਾਨਾ ਜੀ ਸੀਗੇ। ਸੋ ਇਹ ਮੇਰਾ ਮਤਲਬ ਉਸ ਪਾਸੇ ਸੀ ਸਾਰੇ ਅਸੀਂ। ਤੇ ਸੋਝੀ ਪਹਿਲਾਂ ਤੋਂ ਸੋਝੀ ਆ ਗਈ ਸੀ। ਜੀ ਤੇ ਥੋੜੀ ਜਿਹੀ ਜਿਹੜੇ ਤਜਰਬੇ ਨੇ ਨਾ ਉਹ ਇਨਸਾਨ ਨੂੰ ਆਪਣੇ ਆਪ ਸਿਆਣਾ ਬਣਾ ਦਿੰਦੇ ਨੇ। ਪਰ ਇੱਕ ਚੀਜ਼ ਆਂਟੀ ਮੈਂ ਇਹ ਜ਼ਰੂਰ ਪੁੱਛਣੀ ਚਾਹੁੰਦਾ, ਸਾਡੇ ਜਦੋਂ ਮੇਰੇ ਮਦਰ ਨਾਲ ਗੱਲ ਹੁੰਦੀ ਉਹ ਕਹਿੰਦੇ ਕਿ ਉਹ ਪੜ੍ਹਾਉਂਦੇ ਸੀਗੇ। ਮੈਂ ਬਹੁਤ ਜ਼ਿਆਦਾ ਰਿਲੇਟ ਕਰ ਪਾ ਰਿਹਾ ਆਪਣੇ ਮਦਰ ਨਾਲ ਤੁਹਾਡੀ ਸਟੋਰੀ। ਉਹ ਕਹਿੰਦੇ ਮੈਂ ਪਿੰਡਾਂ 'ਚ ਜਾਂਦੀ ਹੁੰਦੀ ਸੀ ਸਾਈਕਲ ਦੇ ਉੱਤੇ, ਕੋਈ ਦੂਰ ਤੱਕ ਕਿਸੇ ਨੇ ਮਿਲਣਾ ਨਾ, ਬੰਦਾ ਨਾ ਦੇਖਣਾ। ਸੋ ਇੱਥੇ ਤਾਂ ਹਾਲਾਤ ਹੋਰ ਵੀ ਜ਼ਿਆਦਾ ਬੱਤਰ ਸੀ। ਮੈਂ ਇਹ ਸਮਝਣਾ ਚਾਹੁੰਦਾ ਕਿਉਂਕਿ ਜਿਨ੍ਹਾਂ ਹਾਲਾਤਾਂ ਦੇ ਵਿੱਚ ਸਾਡੇ ਮਦਰ ਨੇ ਸਾਨੂੰ ਪਾਲਿਆ, ਵੱਡਾ ਕੀਤਾ, ਇੱਥੇ ਆ ਕੇ ਤੁਸੀਂ ਬੱਚਿਆਂ ਦੀ ਪਰਵਰਿਸ਼ ਜਦੋਂ ਕਰ ਰਹੇ ਸੀਗੇ, ਹੁਣ ਤਾਂ ਅੱਜ ਕੱਲ੍ਹ ਤਾਂ ਬੜੇ ਚਾਈਲਡ ਕੇਅਰ ਹੈਗੇ ਨੇ, ਜਗ੍ਹਾ ਤੇ ਡੇ ਕੇਅਰ ਹੈਗੇ ਨੇ। ਉਸ ਟਾਈਮ ਤੇ ਉਹੋ ਜਿਹੇ ਇਲਾਕੇ 'ਚ ਤੇ ਜਦੋਂ ਤੁਹਾਡੇ ਜਿਹੜਾ ਅਦਰ ਬੈਟਰ ਹਾਫ ਹੈ ਉਹ ਘਰੇ ਨਹੀਂ ਹੋਣਾ, ਤਾਂ ਉਸ ਟਾਈਮ ਤੇ ਕਿਸ ਤਰ੍ਹਾਂ ਦੀਆਂ ਤੁਹਾਨੂੰ ਆਪ ਕੋਈ ਮੁਸ਼ਕਿਲ ਆਉਂਦੀਆਂ ਸੀਗੀਆਂ? ਜਦੋਂ ਜਿੱਥੇ ਇੱਕੋ ਹੀ ਸਕੂਲ ਸੀ, ਉਹ ਵੀ 5 ਘਰ ਸੀ ਉਸ ਲਾਈਨ ਦੇ ਵਿੱਚ, ਕੱਚੀ ਸੜਕ ਸੀ, 5 ਘਰ ਸੀ, ਪਹਾੜੀ ਤੇ ਮੈਂ ਰਹਿੰਦੀ ਸੀ, ਤੇ ਬੜੇ ਮੋੜ ਘੇੜ ਸੀਗੇ। ਜਦੋਂ ਮੇਰੀ ਬੱਚੀ ਵੱਡੀ ਪੜ੍ਹਨ ਜਾਂਦੀ ਸੀ 2 ਮੀਟਰ ਤੇ, ਹੁਣ ਤਾਂ ਬੱਚਿਆਂ ਨੂੰ ਉੱਥੇ ਵੀ ਜਾਂ ਤਾਂ ਆਪਣੀ ਕਾਰ 'ਚ ਛੱਡ ਕੇ ਆਉਣੇ ਆ, ਹਨਾ। ਪਰ ਉਸ ਵੇਲੇ ਉਹ ਬੱਚੀ ਆਪ ਜਾਂਦੀ ਸੀ ਇਕੱਲੀ, ਤੇ ਕਈ ਵਾਰੀ ਉਹਨੂੰ ਰਸਤੇ 'ਚ ਸੱਪ ਵੀ ਮਿਲਦੇ ਸੀਗੇ। ਤੇ 6-7 ਸਾਲ ਦੀ 6 ਸਾਲ ਦੀ ਸੀਗੀ ਸਾਰੀ, ਹਨਾ। ਬਹੁਤ ਹਾਰਡ ਟਾਈਮ ਦੇਖਿਆ। ਪਰ ਉੱਥੇ ਸਾਰੇ ਇੱਕ ਟੀਚਰ ਹੁੰਦਾ ਸੀ ਉਸ ਸਕੂਲ ਦੇ ਵਿੱਚ, ਤੇ ਉਹਨੇ 2-3 ਦਿਨ ਲੈ ਜਾਣਾ। 2 ਦਿਨ ਉਹਦੀ ਮਿਸਿਸ ਆਉਂਦੀ ਸੀਗੀ ਸਿਲਾਈ ਦਾ ਲੈਣ ਕੋਰਸ, ਆਪਣੀ ਸਬਜੈਕਟ। ਉਦਣ ਉਹਦੇ ਕੋਲ ਵੋਲਕਸਵੈਗਨ ਸੀਗੀ, ਇੱਕੋ ਡੋਰ ਸੀਗਾ। ਫਿਰ ਉਸ ਦਿਨ ਮੇਰੀ ਬੱਚੀ ਤੁਰ ਕੇ ਜਾਂਦੀ ਸੀਗੀ 2 ਦਿਨ। ਤੇ ਪੰਜਾਬੀ ਤੁਸੀਂ ਘਰੇ ਪੜ੍ਹਾ ਦਿੰਦੇ ਸੀ? ਪੰਜਾਬੀ ਮੈਂ ਘਰੇ ਪੜ੍ਹਾਉਂਦੀ ਸੀ, ਪਰ ਬਾਕੀ ਸਾਰਾ ਕੁਛ ਜਦੋਂ ਫਿਰ ਮੈਂ ਆ ਗਈ ਬੁਲਗੁਲ ਕੇ ਫਿਰ ਮੈਂ ਨਾਲੇ ਜਦੋਂ ਬਣਾਣੇ ਤੋਂ ਕੰਮ ਕਰਕੇ ਆਉਣਾ, ਨਾਲੇ ਮੈਂ ਆਪਣੀ ਕਿਚਨ ਦੇ ਵਿੱਚ ਆਪਣੇ ਰੋਟੀ ਵਾਲੇ ਟੇਬਲ ਤੇ ਆਪਣੇ ਬੱਚੇ ਨੂੰ ਬਿਠਾ ਲੈਂਦੀ ਸੀ। ਤੇ ਉੱਥੇ ਉਹਦਾ ਹੋਮਵਰਕ ਕਰਾਉਣਾ, ਉੱਥੇ ਉਹਦੀ ਜੋ ਵੀ ਉਹਦਾ ਸਕੂਲ ਦਾ ਕੰਮ ਸੀ ਸਾਰਾ ਕਰ ਦੇਣਾ, ਤੇ ਆਪ ਮੈਂ ਕਿਚਨ ਦਾ ਕੰਮ ਕਰੀ ਜਾਣਾ, ਹਨਾ। ਤੇ ਕਈ ਵਾਰ ਮੈਂ ਕੰਮ ਵਾਲੇ ਕੱਪੜਿਆਂ ਤੇ ਹੁੰਦੀ ਸੀ, ਜਦੋਂ ਕੋਈ ਮੇਰੀ ਇੰਟਰਵਿਊ ਲੈਣ ਆ ਜਾਂਦਾ ਸੀ, ਉਧਰ ਮੈਂ ਰੋਟੀ ਬਣਾਉਂਦੀ ਹੁੰਦੀ ਸੀ, ਉਧਰੋਂ ਮੈਂ ਬੱਚੇ ਪੜ੍ਹਾਉਂਦੀ ਹੁੰਦੀ ਸੀ। ਤੇ ਇਹ ਸਾਰੀਆਂ ਗੱਲਾਂ ਉਹ ਤਾਂ ਹੈ ਜੀ, ਕਿਉਂਕਿ ਇਕੱਲਾ ਜਦੋਂ ਘਰ ਆ ਬੜਾ ਹਾਰਡ ਹੈਗਾ। ਇੱਕ ਆਂਟੀ ਤੁਸੀਂ ਦੱਸਦੇ ਜਦੋਂ ਤੁਸੀਂ ਆਏ ਸੀਗੇ ਇੰਡੀਆ ਤੋਂ,
ਉਦੋਂ ਤੁਸੀਂ ਬੜਾ ਮਤਲਬ ਉੱਥੇ ਟੌਰੀ ਸਮਾਨ ਲੈ ਕੇ ਆਏ ਸੀ, ਪਰਾਂਦੇ ਤੇ ਹੋਰ ਕਈ ਕੁਝ, ਤੇ ਇੱਥੇ ਆ ਕੇ ਫਿਰ ਕੀ ਹੋਇਆ? ਉਹ ਗੱਲ ਇਹ ਸੀ ਕਿ ਬੜੇ ਦਿਲ 'ਚ ਬੜਾ ਚਾਅ ਸੀ ਨਾ, ਤੇ ਮੈਂ ਜਦੋਂ ਸ਼ਾਪਿੰਗ ਕਰਦੀ ਸੀ ਤੇ ਮੇਰੇ ਸਟਾਫ ਸੀ ਜਿਹੜਾ, ਫਰੈਂਡਸ ਸੀਗੀਆਂ, ਤੇ ਉਹਨਾਂ ਨੇ ਕਹਿਣਾ ਚਲੋ ਭੈਣ ਜੀ ਤੁਹਾਡੇ ਨਾਲ ਸ਼ਾਪਿੰਗ ਕਰਨੀ ਹੈ, ਤੁਸੀਂ ਚਲੋ ਸਲਾਹ ਨਾ ਕਰਾਂਗੇ ਜੇਕਰ। ਉਹ ਜਿਹੋ ਜਿਹੇ ਸੂਟ ਬਣਾਏ, ਉਹੋ ਜਿਹੇ ਨਾਲ ਕਾਂਟੇ, ਉਹੋ ਜਿਹੇ ਨਾਲ ਸ਼ੂ, ਉਹੋ ਜਿਹੇ ਨਾਲ ਸਾਰੀਆਂ ਚੀਜ਼ਾਂ, ਚੂੜੀਆਂ, ਹਨਾ। ਤੇ ਉਦੋਂ ਆਂਟੀ ਪੰਜਾਬੀ ਜੁੱਤੀਆਂ ਸੀਗੀਆਂ? ਪੰਜਾਬੀ ਜੁੱਤੀਆਂ ਨਹੀਂ ਸੀ ਵੈਸੇ, ਰੰਗ ਤਾਂ ਸੀ ਨਾ, ਸੈਂਡਲ ਤੁਸੀਂ ਗ੍ਰੀਨ ਲੈ ਲਓ, ਬਲੂ ਲੈ ਲਓ, ਜਿੱਦਾਂ ਦੇ ਵੀ ਨਾਲ ਦੀ ਲੈ ਲਓ, ਹਨਾ। ਤੇ ਉਹ ਲੈ ਲਓ। ਕੱਦ ਮੇਰਾ ਛੋਟਾ, ਮੈਂ ਪੰਜਾਬੀ ਜੁੱਤੀ ਤਾਂ ਕੀ ਪਾਉਣੀ ਸੀ। ਮੈਂ ਤਾਂ ਹੀਲ ਵਾਲੀ ਟੋਲਦੀ ਸੀ ਨਾ। ਤੇ ਤੁਹਾਡੀ ਉਹ ਪਲੇਨ ਜਰਨੀ ਕਿੱਦਾਂ ਰਹੀ ਸੀਗੀ ਜੀ? ਮੈਨੂੰ ਇਹ ਬੜੀ ਐਕਸਾਈਟਮੈਂਟ ਹੁੰਦੀ ਹੈ ਜਦੋਂ ਕੋਈ ਬੰਦਾ ਆਉਂਦਾ ਨਾ ਆਸਟ੍ਰੇਲੀਆ। ਮੈਂ ਤਾਂ ਅਕਸਰ ਇਹ ਗੱਲ ਪੁੱਛਦਾ ਹੁੰਦਾ ਵੀ ਆਪਣੀ ਫਸਟ ਪਲੇਨ ਜਰਨੀ ਬਾਰੇ ਮੇਰੇ ਨਾਲ ਦੱਸੋ ਜੀ, ਕਿੱਦਾਂ ਦਾ? ਹਾਂ, ਫਸਟ ਪਲੇਨ ਮੇਰੇ 2.5-3 ਸਾਲ ਦੀ ਬੇਟੀ ਸੀ ਮੇਰੀ ਮੇਰੇ ਨਾਲ। ਅੱਛਾ ਜੀ। ਤੇ ਇਹ ਇੱਕਦਮ ਚੁੱਪ ਹੋ ਗਈ ਜਦੋਂ ਵਿੱਚ ਅਸੀਂ ਜਹਾਜ਼ 'ਚ ਆਏ। 3 ਦਿਨ ਸਾਡਾ ਜਹਾਜ਼ 3 ਦਿਨਾਂ 'ਚ ਲੱਗਿਆ ਸੀ। 3 ਦਿਨ? ਬਾਈ ਏਅਰ ਆਏ ਸੀ ਅਸੀਂ, ਬਸ 3 ਦਿਨ ਲੱਗੇ ਸੀ ਸਾਨੂੰ। ਸਿੰਗਾਪੁਰ ਸਟੇ ਸੀ, ਜਿੱਦਾਂ ਮਤਲਬ ਉਸ ਵੇਲੇ ਸੀਟਾਂ ਇੰਨੀਆਂ ਨਹੀਂ ਸੀ ਜਿਵੇਂ ਅਸੀਂ ਹਾਂ ਨਾ। ਹਾਂਜੀ, ਛੋਟੇ ਜਹਾਜ਼। ਇਹ ਚੁੱਪ ਰਹੀ, ਇਹਨੇ ਕੁਛ ਨਹੀਂ ਖਾਦਾ, ਪਰ ਹੋਸਟਸ ਬਹੁਤ ਚੰਗੀਆਂ ਸੀ, ਬਹੁਤ ਨਾਈਸ ਸੀ ਉਸ ਵੇਲੇ ਕੁੜੀਆਂ, ਹੁਣ ਵੀ ਚੰਗੀਆਂ, ਖੈਰ ਉਸ ਵੇਲੇ ਜ਼ਿਆਦਾ ਚੰਗੀਆਂ ਸੀ। ਤੇ ਉਹ ਵਿਚਾਰੀਆਂ ਬਾਰ-ਬਾਰ ਆ ਕੇ ਪੁੱਛੀ ਜਾਣ ਕਿ ਇਹਨੇ ਕੁਛ ਖਾਇਆ ਨਹੀਂ, ਬਿਸਕੁਟ ਦੇ ਦੋ, ਆਹ ਕਰ ਦੋ। ਇਹਨੇ ਕੁਛ ਨਹੀਂ ਮੂੰਹ 'ਚ ਪਾਇਆ ਤੇ ਬੜਾ ਪਰੇਸ਼ਾਨ ਜਿਹਾ ਹੋਏ। ਤੇ ਜਦੋਂ ਫਿਰ ਇਹ ਇੱਕਦਮ ਜਦੋਂ ਇੱਕ ਲਫ਼ਜ਼ ਬੋਲੀ, ਸਿਰਫ ਉਹ ਲਫ਼ਜ਼ ਬੋਲੀ, ਆ ਜਿਹੜੇ ਉਹਨਾਂ ਨੇ ਮੇਕਅਪ ਕੀਤੀ ਸੀ ਨਾ, ਆਈਬ੍ਰੋ ਵਗੈਰਾ ਬਣਾਏ ਸੀ ਤੇ ਉਹ ਲਾਇਆ ਸੀ, ਤੇ ਕਹਿੰਦੀ ਇਹ ਕੁੱਤੀਆਂ ਜਿਹੀਆਂ ਨੇ, ਅੱਖਾਂ ਤੇ ਕੀ ਲਾ ਲਿਆ? ਬਸ ਇੱਕੋ ਗੱਲ ਯਾਦ ਆ। ਤੇ ਜਦੋਂ ਅਸੀਂ ਉਤਰੇ ਆ ਤੇ ਇੱਕਦਮ ਬ੍ਰਿਸਬਨ ਉਸ ਵੇਲੇ ਸਾਰੇ ਸ਼ਹਿਰ ਦੀਆਂ ਛੱਤਾਂ ਲਾਲ ਹੁੰਦੀਆਂ ਸੀ। ਅੱਛਾ ਜੀ। ਟੀਨ ਦੀਆਂ ਛੱਤਾਂ ਲਾਲ, ਬਿਲਕੁਲ ਉੱਤੋਂ ਲਾਲ ਦਿਸਦਾ ਸੀ ਬ੍ਰਿਸਬਨ। ਓਕੇ। ਤੇ ਜਦੋਂ ਅਸੀਂ ਉੱਤਰੀਆਂ ਲਾਲ, ਮੈਂ ਕਿਹਾ ਵੀ ਇਹ ਤਾਂ ਸਿਟੀ ਲਾਲ ਆ, ਇਹਨੂੰ ਤਾਂ ਲਾਲ ਸਿਟੀ ਕਹਿਣਾ ਚਾਹੀਦਾ। ਅੱਛਾ, ਚਲੋ ਉਤਰੇ ਤੇ ਘਾਹ ਤੇ ਉਹ ਜੋ ਵੀ ਸੀਗਾ, ਮਤਲਬ ਇਹੋ ਜਿਹਾ ਹੀ ਸੀਗਾ ਜਿੱਦਾਂ ਵੀ ਸੀਗਾ। ਚਲੋ ਇਹ ਆਏ ਸੀਗੇ ਲੈਣ, ਤੇ ਫਿਰ ਇਹਨਾਂ ਨੇ ਗੱਲਾਂ ਬਾਤਾਂ ਕੀਤੀਆਂ। ਕਹਿੰਦੇ ਕਿਵੇਂ ਗੱਲ, ਜਦੋਂ ਮੈਂ ਕਿਹਾ ਆ ਗੱਲ ਏਦਾਂ ਹੋਈ ਤਾਂ ਉਹ ਕਹਿਣ ਲੱਗੇ ਭਈ ਟੀਚਰ ਦੀ ਬੇਟੀ ਆ ਤਾਂ ਫਿਰ ਚੰਗਾ ਹੀ ਬੋਲਣਾ ਸੀ ਨਾ। ਮਜ਼ਾਕ ਕਰ ਦਿੱਤਾ ਨਾ ਮੇਰੇ ਤੇ। ਮੈਂ ਕਿਹਾ ਵੀ ਤੁਸੀਂ ਤਾਂ ਮੇਰੇ ਤੇ ਗੱਲ ਆ ਗਿਆ। ਚਲੋ ਹੋ ਗਈ ਗੱਲ, ਬਸ ਫਿਰ ਇਹੀ ਸੀ ਤੇ ਘਰ ਆ ਗਏ। ਬਾਲਣ ਵੀ ਲੱਕੜ ਦਾ ਸੀ ਤੇ ਚੁੱਲ੍ਹਾ ਵੀ ਲੋਹੇ ਦਾ ਚੁੱਲ੍ਹਾ ਸੀ ਤੇ ਲੱਕੜ ਦੀ ਬਾਲਣ, ਕੈਰੋਸੀਨ ਦੀ ਉਸ ਵੇਲੇ ਸਾਡੇ ਕੋਲ ਫ੍ਰਿਜ ਸੀਗੀ। ਅੱਛਾ। ਤੇ ਕੈਰੋਸੀਨ ਪਾਓ ਤੇ ਫ੍ਰਿਜ ਚਲਾ ਲਓ। ਤੇ 2 ਬੈਡਰੂਮ ਦਾ ਘਰ ਕਾਹਦਾ ਸੀ, ਮਤਲਬ ਜਿੱਦਾਂ ਤੁਸੀਂ ਰੱਖ ਲਓ ਫੱਟਿਆਂ ਦੀ ਲੱਕੜੀ ਦਾ। ਹਾਂ, ਲੱਕੜੀ ਦਾ ਘਰ। ਓਕੇ। ਸੋ ਇਹ ਸੀਗਾ ਰਹਿਣਾ ਸਹਿਣਾ। ਤੇ ਜਦੋਂ ਬੱਚੇ ਛੋਟੇ ਸੀਗੇ ਤੇ ਉਸ ਵੇਲੇ ਵੀ ਬੜਾ ਮੇਰੇ ਨੀਚੇ ਮੈਂ ਹਿਲ ਤੇ ਸੀ ਤੇ ਥੱਲੇ ਮੇਰੇ ਕ੍ਰਿਕ ਚੱਲਦੀ ਸੀ। ਅੱਛਾ ਜੀ। ਰਾਤ ਨੂੰ ਕਈ ਵਾਰੀ ਉਹਦੇ ਆਲੇ ਦੁਆਲੇ ਕ੍ਰਿਕ ਦੇ ਬੜੇ ਉਹ ਜਿੱਦਾਂ ਸਿੰਬਲ ਦੇ ਹੁੰਦੇ, ਏਦਾਂ ਦਰਖਤ ਸੀ, ਉਹਨਾਂ ਨੇ ਝੂਮਣਾ, ਹਵਾ ਨੇ ਝੂਮਣਾ, ਤੇ ਉਹਨਾਂ ਦੀ ਆਵਾਜ਼ ਆਉਣੀ ਤਾਂ ਮੈਂ ਬੜੀ ਡਰਨਾ। ਆਵਾਜ਼ ਆਉਣੀ, ਸਾਹ ਕਰਨੀਆਂ, ਤੇ ਏਦਾਂ ਦਾ ਮਾਹੌਲ ਦੇਖਿਆ ਨਹੀਂ ਸੀ ਅਸੀਂ। ਭਾਵੇਂ ਪਿੰਡਾਂ ਵਿੱਚ ਰਹੇ ਸੀ, ਪਰ ਪਿੰਡਾਂ ਵਿੱਚ ਬਹੁਤ ਰੌਣਕਾਂ ਹੁੰਦੀਆਂ, ਐਸੀ ਗੱਲ। ਬਿਲਕੁਲ। ਇੱਥੇ ਤਾਂ ਫਿਰ ਬਿਲਕੁਲ ਕੱਲਾਪਨ, ਜਿੱਦਾਂ ਕੱਲਾਪਨ ਕੋਈ ਨਹੀਂ ਸੀ। ਤੁਸੀਂ ਦੱਸਦੇ ਸੀਗੇ ਵੀ ਮੈਂ ਬੋਲ ਕੇ ਦੇਖਣਾ ਵੀ ਮੇਰੀ ਆਵਾਜ਼। ਹਾਂ, ਮੈਂ ਜਦੋਂ ਫਿਰ ਮੈਂ ਉਹ ਦੇਖਣਾ, ਤੇ ਫਿਰ ਮੈਂ ਕਈ ਵਾਰ ਕਰਦੀ ਨੇ ਆਪਣਾ ਕੰਮ, ਫਿਰ ਮੈਂ ਬਾਹਰ ਜਾ ਕੇ ਖੜੀ ਹੋ ਕੇ ਦੇਖਣਾ ਮੇਰੀ ਆਵਾਜ਼ ਵੀ ਹੈ, ਕਿਉਂਕਿ ਮੈਂ ਕਮਿਊਨਿਸਟ ਪਾਰਟੀ ਦੇ ਨਾਲ ਉਹ ਇਹਨਾਂ ਨਾਲ, ਹਾਂ, ਅਮਰਜੀਤ ਹੋਰਾਂ ਦੇ ਨਾਲ ਹਰ ਤਰ੍ਹਾਂ ਦਾ ਕੰਮ ਕੀਤਾ ਸੀ। ਆਪਰੇਟਾ ਖੇਡੀ ਸੀ, ਡਰਾਮੇ ਕੀਤੇ ਹੋਏ ਸੀ। ਇੱਕ ਨੀਲ ਦੀ ਸ਼ਹਿਜ਼ਾਦੀ ਡਰਾਮਾ ਸੀ, ਉਹਦੇ ਵਿੱਚ ਮੈਂ ਨੀਲ ਦੀ ਸ਼ਹਿਜ਼ਾਦੀ ਬਣੀ। ਤੇ ਉਹ ਸਾਰਾ ਕੋਈ ਅੰਮ੍ਰਿਤਸਰ ਸੀ, ਬਹੁਤ ਵੱਡੀ ਕਾਨਫਰੰਸ ਸੀ, ਸਾਰੇ ਹਿੰਦੁਸਤਾਨ ਦੇ ਲੋਕ ਆਏ ਹੋਏ ਸੀਗੇ। ਤੇ ਬਹੁਤ ਵੱਡੀ ਉਸ ਵੇਲੇ, ਮਤਲਬ ਇਸ ਵੇਲੇ ਦੇ ਹਿਸਾਬ ਨਾਲ ਤਾਂ ਬਹੁਤ ਵੱਡੀ ਕਾਨਫਰੰਸ ਸੀਗੀ। ਕਿੰਨੇ ਦਿਨ ਰਹੀ ਤੇ ਸਾਡੀ ਉਸ ਵੇਲੇ ਪ੍ਰੈਕਟਿਸ ਸਾਰੀ ਜਿਹੜੀ ਸੀ ਉਹ ਹੋਈ ਸੀ ਪ੍ਰੀਤਨਗਰ। ਅਸੀਂ ਉਸ ਵੇਲੇ ਦੇ ਅਸੀਂ ਸਾਰੇ ਜਾਣਦੇ ਸੀ ਤੇ ਸਾਰੇ ਉੱਥੇ ਇਕੱਠੇ ਹੋ ਕੇ 1.25 ਮਹੀਨਾ ਰਹੇ ਸੀ। ਜਗਜੀਤ ਆਨੰਦ, ਉਹਦਾ ਸਾਰਾ ਪਰਿਵਾਰ ਤੇ ਉਹਦਾ ਸਾਰਾ ਪਰਿਵਾਰ, ਆਪਣੇ ਨਵਤੇਜ ਹੋਰੀ, ਸਾਰੇ ਸੀ ਅਸੀਂ ਇਕੱਠੇ। ਤੇ ਨਾਨਕ ਸਿੰਘ ਜਿਹੜਾ ਸਿਡਨੀ ਆ ਮੁੰਡਾ ਹੁਣ ਆਇਆ ਸੀ, ਹਾਈ ਕਮਿਸ਼ਨਰ ਸੂਰੀ ਆਇਆ ਸੀ, ਨਵਦੀਪ ਸੂਰੀ। ਹਾਂ, ਇਹਦਾ ਜਿਹੜਾ ਫਾਦਰ ਸੀ ਕਮਲ ਸੂਰੀ, ਉਹਨੇ ਮੇਰੇ ਨਾਲ ਆਪਰੇਟ ਕੀਤੇ ਹੋਏ ਆ ਡਰਾਮੇ। ਅੱਛਾ ਜੀ। ਵਾਹ ਜੀ ਵਾਹ।
ਇਹ ਨਾਨਕ ਸਿੰਘ ਦਾ ਬੇਟਾ ਸੀ ਉਹ। ਕਮਾਲ ਹੈ ਬੇਟੀ। ਮੈਂ ਨਾ ਉਹੀ ਸੋਚ ਰਿਹਾ ਜੀ ਕਿ ਇੱਕ ਤਾਂ ਬੰਦਾ ਜਿਹੜਾ ਜਿਹਨਾਂ ਇੰਨਾ ਸ਼ੌਂਕ ਹੋਵੇ ਬੋਲਣ ਦਾ, ਨੱਚਣ ਦਾ, ਕਰਨ ਦਾ, ਤੇ ਉਹਨੂੰ ਅਚਾਨਕ ਚੁੱਪ ਕਰਾ ਦਿੱਤਾ ਜਾਵੇ। ਚੁੱਪ ਤਾਂ ਕਾਹਦਾ ਕਰਾਇਆ, ਪਰ ਉਹ ਹਾਲਾਤ ਇਸ ਤਰ੍ਹਾਂ ਦੇ ਸੀਗੇ ਜੀ, ਤਾਂ ਉਹ ਤੁਹਾਡੇ ਲਈ ਕਿਸ ਤਰ੍ਹਾਂ ਦੇ? ਹਾਂ, ਫਿਰ ਮੈਂ ਚੁੱਪ ਕਰੀ ਪਰ ਮੈਂ ਚੁੱਪ ਨਹੀਂ ਕਰੀ। ਚੁੱਪ ਕਰਕੇ ਵੀ ਫਿਰ ਮੈਂ ਆਪਣਾ ਬਦਲ ਲਿਆ ਹੈ ਨਾ। ਫਿਰ ਮੈਂ ਚਲੋ ਮੈਂ ਕਿਹਾ ਠੀਕ ਆ, ਜਿਹੋ ਜੀ ਸੁਸਾਇਟੀ ਸੀ, ਜਿਹੋ ਜਿਹੇ ਉੱਥੋਂ ਦੇ ਸਾਡੇ ਆਲਾ ਦੁਆਲਾ ਸੀ ਕਿ ਲੋਕੀ ਬਹੁਤੇ ਪੜ੍ਹੇ ਲਿਖੇ ਨਹੀਂ ਸੀਗੇ, ਇੱਥੋਂ ਤਾਂ ਉਹਨਾਂ ਦੀ ਸੂਝ ਨਹੀਂ ਸੀਗੀ। ਪਰ ਫਿਰ ਵੀ ਅਸੀਂ ਹਸਬੈਂਡ ਵਾਈਫ ਨੇ ਇੱਥੇ ਆ ਕੇ ਕੰਟਰੀ ਉਸ ਵੇਲੇ ਸੀਗੀ ਸਾਡੇ ਕੋਲ ਆਹ ਲੇਬਰ ਪਾਰਟੀ ਨਹੀਂ, ਦੂਜੀ ਪਾਰਟੀ ਕਿਹੜੀ ਆ? ਲਿਬਰਲ ਪਾਰਟੀ। ਲਿਬਰਲ ਪਾਰਟੀ। ਉਸ ਵੇਲੇ ਲਿਬਰਲ ਦਾ ਨਾਂ ਸੀਗਾ ਕੀ ਸੀ, ਚਲੋ ਐਨੀਵੇ ਭੁੱਲ ਗਈ ਆ, ਪਰ ਤੁਸੀਂ ਵੋਟ ਉਹਨੂੰ ਪਾਈ ਸੀ। ਹੁਣੇ ਮੈਂ ਦੱਸ ਕੇ ਹਟੀ ਹਰਕੀਰਤ ਨੂੰ। ਵੈਸੇ ਕਿ ਅਸੀਂ ਉਹਦੇ ਮੈਂਬਰ ਬਣ ਗਏ, ਉਹਦੇ ਬੜੇ ਚੱਲਦੇ ਪੁਰਜੇ ਮੈਂਬਰ ਹੈ ਅੱਜ ਤਾਈਂ। ਉਹ ਸਾਰੇ ਲੋਕ, ਉਹ ਮੁੰਡਾ ਜਿਹੜਾ ਹੈਗਾ ਉੱਥੇ MLA, ਹਾਂਜੀ ਹਾਂ ਹੈ ਠੀਕ ਹੈ, ਨੈਸ਼ਨਲ ਪਾਰਟੀ, ਨੈਸ਼ਨਲ ਪਾਰਟੀ, ਠੀਕ, ਨੈਸ਼ਨਲ ਪਾਰਟੀ। ਤੇ ਉਸ ਵੇਲੇ ਇਹਦਾ ਨਾਂ ਜਿਗਨ ਹੋਰ ਸੀ ਕੁਛ। ਹਾਂ, ਤੇ ਚਲੋ ਇੱਕ ਜਰਨੀ ਹੈ ਜੀ ਕਮਿਊਨਿਸਟ ਪਾਰਟੀ ਤੋਂ ਨੈਸ਼ਨਲ ਪਾਰਟੀ ਚ ਆਉਣ ਦੀ। ਉਸ ਵੇਲੇ ਦੇ ਸਾਡੇ ਉਸ ਵੇਲੇ ਅਸੀਂ ਸ਼ੁਰੂ ਹੋਏ ਤੇ ਉਹ ਸਾਰੇ ਬਲਗੋਲੀਏ ਦੇ, ਫਿਰ ਅਸੀਂ ਉਸੇ ਪਾਰਟੀ ਦੇ ਨਾਲ ਰਹੇ ਅੱਜ ਤਾਈਂ। ਜੀ ਜੀ। ਚਲੋ ਆਂਟੀ, ਤੁਸੀਂ ਇੱਧਰ ਕਿੱਦਾਂ ਫਿਰ ਗੁਰਦੁਆਰਾ ਸਾਹਿਬ ਜਦੋਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਤੇ ਫਿਰ ਇੱਥੇ ਜਦੋਂ ਤੁਸੀਂ ਤੁਹਾਨੂੰ ਕਿੱਦਾਂ ਮੌਕਾ ਮਿਲਿਆ ਪਹਿਲੇ ਗ੍ਰੰਥੀ ਵਜੋਂ ਆਉਣ ਦਾ? ਕਿਵੇਂ ਮੈਨੂੰ ਮੌਕਾ ਮਿਲਿਆ? ਹਾਂਜੀ, ਤੁਸੀਂ ਕਿਵੇਂ ਪਤਾ ਲੱਗਿਆ? ਜਦੋਂ ਮੈਂ ਜਿੱਥੇ ਪੜ੍ਹਦੀ ਸੀ ਉਹ ਗੁਰਦੁਆਰੇ ਚ ਸਕੂਲ ਸੀ, ਜਿਹੜਾ ਮੇਰਾ ਪ੍ਰਾਇਮਰੀ ਸਕੂਲ ਸੀਗਾ। ਹਾਈ ਸਕੂਲ ਤੋਂ ਫਿਰ ਮੈਂ ਚਲ ਗਈ ਨਾ ਉੱਥੇ। ਉਹ ਮੇਰਾ ਗੁਰਦੁਆਰੇ ਸਕੂਲ ਸੀਗਾ ਤੇ ਉੱਥੇ ਸਾਡੇ 2 ਟੀਚਰ ਸੀਗੀਆਂ। ਉਹ ਸਵੇਰ ਨੂੰ ਵੀ ਕੀਰਤਨ ਕਰਕੇ ਤੇ ਬਾਕ ਲੈ ਕੇ ਫਿਰ ਜਾਂਦੇ ਸੀਗੇ ਆਪਣੀਆਂ ਕਲਾਸਾਂ 'ਚ, ਤੇ ਸ਼ਾਮ ਨੂੰ ਵੀ ਉਹ ਫਿਰ ਨਾਲ 3 ਲੜਕੀਆਂ ਰੱਖਦੀਆਂ ਸੀਗੀਆਂ ਤਾਂ ਕਿ ਸਾਡਾ 5 ਦਾ ਗਰੁੱਪ ਰਵੇ। ਤੇ ਜਦੋਂ ਫਿਰ ਅਖੰਡ ਪਾਠ ਹੁੰਦਾ ਸੀ, ਫਿਰ ਅਸੀਂ 5 ਜਣੀਆਂ ਅਖੰਡ ਪਾਠ ਕਰਕੇ ਤੇ ਗੁਰਪੁਰਬ ਦਾ ਭੋਗ ਪਾਈਦਾ ਸੀਗਾ। ਇੱਕ 5ਵੀਂ ਦੀ ਕੁੜੀ, ਇੱਕ 4ਥੀ ਦੀ ਕੁੜੀ, ਇੱਕ ਨਾਲ ਤੀਜੀ ਲਾਉਣੀ, ਤੇ 5 ਕੁੜੀਆਂ ਹੁੰਦੀਆਂ ਸੀ ਪੋਥੀ ਤੇ ਬਿਠਾਉਂਦੇ। ਉਹ ਉਹਨਾਂ ਨੂੰ ਰੈਡੀ ਕਰਨਾ ਹੌਲੀ ਹੌਲੀ। ਉਹਨਾਂ ਦੇ ਵਿੱਚੋਂ ਫਿਰ ਇੱਕ ਕੁੜੀ ਜਿਹੜੀ 4ਥੀ ਚਲ ਗਈ, ਉਹਨੂੰ ਫਿਰ ਪਾਠ ਤੇ ਬਿਠਾ ਦੇਣਾ। ਇਹ ਕਿਹੜੇ ਸਾਲ ਦੀ ਗੱਲ ਆਂਟੀ? ਇਹ ਹੁਣ ਸਾਲ ਮੈਂ ਕਦੋਂ ਦੱਸਾਂ, ਮੇਰੀ 81 ਦੀ ਉਮਰ ਹੈ, 4ਥੀ ਚ ਮੈਂ ਪੜ੍ਹਦੀ ਸੀ। ਅੱਛਾ, ਠੀਕ ਹੈ। ਹੁਣ ਇਹ ਤੁਸੀਂ ਹਿਸਾਬ ਹੁਣ ਇੱਥੇ ਕੱਢ ਲਿਓ, ਅਸੀਂ ਕਰ ਲਿਆ ਕੈਲਕੂਲੇਟ। ਇੱਕ ਹੋਰ ਗੱਲ ਇੱਥੇ ਹਰਕਿਰਤ ਭਾਜੀ ਨੇ ਕਿਤਾਬ ਦੇ ਵਿੱਚ ਵੀ ਦੱਸੀ, ਜਿਹੜੀ ਤੁਸੀਂ ਦੱਸੀ। ਇੱਕ ਤਾਂ ਇੱਕ ਸੁਭਾਗ ਹੈ ਤੁਹਾਨੂੰ ਕਿ ਜਿਹੜੇ ਜੋੜੇ ਨੇ ਉਹਨਾਂ ਨੂੰ ਜੋੜੇ ਬਣਾਉਣ ਦਾ ਤੁਸੀਂ ਸੈਲੀਬ੍ਰੇਟ ਰਹੇ ਹੋ, ਸੋ ਉਹਨਾਂ ਨੂੰ ਜੋੜੇ। ਸੋ ਮੈਂ ਇਹ ਸੋਚਦਾ ਹੁੰਦਾ ਕਿ ਅਕਸਰ ਕਦੇ ਕੋਈ ਐਸਾ ਕੋਈ ਜੋੜਾ ਆਇਆ ਤੁਹਾਡੇ ਕੋਲ ਵੀ ਤੁਹਾਨੂੰ ਆ ਕੇ ਮਿਲਿਆ ਹੋਵੇ, ਆਂਟੀ ਜੀ ਤੁਸੀਂ ਉਹ ਸਾਡੀਆਂ ਲਾਵਾਂ ਪੜਾਈਆਂ ਸੀ? ਮੈਨੂੰ ਸਾਰੇ ਦੱਸਦੇ ਆ। ਅੱਛਾ, ਮੈਨੂੰ ਬਲਗੋਰੀਏ ਰਹਿਣ ਵਾਲੇ ਬੱਚੇ ਆ, ਉਹ ਦੱਸਦੇ ਆ, ਉਹ ਵੀ ਮੈਨੂੰ ਮਿਲਦੇ ਆ। ਜਿਹੜਾ ਇਹਨਾਂ ਨੇ ਗੁਰਮੀਤ ਕੌਰ ਦਾ ਜ਼ਿਕਰ ਕੀਤਾ, ਉਹਦੀਆਂ 3 ਬੇਟੀਆਂ ਆ, ਉਹ ਮੈਨੂੰ ਆ ਕੇ ਕਹਿੰਦੀਆਂ ਉਹ ਕੀਰਤਨ ਬੜਾ ਸੋਹਣਾ ਕਰ ਲੈਂਦੀਆਂ, ਤੇ ਉਹ ਮੈਨੂੰ ਕਹਿੰਦੀਆਂ ਬੂਟਾ ਤਾਂ ਤੁਹਾਡਾ ਹੀ ਲਾਇਆ ਹੋਇਆ, ਤੁਸੀਂ ਸਾਨੂੰ ਸਿਖਾਇਆ ਕੀਰਤਨ। ਉਹ ਕਹਿੰਦੀਆਂ ਭਾਬੀ ਜੀ ਤੁਸੀਂ ਉਹ ਕੀਰਤਨ ਸਿਖਾਇਆ ਸਾਨੂੰ। ਤੇ ਉਹ ਇਸ ਕਰਕੇ ਉਹ ਸਾਰੇ ਬੱਚੇ ਜਾਣਦੇ ਆ, ਸਾਰੇ ਮੈਨੂੰ। ਰੇਛੀ ਆ, ਤੁਸੀਂ ਜਾਣਦੇ ਰੇਸ਼ਮ ਪੱਟੀ? ਹਾਂਜੀ, ਰੇਸ਼ਮੀ ਪੱਟੀ। ਹਾਂਜੀ ਹਾਂ, ਇਹ ਮੇਰੇ ਕੋਲੋਂ ਪੜ੍ਹੇ ਹੋਏ ਆ, ਮਤਲਬ ਰੱਖ ਲਓ ਉਸ ਵੇਲੇ ਜੀਤੀ ਇਹਦੀ ਛੋਟੇ ਨਾਮ ਹੈ। ਤਾਂ ਹਾਂ, ਵੱਡੀ ਭੈਣ ਇਹਦੀ ਹੈਗੀ ਆ ਸੱਤੋ। ਹਾਂਜੀ ਹਾਂ, ਤੇ ਆਮ ਗੋਰੇ ਸਾਠੋ ਹੀ ਕਹਿੰਦੇ ਸੀਗੇ, ਤੇ ਛੋਟੀ ਹੈਗੀ ਜੀਤੀ। ਸੋ ਇਹ ਸਾਰੇ ਬੱਚੇ ਜਿਹੜੇ ਆ ਮੇਰੇ ਹੱਥੀਂ ਸਕੂਲ ਜਾਂਦੇ ਸੀ। ਅਮਰਜੀਤ ਮੋਰ, ਅੱਛਾ ਜੀ, ਡਾਕਟਰ ਜਿਹੜੇ। ਹਾਂਜੀ ਹਾਂ, ਤੇ ਉਹ ਵੈਸੇ ਮੇਰੇ ਰਿਸ਼ਤੇਦਾਰ ਵੀ ਆ, ਪਰ ਉਹ ਵੀ ਸਕੂਲ ਉਸ ਵੇਲੇ ਉਹ ਵੱਡੀਆਂ ਕਲਾਸਾਂ 'ਚ ਸੀਗੇ। ਗੁਰਪਾਲ ਮੁੰਡਾ ਸੀ, ਇੱਕ ਰੋਜਾ ਸੀ ਜਿਹੜਾ ਇੱਥੇ ਕੋਪ ਸਾਹਿਬ ਰਹਿੰਦਾ ਆ, ਏਜੰਟ ਸੀ। ਇਹ ਸਾਰੇ ਉਸ ਵੇਲੇ ਪੜ੍ਹਦੇ ਸੀਗੇ। ਫਿਰ ਬਲਜੀਤ ਮੁੰਡਾ ਸੀ, ਜੀਤ ਸੀ, ਸਾਰੇ ਨਿਆਣੇ ਜਿਹੜੇ ਸੀਗੇ ਉਸ ਵੇਲੇ ਸਕੂਲ ਜਾਂਦੇ ਸੀ। ਤੇ ਮੈਂ ਸਕੂਲ ਉਸ ਵੇਲੇ, ਕਿਉਂਕਿ ਉਸ ਵੇਲੇ ਪੰਜਾਬੀ ਟੀਚਰ ਨਹੀਂ ਸੀਗਾ ਹਲੇ ਕੋਈ ਵੀ, ਪੰਜਾਬੀ ਲਈ ਇੰਨਾ ਮਹਾਰਤ ਨਹੀਂ ਸੀ। ਪਰ ਇਹ ਸੀਗਾ ਕਿ ਆਪਣਾ ਮਜ਼ਹਬੀ ਟੀਚਰ ਜਿਹੜਾ ਸੀਗਾ, ਉਹ ਧਾਰਮਿਕ ਟੀਚਰ ਜਿਹੜਾ ਆ, ਉਹ ਸਕੂਲ ਨੂੰ ਇੱਕ ਮਿਲਦਾ ਸੀਗਾ, ਤੇ ਇਹਨਾਂ ਦੇ ਚਰਚ ਵਾਲਾ ਜਾਂਦਾ ਸੀਗਾ। ਓਕੇ, ਜਦੋਂ ਚਰਚ ਵਾਲਾ ਜਾਂਦਾ ਸੀ ਤਾਂ ਫਿਰ ਮੈਂ ਡਿਮਾਂਡ ਕੀਤੀ ਕਿ ਸਾਨੂੰ ਵੀ ਸਾਡੇ ਗੁਰਦੁਆਰੇ ਦੇ ਬੱਚੇ ਜਿਹੜੇ ਆ ਉਹਨਾਂ ਲਈ, ਮੇਰੇ ਆਪਣੇ ਮਜ਼ਹਬ ਦੀ ਪੜ੍ਹਾਈ ਲਈ ਮਤਲਬ ਮੈਨੂੰ ਕਲਾਸ ਚਾਹੀਦੀ ਆ। ਅੱਛਾ ਜੀ। ਤੇ ਫਿਰ ਮੈਂ ਸਕੂਲ ਦੇ ਵਿੱਚ ਉਹ ਕਲਾਸ ਲਾਉਣੀ ਸ਼ੁਰੂ ਕੀਤੀ ਸੀ। ਤੇ ਮੇਰੀ ਜਿਹੜੀ ਸਾਥਣ ਸੀ ਉਹ ਗੋਰੀ ਸੀਗੀ, ਮੇਰੇ ਨਾਲ ਉਹਦਾ ਨਾਂ ਰੈਡੀ ਗਾਇਆ, ਹੁਣ ਵੀ ਜੀਂਦੀ ਆ ਬਲਗੁਲ ਕੇ। ਵੈਸੇ ਹੁਣ ਤਾਂ ਉਹ ਹੈਗੀ ਆ ਜਿੱਥੇ ਬਜ਼ੁਰਗ ਰਹਿੰਦੇ ਆ ਉੱਥੇ ਆ ਹੁਣ,
ਅੱਛਾ ਜੀ। ਬਹੁਤ ਬਜ਼ੁਰਗ ਹੋਈ ਹੈ ਤੇ ਉਹ ਮੈਂ ਫਿਰ ਉਹ ਕਮੇਟੀ, ਕਿਉਂਕਿ ਉਸ ਵੇਲੇ ਪੜ੍ਹੇ ਲਿਖੇ ਬੱਚੇ, ਪੜ੍ਹੀਆਂ ਲਿਖੀਆਂ ਲੇਡੀਜ਼ ਨਹੀਂ ਸੀ ਆਈਆਂ ਜਿੰਨੀਆਂ ਵੀ ਸੀਗੀਆਂ। ਤੇ ਫਿਰ ਕੋਈ ਵੀ ਕਿਸੇ ਟੀਚਰ ਨੂੰ, ਕਿਸੇ ਜਦੋਂ ਟੀਚਰ ਹੁੰਦਾ ਸੀ ਕੋਈ ਬੱਚਿਆਂ ਦਾ ਕੰਮ, ਤਾਂ ਵੀ ਉਹ ਮੈਨੂੰ, ਉਹ ਵਿਚਾਰੀ ਉਹ ਕਹਿੰਦੀ ਸੀ ਮੈਂ ਸੁਰਜੀਤ ਨਾਲ ਗੱਲ ਕਰਕੇ ਦੱਸਦੀ, ਮੈਂ ਉਹਨੂੰ ਲਿਆਉਂਗੀ, ਹੈ ਨਾ। ਕੋਈ ਕਈ ਕੰਪਲੀਕੇਟਡ ਚੀਜ਼ਾਂ ਹੁੰਦੀਆਂ ਸੀ ਜਿਨ੍ਹਾਂ ਨੂੰ ਉਹ ਫਿਰ ਮੇਰੀ ਰਾਹੀਂ ਕਰਦੀ ਸੀ। ਉਸ ਵੇਲੇ ਜਿਹੜੇ ਡਾਕਟਰ ਸੀਗੇ ਉਹਨਾਂ ਦੇ ਜਦੋਂ ਬੱਚੀਆਂ ਲੇਡੀਜ਼ ਜਾਂਦੀਆਂ ਸੀਗੀਆਂ, ਉਹਨਾਂ ਦੀਆਂ ਪ੍ਰੋਬਲਮ ਸੋਲਵ ਕਰਨੀਆਂ ਸੀ, ਤਾਂ ਉਹ ਡਾਕਟਰ ਲੇਡੀ ਸੀਗੀ ਵੀਰਾ, ਉਹ ਵੀ ਮੈਨੂੰ ਫੋਨ ਕਰਦੀ ਹੁੰਦੀ ਸੀਗੀ। ਅੱਛਾ ਜੀ। ਤੇ ਉਹਨੇ ਵੀ ਕਹਿਣਾ ਪਈ ਇਹਨਾਂ ਤੋਂ ਪੁੱਛ ਕੇ ਮੈਨੂੰ ਦੱਸ ਕੀ ਕਹਿੰਦੀ, ਤਾਂ ਮੈਂ ਚਲੋ ਦੱਸ ਦੇਣੀ, ਹੈ ਨਾ, ਜਿਵੇਂ ਵੀ ਸੀਗੀ। ਚਲੋ ਬਹੁਤੀ ਤਾਂ ਮੈਂ ਵੀ ਇੰਨੀ ਮਾਰ ਨਹੀਂ ਸੀਗੀ, ਪਰ ਮੈਂ ਜਿੰਨੇ ਜੋਗੀ ਸੀ ਮੈਂ ਕਰਦੀ ਰਹੀ ਹਾਂ ਉਹਨਾਂ ਦਾ, ਹੈ ਨਾ। ਸੋ ਇਹ ਸੀ ਮੇਰੀ ਕਹਾਣੀ, ਤੇ ਹੋਰ ਬੜੀਆਂ ਪੁਰਾਣੀਆਂ ਕਹਾਣੀਆਂ। ਬਹੁਤ ਸ਼ੁਕਰੀਆ, ਥੈਂਕ ਯੂ ਆਂਟੀ ਜੀ। ਅਸੀਂ ਹੌਲੀ ਹੌਲੀ, ਕਿਉਂਕਿ ਇਹੋ ਜਿਹੀਆਂ ਪਰਤਾਂ ਆ ਕਿ ਮੈਨੂੰ ਲੱਗਦਾ ਜਿੱਦਾਂ ਅਸੀਂ ਹੋਰ ਖੋਲਾਂਗੇ ਤੇ ਸਾਨੂੰ ਹੋਰ ਸਿੱਖਣ ਨੂੰ ਮਿਲਣਾ। ਤੇ ਮੇਰੇ ਖਿਆਲ 'ਚ ਅੱਜ ਲਈ ਇਸ ਐਪੀਸੋਡ ਲਈ ਅੱਜ ਲਈ ਕਾਫੀ ਆ, ਕਿਉਂ ਗੌਤਮ ਜੀ? ਹਾਂਜੀ, ਬਹੁਤ ਸ਼ੁਕਰੀਆ ਆਂਟੀ ਜੀ। ਮੈਨੂੰ ਲੱਗਦਾ ਕਿ ਤੁਸੀਂ ਤਾਂ ਇੱਕ ਉਹ ਜਿਵੇਂ ਟਾਰਚ ਬੇਰਰ ਹੁੰਦੇ ਆ ਨਾ, ਕਿ ਅੱਗੇ ਉਹ ਟਾਰਚ ਚੱਕ ਕੇ ਚੱਲ ਰਹੇ ਸੀਗੇ ਤੇ ਤੁਸੀਂ ਉਹ ਮਸ਼ਾਲ ਜਗਾਈ ਰੱਖੀ, ਤੇ ਤੁਹਾਡੇ ਬਣਾਏ ਹੋਏ ਰਸਤਿਆਂ ਤੇ ਹੀ ਅਸੀਂ ਤੁਰ ਪਾ ਰਹੇ। ਨਹੀਂ ਤਾਂ ਸ਼ਾਇਦ ਸਾਡੇ ਲਈ ਫਿਰ ਉਹ ਮੈਂ ਤਾਂ ਸ਼ਾਇਦ ਸੱਪ ਵੀ ਨਾ ਮਾਰ ਸਕਦਾ। ਕੋਈ ਗੱਲ ਨਹੀਂ, ਮੈਂ ਗੱਪੇ ਮਾਰ ਸਕਦਾ, ਮੈਂ ਸੱਪ ਨਹੀਂ ਮਾਰ ਸਕਦਾ, ਹੈ ਨਾ। ਜੋ ਤੁਸੀਂ ਕਰ ਰਹੇ ਆ, ਜਦੋਂ ਆਉਣ ਵਾਲੇ ਜਨਰੇਸ਼ਨ ਨੇ ਆਉਣਾ ਆ, ਅਗਲਿਆਂ ਨੇ ਆਉਣਾ, ਉਹਨਾਂ ਨੇ ਤੁਹਾਨੂੰ ਏਦਾਂ ਬਹਾਦਰ ਸਮਝਣਾ, ਕਿਉਂਕਿ ਜੋ ਤੁਸੀਂ ਕਰ ਰਹੇ ਆ ਉਹਨਾਂ ਲਈ ਬਹੁਤ ਮਹਾਨ ਹੋਣਾ ਹੈ। ਤੇ ਆਂਟੀ ਜਿਹੜੇ ਸਟਾਰਟਿੰਗ ਦੇ ਵਿੱਚ ਕੋਈ ਵੀ ਆਉਂਦੇ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇਗੇ, ਉਹ ਕੈਨੇਡਾ ਤੋਂ ਹਰਨਾਮ ਕਾਲਜ ਦੇ ਨਾਂ ਤੇ ਪਲਾਜ਼ਾ ਬਣਾਇਆ। ਮੈਂ ਅੱਜ ਹੀ ਸੁਣ ਰਿਹਾ ਸੀ ਗੌਤਮ ਜੀ ਕਿ 30% ਆਪਣੀਆਂ ਔਰਤਾਂ ਜਿਹੜੀਆਂ ਆ ਆਸਟ੍ਰੇਲੀਆ ਦੇ ਵਿੱਚ ਹੁਣ ਜਿਹੜੀਆਂ ਉੱਚ ਪੱਧਰ ਦੀ ਜਿਹੜੀਆਂ ਜੌਬਾਂ ਉਹਨਾਂ ਦੇ ਉੱਤੇ ਬਿਰਾਜਮਾਨ ਹੋ ਗਈਆਂ। ਕਿਉਂਕਿ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਸਮੇਂ ਦੇ ਨਾਲ ਤਾਂ ਹੀ ਜੁੜਦੀਆਂ, ਜਦੋਂ ਕਿਉਂਕਿ ਸਾਡਾ ਜਿਹੜਾ ਬੇਸ ਹੈਗਾ ਆ, ਇੱਕ ਨਿਉ ਚੰਗੀ ਪਾਣੀ ਜ਼ਰੂਰੀ ਹੈ। ਬਿਲਕੁਲ, ਉਹ ਬੜੀ ਵਧੀਆ ਬਣੀ ਹੈਗੀ ਆ। ਤੇ ਹੁਣ ਡੇ ਬਾਈ ਡੇ ਆਪਾਂ ਜਦੋਂ ਗੱਲ ਕਰਦੇ ਹਾਂ, ਕੁਛ ਨਾ ਕੁਛ ਚੰਗਾ ਹੋ ਕੇ ਅੱਗੇ ਆਉਂਦਾ ਜੀ। ਤੇ ਉਹ ਫਿਰ ਕੋਈ ਬੱਚਾ ਐਸਾ ਹੁੰਦਾ ਜਿਹੜਾ ਇਹਨੂੰ ਗਾਂਹ ਜਾਣਾ ਮੰਗਦਾ, ਜਦੋਂ ਉਹ ਚੱਕਦਾ ਆ ਸਿਰ, ਤੇ ਉਹ ਫਿਰ ਆਪਣੀਆਂ ਸੁੱਤੀਆਂ ਜਿਹੜੀਆਂ ਹੈਗੀਆਂ ਆ ਇਹੋ ਜਿਹੀਆਂ ਗੱਲਾਂ, ਇਹਨਾਂ ਨੂੰ ਫਿਰ ਉੱਪਰ ਉਭਾਰਦਾ ਆ, ਤੇ ਉਹ ਚੀਜ਼ਾਂ ਫਿਰ ਜਾਗਦੀਆਂ, ਤਾਂ ਫਿਰ ਪਿੱਛਾ ਤੁਹਾਡਾ ਸਾਰਾ ਕਾਮਯਾਬ ਹੁੰਦਾ ਤੇ ਉਹ ਮਸ਼ਹੂਰ ਹੁੰਦਾ ਆ। ਬਿਲਕੁਲ ਜੀ। ਥੈਂਕ ਯੂ ਆਂਟੀ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਆਪਾਂ ਇਹ ਗੱਲਬਾਤ ਕਰ ਸਕੇ ਫੋਨ ਤੇ। ਬਹੁਤ ਜ਼ਿਆਦਾ ਮੇਰਾ ਆਸ਼ੀਰਵਾਦ, ਹਾਂਜੀ, ਰੇਡੀਓ ਨੂੰ, ਤੇ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤੁਹਾਡੀ ਤਰੱਕੀ ਇਹ ਹੁੰਦੀ ਰਵੇ, ਤੇ ਇਸੇ ਤਰ੍ਹਾਂ ਆਪਾਂ ਮਿਲਦੇ ਰਹੀਏ ਤੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਹੀਏ। ਬਹੁਤ ਸ਼ੁਕਰੀਆ, ਥੈਂਕ ਯੂ, ਬਹੁਤ ਧੰਨਵਾਦ। ਥੈਂਕ ਯੂ ਆਂਟੀ ਜੀ, ਫਿਰ ਮਿਲਦੇ ਹਾਂ ਜੀ। ਇੱਕ ਨਾ ਹਰਕਿਰਤ ਜੀ, ਇਹਨਾਂ ਨਾਲ ਗੱਲ ਕਰਕੇ ਮੈਨੂੰ ਇੱਕ ਬੜੀ ਵਧੀਆ ਚੀਜ਼ ਲੱਗੀ, ਉਹ ਇਹ ਸੀਗੀ ਕਿ ਜਦੋਂ ਅਸੀਂ ਫਿਲਮਾਂ ਦੇ ਵਿੱਚ ਕੋਈ ਦੇਖਦੇ ਹਾਂ ਨਾ, ਉਹ ਸਾਨੂੰ ਕੁਝ ਹੋਰ ਇੰਪ੍ਰੈਸ਼ਨ ਦਿਖਾਇਆ ਜਾਂਦਾ ਜੀ। ਉਹ ਇਹ ਹੁੰਦਾ ਹੈ ਕਿ ਉਹ ਯੂਕੇ ਦੇ ਵਿੱਚ, ਕੈਨੇਡਾ ਦੇ ਵਿੱਚ, ਅਮਰੀਕਾ 'ਚ ਕੋਈ ਜਨਾਨੀ, ਕੋਈ ਬੰਦਾ 30-40 ਸਾਲ ਰਹਿ ਲਿਆ, ਬੀਬੀ ਜੀ ਉਹਨਾਂ ਨੇ ਤਾਂ ਪਤਾ ਹੀ ਨਹੀਂ ਕਿੰਨਾ ਕੁ ਸਮਾਂ ਕੱਢਤਾ, ਉਹਦਾ ਆਪਣਾ ਹੀ ਐਕਸੈਂਟ ਹੁੰਦਾ। ਇਹਨਾਂ ਦੀ ਪੰਜਾਬੀ ਹਲੇ ਵੀ ਮੈਨੂੰ ਇਹੋ ਜਿਹੀ ਲੱਗਦੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪੰਜਾਬੀ ਇਹਨਾਂ ਤੋਂ ਹਲੇ ਵੀ ਸਿੱਖਣੀ ਪੂਰੀ ਤਰ੍ਹਾਂ ਦੁਆਬੇ ਨਾਲ ਜੁੜੀ ਹੋਈ ਪੰਜਾਬੀ ਆ। ਜਿਹੜੀ ਤੁਸੀਂ ਗੱਲ ਕਰਕੇ ਹਟੇ ਨਾ ਫਿਲਮਾਂ ਵਾਲੀ, ਉਹ ਕੀ ਹੁੰਦਾ ਆ ਕਿ ਸਾਡੇ ਦਿਖਾਇਆ ਹੁੰਦਾ ਜਿਹੜਾ ਥੋੜੀ ਦੇਰ ਬਾਹਰ ਹੈ ਨਾ, ਉਹਨੇ ਵਿੱਚ ਥੋੜੀ ਜਿਹੀ ਅੰਗਰੇਜ਼ੀ ਦੇ ਅੱਖਰ ਪਾ ਕੇ, ਜੇ ਬੰਦਾ ਆ ਤੇ ਉਹਨੇ ਸਿਰ ਤੇ ਗੋਲ ਟੋਪੀ, ਜਿਹਨੂੰ ਅਸੀਂ ਕੌਬੋਏ ਨਹੀਂ ਕਹਿੰਦੇ, ਉਹ ਟੋਪੀ ਜ਼ਰੂਰ ਲਾਉਣੀ ਆ। ਤੇ ਉਹ ਜਦੋਂ ਅਸੀਂ ਇਹਨਾਂ ਨੂੰ ਹੁਣ ਤੁਸੀਂ ਗੱਲ ਕਰਕੇ ਦੇਖਿਆ, ਕਿੰਨੀ એનર્ਜੀ ਮਿਲਦੀ ਆ ਜਦੋਂ ਆਪਣੀਆਂ ਗੱਲਾਂ ਦੱਸਦੇ ਕਿ ਮੈਂ ਕੀਤਾ, ਉਹ ਸਾਨੂੰ ਲੱਗਦਾ ਸੀ ਤਾਂ ਕੀਤਾ ਹੀ ਕੁਛ ਨਹੀਂ। ਅਸੀਂ ਪੱਕੇ ਹੋਣ ਦੇ ਪਿੱਛੇ 5-6 ਸਾਲ ਆ, ਸਾਨੂੰ ਲੱਗਦਾ ਸਾਡੀ ਜ਼ਿੰਦਗੀ, ਸਾਡੇ ਦਾੜੀ ਦੇ ਵਾਲ ਚਿੱਟੇ ਹੋ ਗਏ, ਇਹੀ ਸੋਚੀ ਜਾਂਦੇ ਆ। ਸਾਨੂੰ ਇਹ ਲੱਗਦਾ ਕਿ ਪੂਰੇ ਪਿੰਡ 'ਚ ਅਸੀਂ ਉਹ ਭਲਵਾਨ ਸੀਗੇ, ਅਸੀਂ ਉਹ ਇਹੋ ਜਿਹੇ ਸੀਗੇ ਜਿਹਨੇ ਪਤਾ ਨਹੀਂ ਇਹੋ ਜਿਹਾ ਕਾਰਾ ਕਰਤਾ, ਸਾਡੇ ਪਿੰਡ 'ਚ ਕੋਈ ਹੋਰ ਕਰ ਨਹੀਂ ਸਕਦਾ। ਇਹਦੇ ਨਾਲ ਹੋਰ ਕਈ ਗੌਤਮ ਜੀ ਗੱਲਾਂ ਰਹਿ ਗਈਆਂ ਨਾਲ, ਜਿੱਦਾਂ ਜਦੋਂ ਉਦੋਂ ਆਉਂਦੇ ਸੀਗੇ, ਕਿਉਂਕਿ ਉਸ ਟਾਈਮ ਤੇ ਆਸਟ੍ਰੇਲੀਆ ਨੂੰ ਵਾਈਟ ਪਾਲਿਸੀ ਚੱਲ ਰਹੀ ਸੀ। ਆਪਾਂ ਉਹਦੇ ਵਿਸਥਾਰ 'ਚ ਨਾ ਜਾਂਦੇ ਹੋਏ, ਕਿਉਂਕਿ ਕੋਈ ਵੀ ਜਦੋਂ ਕਾਨੂੰਨ ਚੱਲ ਰਿਹਾ ਹੁੰਦਾ ਆ, ਉਹਦੇ ਵਿੱਚ ਬੜੀਆਂ ਇਹੋ ਜਿਹੀਆਂ ਹੁੰਦੀਆਂ ਕਿ ਜਦੋਂ ਕੋਈ ਬਾਹਰੋਂ ਪ੍ਰਵਾਸ ਕਰਦਾ, ਉਹਦੇ ਲਈ ਰਹਿਣਾ, ਉਹਦੇ ਲਈ ਮੂਵ ਕਰਨਾ ਬੜਾ ਹਾਰਡ ਹੁੰਦਾ। ਕਈ ਇਹੋ ਜਿਹੇ ਲੋਕ ਸੀਗੇ ਜਿਹੜੇ ਰਾਤ ਨੂੰ ਜਿਹੜੀ ਰੇਲਵੇ ਲਾਈਨ ਆ ਉਹਦੇ ਤੇ ਤੁਰਦੇ ਸੀਗੇ। ਅੱਛਾ ਜੀ। ਜਦੋਂ ਸਵੇਰਾ ਹੋ ਜਾਣਾ ਲੁਕ ਜਾਣਾ, ਸਾਰਾ ਦਿਨ ਲੁਕੇ ਰਹਿਣਾ, ਹਨੇਰਾ ਹੋਣਾ, ਫਿਰ ਰੇਲਵੇ ਲਾਈਨ ਤੇ ਤੁਰੇ ਰਹਿਣਾ। ਤੇ ਉਹਨਾਂ ਨੂੰ ਦੱਸਿਆ ਜਾਂਦਾ ਜਦੋਂ ਤੁਸੀਂ 4 ਦਿਨ ਲਗਾਤਾਰ ਤੁਰਦੇ ਰਹੇ ਨਾ, 5ਵੇਂ ਦਿਨ ਤੁਸੀਂ ਬਲਗੂਰਕੇ ਪਹੁੰਚ ਜਾਣਾ। ਜਾਂ ਉਹ ਬ੍ਰਿਸਬੇਨ ਤੋਂ ਚੱਲਦੇ ਸੀਗੇ, ਉਹਨੂੰ ਦੱਸਿਆ ਵੀ 6ਵੇਂ ਦਿਨ ਤੁਸੀਂ ਪਹੁੰਚ ਜਾਣਾ। ਤੁਸੀਂ ਇਹ ਸੋਚੋ, ਪਰਥ ਤੋਂ ਬ੍ਰਿਸਬੇਨ ਤੱਕ ਤੁਰ ਕੇ ਵੀ ਲੋਕ ਆਏ ਉਸ ਟਾਈਮ ਦੇ ਉੱਤੇ। ਬੜਾ ਕੁਛ ਦੇਖਣ ਨੂੰ ਮਿਲਿਆ ਉਸ ਟਾਈਮ ਦੇ ਨਾਲ, ਤੇ ਸਲੂਟ ਆ ਜੀ ਉਹਨਾਂ ਕਰਕੇ। ਆਪਾਂ ਇਸੇ ਕਰਕੇ ਹਰਕਿਰਤ ਭਾਜੀ, ਸ਼ਾਇਦ ਜਦੋਂ ਬੀਬੀ ਜੀ ਦੱਸ ਰਹੇ ਸੀ ਨਾ, ਮੈਂ ਖੋ ਗਿਆ ਸੀ ਉਹਦੇ ਕਹਾਣੀ ਦੇ ਵਿੱਚ। ਉਹਦੀ ਵਜ੍ਹਾ ਇੱਕ ਇਹ ਵੀ ਸੀਗੀ ਕਿ ਮੈਂ ਸੋਚ ਰਿਹਾ ਸੀਗਾ ਕਿ ਉਸ ਵੇਲੇ ਤਾਂ ਨਾ ਇਹ ਗੈਜਟ,
ਨਾ ਇੰਟਰਨੈਟ, ਨਾ ਟੀਵੀ, ਨਾ ਮੋਬਾਈਲ, ਤੇ ਟਰਾਂਸਪੋਰਟ ਦੇ ਵੀ ਮਾਧਿਅਮ ਹੈ ਨਹੀਂ। ਸੋ ਬੰਦੇ ਕੋਲ ਹੁਣ ਤਾਂ ਅਸੀਂ ਕਹਿ ਲੈਂਦੇ ਹਾਂ ਵੀ ਚਲੋ ਜਨਾਨੀ ਪਿੱਛੇ ਘਰੇ ਆ, ਟੀਵੀ ਟੂਵੀ ਦੇਖ ਲੂ, ਮੋਬਾਈਲ ਤੇ ਕੱਢ ਲੂ ਟਾਈਮ, ਐਂਗਰੀ ਬਰਡ ਖੇਡ ਲੂ। ਉਸ ਵੇਲੇ ਤਾਂ ਬੰਦਾ ਆਪੇ ਐਂਗਰੀ ਬਣਿਆ ਰਿਹਾ ਸਾਰਾ ਦਿਨ, ਹੈ ਨਾ। ਸੋ ਬੜੀ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਬੀਬੀ ਜੀ ਉਹਨਾਂ ਨੇ ਜਿਹੜਾ ਸੰਘਰਸ਼ ਦਾ ਦੌਰ ਕੱਢ ਕੇ ਇੱਥੇ ਆਏ ਨੇ। ਤੇ ਇਹਦੇ ਨਾਲ ਸੌਰੀ ਇੱਕ ਚੀਜ਼ ਹੋਰ ਐਡ ਕਰੀਏ, ਜਿਹੜੇ ਵੀ ਵਿਦਿਆਰਥੀ ਅੱਜ, ਹਾਂਜੀ, ਕਿਉਂਕਿ ਮੈਂ ਬਹੁਤੀ ਵਾਰੀ ਮੈਂ ਦੇਖਦਾ ਕਿ ਮੇਰੇ ਕੋਲ ਆਉਂਦੇ ਆਹ ਪ੍ਰੋਬਲਮ ਆ ਗਈ ਆ, ਜਿੱਦਾਂ ਸਾਨੂੰ ਪ੍ਰੋਬਲਮ ਆਈ ਆ, ਅਸੀਂ ਆਪਣੇ ਉੱਤੇ ਹੰਢਾ ਰਹੇ, ਸਾਨੂੰ ਤਾਂ ਲੱਗਦਾ ਵੀ ਇਹ ਬਹੁਤ ਵੱਡੀ ਪ੍ਰੋਬਲਮ ਆ। ਕਿੰਨੇ ਵਿਦਿਆਰਥੀ ਆਉਂਦੇ ਜੀ ਸਾਡਾ 1 ਸਾਲ ਖਰਾਬ ਹੋ ਗਿਆ, ਉਹ ਜਿਹੜਾ ਸਾਡਾ ਕੋਰਸ ਸੀਗਾ ਉਸ ਲਿਸਟ ਚੋਂ ਬਾਹਰ ਨਿਕਲ ਗਿਆ, ਹੁਣ ਅਸੀਂ ਪੱਕੇ ਨਹੀਂ ਹੋ ਸਕਣਾ। ਓਕੇ ਯਾਰ, ਸਾਲ ਹੋ ਗਿਆ ਨਾ, ਅਗਲੇ 2 ਸਾਲ ਹੋਰ ਹੈਗੇ ਤੁਹਾਡੇ ਕੋਲ, ਅਗਲੇ 3 ਸਾਲ ਹੋਰ ਹੈਗੇ ਪੱਕੇ ਹੋਣ ਲਈ। ਜੇ ਪ੍ਰਮਾਤਮਾ ਸਾਨੂੰ ਉਸ ਦੇਸ਼ ਤੋਂ ਇੱਥੇ ਤੱਕ ਲੈ ਕੇ ਆਇਆ, ਦਾਣਾ ਪਾਣੀ ਇੱਥੇ ਸੀਗਾ, ਤੇ ਜੇ ਅਸੀਂ ਮਿਹਨਤ ਕਰ ਰਹੇ ਹਾਂ ਤੇ ਅਸੀਂ ਕਿਤੇ ਨਹੀਂ ਜਾਂਦੇ, ਅਸੀਂ ਇੱਥੇ ਹੀ ਹਾਂ। ਇਹ ਹੁਣ ਤੋਂ ਨਹੀਂ ਚੱਲਦਾ ਆਇਆ, ਔਖਾ ਆ। ਮੇਰੇ ਹੋਰ ਮਿੱਤਰ ਆ ਇੱਥੇ, ਉਹ ਆਪਣੇ 1984 ਚ ਆਏ ਸੀ ਜਦੋਂ ਉੱਥੇ ਹੈਪਨਸ ਹੋਇਆ ਨਾ, 85 ਚ ਇੱਥੇ ਆ ਗਿਆ ਉਦੋਂ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਾਂ ਚੱਲ ਗਈਆਂ ਸੀਗੀਆਂ। ਉਹਨਾਂ ਨੂੰ ਪੱਕੇ ਹੋਣ ਨੂੰ 11 ਸਾਲ ਲੱਗ ਗਏ। ਅੱਛਾ, ਇਹਨਾਂ ਨੂੰ ਦੇਖੋ ਜਿਹੜੇ ਪੁਰਾਣੇ ਆਏ ਹੋ ਸੀਗੇ, ਕੋਈ 1972 ਦਾ ਆਇਆ, ਉਹਨਾਂ ਨੂੰ ਕੋਈ ਕਹਿੰਦਾ ਮੈਨੂੰ 16 ਸਾਲ ਬਾਅਦ ਮੈਂ ਇੰਡੀਆ ਪਹਿਲੀ ਵਾਰੀ ਗਿਆ। ਅਸੀਂ ਤਾਂ, ਸਾਡੇ ਕੋਲ ਤਾਂ ਵੀਜ਼ਾ ਨਾ, ਅਸੀਂ ਤਾਂ ਅੱਜ ਆ ਗਏ, 50,000 ਰੁਪਈਏ ਦੀ ਗੱਲ ਹੀ ਆ ਨਾ, ਉਹ ਵੀ ਜੇ ਰਿਸ਼ਕੇ ਚੱਲ ਗਿਆ ਤਾਂ ਅਸੀਂ 30,000 ਦੀ ਟਿਕਟ ਲੈ ਲੈਣੀ ਆ, ਅਸੀਂ ਜਾ ਵੀ ਸਕਦੇ ਹਾਂ, ਆ ਵੀ ਸਕਦੇ ਹਾਂ। ਸਾਰਿਆਂ ਨੇ ਪੱਕੇ ਹੋ ਜਾਣਾ। ਵੱਡੀ ਚੀਜ਼ ਆ, ਹੌਸਲਾ ਨਹੀਂ ਛੱਡਣਾ ਚਾਹੀਦਾ। ਕਿਆ ਬਾਤ ਹੈ, ਕਿਆ ਬਾਤ। ਔਰ ਜਿਸ ਤਰ੍ਹਾਂ ਇਹ ਹੌਸਲੇ ਦੀ ਮਿਸਾਲ, ਜਿਹੜੀ ਦਾਸਤਾਨ ਅੱਜ ਤੁਸੀਂ ਸਾਂਝੀ ਕੀਤੀ ਹੈ ਨਾ ਭਾਜੀ, ਧੰਨਵਾਦ ਤੁਹਾਡਾ ਕਿ ਤੁਸੀਂ ਇਹ ਕਿਤਾਬ ਦੇ ਜ਼ਰੀਏ ਲੈ ਕੇ ਆ ਸਕੇ। ਅਗਲੇ ਐਪੀਸੋਡ ਦੇ ਵਿੱਚ ਅਸੀਂ ਪਹਿਲਵਾਨ ਗੜਨਾ ਸਿੰਘ ਹੋਰਾਂ ਦੀ ਗੱਲ ਕਰਾਂਗੇ। ਉਹ ਕੀ ਉਹ ਸ਼ਖਸੀਅਤ, ਔਰ ਉਹਦੇ ਬਾਰੇ ਇੱਕ ਪੰਛੀ ਝਾਜ ਜੀ ਤੁਹਾਨੂੰ ਹਰਕਿਰਤ ਭਾਜੀ ਦੱਸਣਗੇ, ਪਰ ਉਹਦੇ ਬਾਰੇ ਥੋੜ੍ਹਾ ਜਿਹਾ ਸਸਪੈਂਸ ਹੀ ਰਹਿੰਦੀ ਆਪਾਂ। ਪਰ ਭਾਜੀ ਇਹਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਹੋਰ ਵੀ ਗੁਜ਼ਾਰਿਸ਼ ਕਰਨਾ ਚਾਹੁੰਦਾ, ਕਿਉਂਕਿ ਬਹੁਤ ਸਾਰੇ ਮੈਸੇਜਿਸ, ਬਹੁਤ ਸਾਰੇ ਸੁਨੇਹੇ ਆਏ ਨੇ, ਅਤੇ ਕਿਤਾਬ ਦਾ ਜ਼ਰਾ ਦੱਸ ਦਿੱਤਾ ਜਾਵੇ ਕਿ ਕਿਸ ਤਰ੍ਹਾਂ ਹੁਣ ਹਾਸਲ ਕਰਨੀ ਹੈ। ਕਿਉਂਕਿ ਮੈਂ ਇੱਕ ਗੱਲ ਤੁਹਾਡੇ ਕਹਿਣ ਤੋਂ ਪਹਿਲਾਂ ਮੈਂ ਇੱਕ ਗੱਲ ਇਹ ਦੱਸ ਦੇਵਾਂ ਕਿ ਈਵਨ ਜਿਹੜੀਆਂ ਰੇਡੀਓ ਹਾਂਜੀ ਦੇ ਵਿੱਚ ਵੀ ਸਾਡੇ ਕੋਲ ਕਾਪੀਆਂ ਪਈਆਂ ਨੇ ਜੀ, ਕਿਉਂਕਿ ਪਹਿਲਾਂ ਹੀ ਜਦੋਂ ਇਹ ਮੇਰੇ ਖਿਆਲ ਨਾਲ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਫੰਕਸ਼ਨ ਕੀਤਾ ਸੀ, ਜਾਂ ਬੁੱਕ ਲਾਂਚਿੰਗ ਵੀ ਹੋਈ ਸੀ, ਜਾਂ ਜਿੰਨੇ ਵੀ ਪ੍ਰੋਗਰਾਮ ਹੋਏ ਸੀ, ਉੱਥੇ ਦੱਸ ਰਹੇ ਸੀਗੇ ਕਿ ਭਾਜੀ ਹੋਰਾਂ ਦੀ ਇਹ ਕਈ ਸਾਲਾਂ ਦੀ ਮਿਹਨਤ ਹੈ, ਕਿਤਾਬ ਛਪਾਈ ਦਾ ਖਰਚਾ ਹੈ। ਸੋ ਸਿਰਫ ਉਹ ਖਰਚਾ ਜਿਹੜਾ ਹੈਗਾ ਉਹ ਤੁਹਾਨੂੰ ਹੁਣ ਜਿਹੜਾ ਅਫੋਰਡ ਕਰਨਾ ਪੈਣਾ, ਔਰ ਮੇਰੀ ਯਕੀਨ ਮੰਨਿਓ ਕਿ ਦੈਟਸ ਵਰਥ ਫॉर ਇਟ। ਉਹ ਇਸ ਕਿਤਾਬ ਦੇ ਲਈ ਬਹੁਤ ਘੱਟ ਹੋਊਗਾ, ਕਿਉਂਕਿ ਇਹ ਖਜ਼ਾਨਾ ਜਿਹੜਾ ਹੈਗਾ ਇਹ ਹਾਸਲ ਕਰਨ ਦੇ ਲਈ ਥੋੜ੍ਹੀ ਜਿਹੀ ਕੀਮਤ ਹੈਗੀ ਹੈ। ਪਹਿਲੀਆਂ ਕੁਝ ਕਿਤਾਬਾਂ ਇਹਨਾਂ ਨੇ ਜ਼ਰੂਰ ਦਿੱਤੀਆਂ ਸੀਗੀਆਂ, ਫ੍ਰੀ ਦਿੱਤੀਆਂ ਸੀ, ਬਹੁਤ ਸਾਰੇ ਲੋਕਾਂ ਨੇ ਉਹਦਾ ਫਾਇਦਾ ਵੀ ਚੱਕਿਆ। ਪਰ ਹੁਣ ਜਿਹੜੇ ਸ਼ਹਿਰ 'ਚ ਤੁਸੀਂ ਹੈਗੇ ਹੋ, ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਦੱਸ ਦਿੰਦਾ, ਪੇਜ ਦੇ ਉੱਤੇ ਜਾ ਕੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਜੇ ਸਿਡਨੀ ਦੇ ਵਿੱਚ ਜਾਂ ਮੈਲਬਨ ਦੇ ਵਿੱਚ ਵੀ ਹੈਗੇ ਹੋ ਤਾਂ ਫਿਰ ਆਪਣੀ ਕਿਤਾਬ ਦਾ ਉਹ ਖਰਚਾ ਤੁਹਾਨੂੰ ਅਸੀਂ ਇੱਥੇ ਦੱਸ ਦਾਂਗੇ। ਤੁਸੀਂ ਆਓ ਜੀ, ਸਦਕੇ ਆਓ, ਜਦੋਂ ਮਰਜ਼ੀ ਆਓ, ਔਰ ਇਹ ਕਿਤਾਬ ਤੁਸੀਂ ਵੀ ਹਾਸਲ ਕਰ ਸਕਦੇ ਹੋ ਜੀ। ਹਰਕਿਰਤ ਭਾਜੀ। ਹਾਂਜੀ, ਇਹ ਕਿਤਾਬ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੀਆਂ ਪਹਿਲੀਆਂ ਜਿੰਨੀਆਂ ਪ੍ਰਿੰਟ ਕੀਤੀਆਂ ਉਹ ਤਾਂ ਖਤਮ ਹੋ ਗਈਆਂ ਸੀ ਇੱਕ ਹਫ਼ਤੇ ਦੇ ਵਿੱਚ ਹੀ, ਦੁਬਾਰਾ ਹੁਣ ਪ੍ਰਿੰਟ ਹੋ ਕੇ ਆ ਗਈਆਂ। ਮੈਂ ਸ਼ਾਇਦ ਫੇਸਬੁੱਕ ਪੇਜ ਤੇ ਵੀ ਪਾਇਆ ਸੀਗਾ। ਜੀ। ਬੁੱਕਸ ਆ ਗਈਆਂ। ਬੁੱਕਸ ਆਲਰੇਡੀ ਸਿਡਨੀ ਦੇ ਵਿੱਚ ਵੀ ਆ, ਜੇ ਤੁਸੀਂ ਰੇਡੀਓ ਹਾਂਜੀ ਦਾ ਜਿਹੜਾ ਸਟੂਡੀਓ ਇੱਥੋਂ ਆ ਕੇ ਤੁਸੀਂ ਲੈ ਸਕਦੇ ਆ ਜੀ। ਮੈਲਬੌਰਨ ਦੇ ਵਿੱਚ ਰੇਡੀਓ ਹਾਂਜੀ ਦੇ ਸਟੂਡੀਓ ਦੇ ਵਿੱਚ ਤੁਸੀਂ ਰਣਜੋਤ ਭਾਜੀ ਦੇ ਨਾਲ ਸੰਪਰਕ ਕਰਕੇ ਉੱਥੋਂ ਵੀ ਤੁਸੀਂ ਪ੍ਰਾਪਤ ਕਰ ਸਕਦੇ ਆ। ਬ੍ਰਿਸਬੇਨ ਦੇ ਵਿੱਚ ਵੀ ਆਲਰੇਡੀ ਪਹੁੰਚੀਆਂ ਆ, ਮੀਨਸ ਕਿ ਬਹੁਤੇ ਸ਼ਹਿਰਾਂ ਦੇ ਵਿੱਚ ਪਹੁੰਚ ਗਈਆਂ। ਹਾਂ, ਜੇ ਕੋਈ ਹੋਰ ਵੀ ਕਿਤੇ ਕੋਈ ਨਹੀਂ ਲੈ ਕੇ ਜਾ ਸਕਦਾ ਤੇ ਉਹ ਤੁਸੀਂ ਆਪਣਾ ਸੰਪਰਕ ਕਰ ਸਕਦੇ ਆ ਆਪਣੇ ਉਹਦੇ 'ਤੇ ਪੇਜ ਦੇ ਉੱਤੇ। ਪੋਸਟ ਵੀ ਕਰਨ ਦੀ ਮਤਲਬ ਹੈਗਾ ਕਿ ਅਸੀਂ ਪੋਸਟ ਇੱਥੋਂ ਕਰ ਦਾਂਗੇ ਜੀ। ਜੋ ਵੀ ਪੋਸਟੇਜ ਦਾ ਹੈ ਨਾ ਹੋਊਗਾ ਉਹ ਤੁਸੀਂ ਆਪ ਤੁਸੀਂ ਉੱਥੋਂ ਕਰ ਸਕਦੇ ਆ, ਜਾਂ ਕਿ ਜਿਵੇਂ ਵੀ ਹੋ ਸਕਦਾ। ਅਤੇ ਹੁਣ ਮੇਰੇ ਖਿਆਲ 'ਚ ਜਿੱਦਾਂ ਮੈਂ ਅੱਜ ਵੀ ਪਹਿਲਾਂ ਵੀ ਤੁਹਾਡੇ ਨਾਲ ਗੱਲ ਕਰਕੇ ਹਟਿਆ ਕਿ ਕਾਫੀ ਉਹ ਮੈਸੇਜ ਆ ਜਾਂਦੇ, ਜਿਨ੍ਹਾਂ ਦੇ ਵੀ ਮੈਸੇਜ ਆ ਗਏ ਆ ਉਹਨਾਂ ਨੂੰ ਅੱਜ ਜਾਂ ਕੱਲ੍ਹ ਦੇ ਵਿੱਚ ਮੈਂ ਜ਼ਰੂਰ ਮਤਲਬ ਅਸੀਂ ਬੈਕ ਕਾਲ ਉਹਨਾਂ ਨੂੰ ਦੱਸ ਕੇ ਵੀ ਕਿੱਦਾਂ ਉਹਨਾਂ ਨੂੰ ਭੇਜ ਮਿਲ ਸਕਦੀਆਂ ਜਾਂ ਪਹੁੰਚ ਸਕਦੀਆਂ। ਗੱਲ ਇੱਥੇ ਮੁੱਕਦੀ ਕਿ ਹੁਣ ਤੁਹਾਨੂੰ ਮਿਲ ਸਕਦੀਆਂ ਹੈਗੀਆਂ ਐਟ ਦਾ ਮੂਮੈਂਟ, ਜਦੋਂ ਤੱਕ ਨਵੀਆਂ ਬੁੱਕਸ ਹੈਗੀਆਂ ਉਹ ਤੁਹਾਡੇ ਕੋਲ ਪਹੁੰਚ ਸਕਦੀਆਂ, ਤੁਸੀਂ ਕਿਤੇ ਵੀ ਰਹਿ ਰਹੇ ਹੋ ਜਾਂ ਕਿਸੇ ਦੇਸ਼ 'ਚ ਵੀ ਰਹਿ ਰਹੇ ਹੋ। ਵਾਕਈ 0425 561 ਤੇ ਪਿੱਛੇ ਐਂਡ ਤੇ ਲਾ ਲਿਓ ਨੰਬਰ 100। ਸੋ 0425 561 100 ਇਹ ਨੰਬਰ ਹੈਗਾ ਜੀ। ਇਹਦੇ 'ਤੇ ਕਾਲ ਕਰਕੇ ਤੁਸੀਂ ਆਪਣੀ ਕਿਤਾਬ ਦੀ ਪ੍ਰਤੀ ਹਾਸਲ ਕਰ ਸਕਦੇ ਹੋ। ਉੱਥੋਂ ਹੀ ਸਾਰੀ ਜਾਣਕਾਰੀ ਲੈ ਲਿਓ ਜੀ ਕਿ ਕਿਹੜੇ ਸ਼ਹਿਰ ਦਾ ਕਿੰਨਾ ਪੋਸਟੇਜ ਖਰਚਾ ਹੈ, ਕਿਤਾਬ ਦਾ ਕਿੰਨਾ ਖਰਚਾ ਹੈ, ਔਰ ਇੱਕ ਵਾਰ
ਫਿਰ ਤੋਂ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਕਿਤਾਬ ਦਾ ਹੁਣ ਮੁੱਲ ਜ਼ਰੂਰ ਪਾ ਦਿਓ, ਅਤੇ ਜੇ ਕਿਤਾਬ ਲੈ ਲੈਂਦੇ ਹੋ ਤਾਂ ਪੜ੍ਹ ਕੇ ਆਪਣੀ ਫੀਡਬੈਕ ਜ਼ਰੂਰ ਦੇ ਦਿਆ ਕਰਿਓ। ਜ਼ਰੀਆ ਹੁਣ ਤੁਹਾਡੇ ਕੋਲ ਇੱਕ ਬਹੁਤ ਵਧੀਆ ਬਣ ਚੁੱਕਿਆ, ਉਹ ਇਹ ਹੈ ਕਿ ਇਸ ਕਿਤਾਬ ਦੀ ਫੀਡਬੈਕ ਤੁਸੀਂ ਸਾਡੇ ਇਸ ਸ਼ੋਅ ਦੇ ਵਿੱਚ ਦੇ ਸਕੋਗੇ। ਹਫਤਾਵਾਰੀ ਸ਼ੋਅ ਜਿਹੜਾ ਵੀਰਵਾਰ ਦੇ ਦਿਨ ਸ਼ਾਮ ਨੂੰ 5 ਵਜੇ ਤੋਂ ਲੈ ਕੇ 6 ਵਜੇ ਤੱਕ ਜਦੋਂ ਤੁਰੇ ਸੀ ਡੈਸਟੀਨੇਸ਼ਨ ਆਸਟ੍ਰੇਲੀਆ ਸ਼ੋਅ ਅਸੀਂ ਤੁਹਾਡੇ ਤੱਕ ਲੈ ਕੇ ਆਇਆ ਕਰਾਂਗੇ। ਅਗਲੇ ਹਫਤੇ ਦੀ ਇੱਕ ਪੰਛੀ ਝਾਤ ਭਾਜੀ। ਹਾਂਜੀ ਗੁਰਨਾਮ ਸਿੰਘ। ਹਾਂਜੀ, ਗੁਰਨਾਮ ਸਿੰਘ ਅਸਲ ਦੇ ਵਿੱਚ ਇਹ ਜਿਹੜਾ ਪੇਪਰਾਂ ਦੇ ਵਿੱਚ ਨਾਮ ਚੱਲ ਰਿਹਾ ਉਹ ਗੁਰਨਾਮ ਸਿੰਘ ਚੱਲ ਰਿਹਾ ਜੀ, ਪਰ ਇਹਨਾਂ ਦੇ ਪਰਿਵਾਰ ਦੇ ਨਾਲ ਮੈਨੂੰ ਮਿਲਣ ਦਾ ਮੌਕਾ ਮਿਲਿਆ। ਇਹ ਅਸਲ ਦੇ ਵਿੱਚ ਉਸ ਟਾਈਮ ਦੇ ਜਦੋਂ ਆਪਾਂ ਲਕੌਟ ਮਿਊਜ਼ੀਅਮ ਦੇ ਵਿੱਚ ਜਾਂਦੇ ਹਾਂ, ਹਾਂਜੀ, ਉੱਥੇ ਇਹਨਾਂ ਦਾ ਅਜੇ ਤੱਕ ਵੀ ਪਿਆ, ਗਲਵਜ਼ ਪਏ, ਜਿਹੜੀਆਂ ਮੂੰਗੀਆਂ ਫੇਰਦੇ ਸੀ ਉਹ ਪਏ ਹੋ ਆ ਉੱਥੇ ਹੀ। ਇਹਨਾਂ ਦੇ ਜਦੋਂ ਇਹਨਾਂ ਦੀ ਪੂਰੇ ਹੋਏ ਆ, ਜਦੋਂ ਇਹਨਾਂ ਨੂੰ ਸੰਸਕਾਰ ਕੀਤਾ ਹੈਗਾ, ਉਦੋਂ ਦੀਆਂ ਫੋਟੋ ਤੱਕ ਪਈਆਂ। ਇਹਨਾਂ ਦੇ ਜਿਹੜੇ ਗੁਆਂਢੀ ਸੀਗੇ, ਨਾਲ ਦੇ ਨੇਬਰ ਸੀਗੇ, ਉਹਨਾਂ ਵੱਲੋਂ ਬਹੁਤ ਸੋਹਣਾ ਲਿਖਿਆ ਇੱਕ ਪੇਜ ਉੱਥੇ ਪਿਆ ਹੈ ਕਿ ਕਿੱਦਾਂ ਦੇ ਇਨਸਾਨ ਸੀਗੇ। ਮੇਨ ਚੀਜ਼ ਹੈ ਕਿ ਜਦੋਂ ਹੁਣ ਪਰਿਵਾਰ ਦੇ ਵਿੱਚੋਂ ਹੋਰ ਚੀਜ਼ਾਂ ਸਾਹਮਣੇ ਆਈਆਂ, ਫੋਟੋ ਆਈਆਂ, ਤੇ ਉਹਨਾਂ ਦੀਆਂ ਅਸਲ 'ਚ ਜਿਹੜਾ ਨਾਮ ਇਹਨਾਂ ਦਾ ਸੀਗਾ ਗੁਰਨਾਮ ਸਿੰਘ ਦੀ ਜਗ੍ਹਾ ਗਿਆਨ ਸਿੰਘ ਸੀਗਾ। ਅੱਛਾ ਜੀ। ਪਰ ਅਸੀਂ ਉਹਨੂੰ ਉਦੋਂ ਤੱਕ ਨਹੀਂ ਚੇਂਜ ਕਰ ਸਕਦੇ ਕਿਉਂਕਿ ਜੋ ਕਿਤਾਬਾਂ ਦੇ ਵਿੱਚ ਨਾਮ ਚੱਲ ਰਿਹਾ ਉਹ ਗੁਰਨਾਮ ਸਿੰਘ ਹੀ ਚੱਲ ਰਿਹਾ। ਜੇ ਆਪਾਂ ਇਸੇ ਕਰਕੇ ਇੱਕ ਦਿਨ ਬੜਾ ਵਧੀਆ ਟੌਪਿਕ ਚੱਲ ਰਿਹਾ ਸੀਗਾ ਕਿ ਸਾਨੂੰ ਆਪਣੇ ਪੰਜਾਬੀ ਨਾਮ ਹੀ ਕਿਉਂ ਰੱਖਣੇ ਚਾਹੀਦੇ। ਵਾਕਈ ਇਹਦੇ ਵਿੱਚ ਇੱਕ ਰੀਜ਼ਨ ਇਹ ਆ ਜਾਂਦਾ ਆ, ਹੁਣ ਅੱਜ ਆਪਾਂ ਕਹਿ ਰਹੇ ਹਾਂ ਕਿ ਇੰਟਰਨੈਟ ਦਾ ਜ਼ਮਾਨਾ, ਆਪਾਂ YouTube ਤੇ ਪਾਤਾ, ਆਪਾਂ Facebook ਤੇ ਪਾਤਾ, ਇਹ ਰਹਿੰਦੀ ਦੁਨੀਆ ਤੱਕ ਰਹਿਣਾ ਜੀ। ਜੇ ਤੁਸੀਂ ਪੁਰਾਣਾ ਟਾਈਮ ਦੇਖੋ, ਕਿੰਨੀ ਵਾਰੀ ਦੁਨੀਆ ਬਸੀ ਆ, ਕਿੰਨੀ ਵਾਰੀ ਦੁਨੀਆ ਖਤਮ ਹੋਈ ਆ। ਉਸ ਟਾਈਮ ਦੇ ਉੱਤੇ ਵੀ ਟੈਕਨੋਲੋਜੀ ਇੱਥੋਂ ਤੱਕ ਪਹੁੰਚ ਗਈ ਸੀਗੀ ਜਿਹਨੂੰ ਆਪਾਂ ਕਹਿੰਦੇ ਨਾ ਰਾਵਣ ਭਗਵਾਨ ਲੈ ਕੇ ਉੱਡਦਾ ਸੀਗਾ, ਸੇਮ ਲਾਈਕ ਮਤਲਬ ਉਦੋਂ ਵੀ ਹੈ ਨਾ, ਕਿੱਥੋਂ ਤੱਕ ਪਹੁੰਚ, ਆਪਾਂ ਅਜੇ ਤੱਕ ਨਹੀਂ ਉੱਥੇ ਤੱਕ ਪਹੁੰਚ ਸਕੇ। ਹਾਂਜੀ, ਉਹ ਇਹ ਚੀਜ਼ਾਂ ਆ ਕਿ ਆਪਾਂ ਨਾਮ ਆ ਤੇ ਕੱਲ੍ਹ ਨੂੰ ਆਪਾਂ ਕੁਛ ਵੀ ਲੱਭਦੇ ਹਾਂ। ਈਵਨ ਕਿ ਹੁਣ ਵੀ ਆਪਾਂ ਜਦੋਂ ਲੱਭਣ ਤੁਰਦੇ, ਮੈਂ ਇੰਨੀ ਦੇਰ ਲਾਈ ਹੈਗੀ ਆ, ਅਸੀਂ ਕਿਤੇ ਵੀ ਜਾਂਦੇ ਹਾਂ ਜਿੱਥੇ ਵੀ ਡਿਜੀਟਲ ਚੀਜ਼ ਪਈ ਹੁੰਦੀ ਸੀ, ਆਪਾਂ ਉੱਥੇ ਜਾ ਕੇ ਮੈਂ ਪਹਿਲਾ ਨਾਮ ਪਾਉਂਦਾ ਸੀ ਸਿੰਘ, ਅੱਛਾ, ਦੂਜਾ ਪਾਉਣਾ ਕੁਮਾਰ ਜੀ। ਉਹਨਾਂ ਨਾਮਾਂ ਤੋਂ ਪਤਾ ਨਹੀਂ ਕਿੰਨੇ ਹੋਰ ਵੀ ਬੰਦੇ ਹੋਣੇ ਆ ਜਿਨ੍ਹਾਂ ਦੇ ਨਾਂ ਆਪਣੇ ਆ ਕੇ ਚੇਂਜ ਕਰ ਲਏ ਸੀਗੇ, ਤੁਹਾਨੂੰ ਨਹੀਂ ਮਿਲ ਸਕੇ। ਇੱਦਾਂ ਹੀ ਹੁਣ ਗੁਰਨਾਮ ਸਿੰਘ ਆ, ਪਰ ਉਹਨਾਂ ਦਾ ਨਾਮ ਗਿਆਨ ਸਿੰਘ ਸੀਗਾ, ਪਹਿਲਵਾਨ। ਉਹਨਾਂ ਨੇ ਆਸਟ੍ਰੇਲੀਆ ਨੂੰ ਬੜੇ ਮੈਡਲ ਲੈ ਕੇ ਦਿੱਤੇ ਉਸ ਟਾਈਮ ਦੇ ਉੱਤੇ। ਇਹ ਆਪਾਂ ਅਗਲੇ ਐਪੀਸੋਡ ਦੇ ਵਿੱਚ ਗੱਲ ਕਰਦੇ ਤੇ ਉਹਨਾਂ ਦੇ ਪਰਿਵਾਰ ਦੇ ਵੀ ਹੋਪਫੁਲੀ ਮੈਂਬਰ ਹੈਗੇ ਆ, ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ। ਸੋ ਅੱਜ ਦਾ ਐਪੀਸੋਡ ਤੁਹਾਨੂੰ ਕਿੱਦਾਂ ਲੱਗਿਆ ਜੀ? ਬੀਬੀ ਸੁਰਜੀਤ ਕੌਰ ਹੋਰਾਂ ਦੇ ਨਾਲ ਜਿਹੜੀ ਅਸੀਂ ਗੱਲਬਾਤ ਤੁਹਾਨੂੰ ਸੁਣਾਈ ਤੇ ਉਹਨਾਂ ਦੇ ਨਾਲ ਜੁੜਿਆ ਇਹ ਕਿੱਸਾ ਜਿਹੜਾ ਕਲਮਬੱਧ ਹਰਕੀਰਤ ਸੰਧਰ ਹੋਰਾਂ ਦਾ ਕੀਤਾ ਹੋਇਆ, ਔਰ ਉਹਨਾਂ ਦੀ ਪੂਰੀ ਦੀ ਪੂਰੀ ਇਹ ਕਲਮਬੱਧ ਕੀਤੀ ਕਿਤਾਬ, ਇਹਦੇ ਬਾਰੇ ਇਹ ਜਿਹੜਾ ਪ੍ਰੋਗਰਾਮ ਅਸੀਂ ਤੋਰਿਆ, ਸਿਲਸਿਲਾ ਜਿਹੜਾ ਤੋਰਿਆ, ਇਹਦੇ ਬਾਰੇ ਵੀ ਆਪਣੀ ਫੀਡਬੈਕ ਜ਼ਰੂਰ ਦਿਓ। ਵੈਸੇ ਰੇਡੀਓ ਹਾਂਜੀ ਦੇ YouTube ਪੇਜ ਤੋਂ ਇਲਾਵਾ ਤੁਸੀਂ ਜਦੋਂ ਤੁਰੇ ਸੀ ਦੇ ਪੇਜ 'ਤੇ ਜਾ ਕੇ ਵੀ, YouTube ਪੇਜ 'ਤੇ ਵੀ ਇਹ ਐਪੀਸੋਡ ਨੂੰ ਲੇਟਰ ਔਨ ਸੁਣ ਸਕੋਗੇ ਜੀ। ਜੇ ਕੋਈ ਵੀ ਹਿੱਸਾ ਤੁਸੀਂ ਮਿਸ ਕਰ ਦਿੱਤਾ, ਕੋਸ਼ਿਸ਼ ਅਸੀਂ ਇਹ ਕਰ ਰਹੇ ਹਾਂ ਕਿਉਂਕਿ ਜਦੋਂ ਇਹ ਸਾਡੇ ਸਾਰੇ ਪੂਰਵਜ ਆਏ ਸੀਗੇ ਉਸ ਵੇਲੇ ਕੋਈ ਸ਼ੱਕ ਨਹੀਂ ਕਿ ਟੈਕਨੋਲੋਜੀ ਦੀ ਘਾਟ ਸੀ, ਪਰ ਅੱਜ ਅਸੀਂ ਟੈਕਨੋਲੋਜੀ ਦੇ ਨਾਲ ਸਰੋਵਰ ਹੋ ਗਏ ਹਾਂ। ਸੋ ਟੈਕਨੋਲੋਜੀ ਦਾ ਹਰ ਇੱਕ ਜਿਹੜਾ ਮਾਧਿਅਮ, ਹਰ ਇੱਕ ਤਰੀਕਾ ਜਿਹੜਾ ਹੈਗਾ ਅਸੀਂ ਵਰਤਣ ਦੀ ਕੋਸ਼ਿਸ਼ ਕਰਾਂਗੇ, ਹਰ ਇੱਕ ਤਰੀਕੇ ਦੇ ਨਾਲ ਤੁਹਾਡੇ ਤੱਕ ਇਹ ਪ੍ਰੋਗਰਾਮ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ। ਨੀਰਾ ਸ਼ਰਮਾ ਜੀ ਬਹੁਤ ਧੰਨਵਾਦ ਜੀ, ਹਰਜੀਤ ਜੀ ਬਹੁਤ ਬਹੁਤ ਸ਼ੁਕਰੀਆ, ਜਿਤੇਨ ਸ਼ਰਮਾ ਜੀ ਨੇ ਬੈਂਕਸਾਂ ਤੋਂ ਬਹੁਤ ਧੰਨਵਾਦ ਸਾਰਿਆਂ ਦਾ, ਅਤੇ ਰਾਜੀਵ ਜੀ ਕੈਨਬਰਾ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਬਹੁਤ ਸ਼ੁਕਰੀਆ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ, ਫੀਡਬੈਕ ਦਿੱਤੀ ਔਰ ਪ੍ਰੋਗਰਾਮ ਨੂੰ ਪਸੰਦ ਕੀਤਾ। ਫਿਲਹਾਲ ਮੈਨੂੰ, ਗੌਤਮ ਕਪਿਲ ਨੂੰ ਤੇ ਮੇਰੇ ਨਾਲ ਸਾਥੀ ਹਰਕਿਰਤ ਸੰਧਰ ਨੂੰ ਦਿਓ ਜੀ ਇਜਾਜ਼ਤਾਂ। ਕਰਦੇ ਹਾਂ ਜੀ ਫਿਰ ਮੁਲਾਕਾਤ ਅਗਲੇ ਹਫ਼ਤੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।